ਅਜੀਤ ਕੌਰ ਦਾ ਸਵੈ-ਜੀਵਨੀ ਅੰਸ਼ ਹੈ 101। ਪਿੱਛੇ ਮੁੜ ਕੇ ਵੇਖਦੀਆਂ ਤਾਂ ਮੇਰੇ ਪੈਰਾਂ ਦੀਆਂ ਅੱਡੀਆਂ ਤੋਂ ਸ਼ੁਰੂ ਹੋ ਕੇ ਦੂਰ ਦੁਮੇਲ ਤੱਕ ਸਿਰਫ ਅੱਗ ਦੀਆਂ ਸੁਰਖ ਲਾਟਾਂ ਭਾਂਬੜ ਬਣ ਕੇ ਬਲਦੀਆਂ ਨਜ਼ਰ ਆਉਂਦੀਆਂ ਨੇ। ਜੀ ਕਰਦਾ ਡਾਇਲ ਘੁਮਾਉਂਦੀ ਜਾਵਾਂ 101। ਇਸ ਨੰਬਰ ਤੇ ਫੋਨ ਕੀਤਿਆਂ ਅੱਗ ਬੁਝਾਉਣ ਵਾਲੇ ਆ ਜਾਂਦੇ ਨੇ ਤੇ ਮਨ 'ਚ ਮੈਂ ਰੋਜ਼ ਖਬਰੇ 50 ਵਾਰੀ ਇਹ ਨੰਬਰ ਘੁਮਾਉਂਦੀ ਹਾਂ 101। ਇਹਨਾਂ ਸੁਰਖ ਲਾਟਾਂ ਦੇ ਭਾਂਬੜ ਵਿੱਚ ਮੈਂ ਰੋਜ਼ ਸੜਦੀ ਹਾਂ, ਦਿਨੇ ਘੱਟ ਰਾਤੀ ਬਹੁਤੀ। ਇਸ ਅੱਗ 'ਚ ਰੋਜ਼ ਨਹਾਉਣਾ ਮੇਰੀ ਤਕਦੀਰ ਹੈ। ਇਹ ਤਕਦੀਰ ਬਹੁਤ ਸਾਰੇ ਵਰ੍ਹੇ ਪਹਿਲਾਂ 14 ਤੇ 15 ਅਗਸਤ ਦੀ ਵਿਚਕਾਰਲੀ ਰਾਤ ਨੂੰ ਮੇਰੇ ਮੱਥੇ ਤੇ ਹੀ ਨਹੀਂ, ਮੇਰੇ ਸਾਰੇ ਪਿੰਡੇ ਤੇ ਲਿਖੀ ਗਈ ਸੀ। ਤੇ ਫਿਰ ਅਗਲੇ 7 ਦਿਨ ਕੋਈ ਮੇਰਾ ਮਾਸ ਖੁਰਚ ਕੇ ਇਸ ਤਕਦੀਰ ਨੂੰ ਮੇਰੇ ਪਿੰਡੇ ਤੇ ਉੱਕਰਦਾ ਰਿਹਾ ਸੀ। ਜੇ ਮੈਂ ਪਿੱਛੇ ਵੱਲ ਤੁਰਨਾ ਹੋਵੇ ਤਾਂ ਇਸ ਅੱਗ ਦੇ ਸ਼ੋਲਿਆਂ ਵਿੱਚੋਂ ਤੁਰ ਕੇ ਹੀ ਜਾਣਾ ਹੋਏਗਾ। ਪਿੱਛੇ ਤੁਰਨਾ ਬਹੁਤ ਦੇਰ ਤੋਂ ਟਾਲ ਰਹੀ ਸਾਂ। ਅੰਮ੍ਰਿਤਾ ਜੀ ਨੇ ਮੇਰਾ ਮੂੰਹ ਪਿੱਛਾਂ ਕਰਕੇ ਮੈਨੂੰ ਧੱਕਾ ਦੇ ਦਿੱਤਾ। ਤੁਰ। ਸੋ ਦੋਸਤੋ, ਇਸ ਅੱਗ ਦਾ ਸਫ਼ਰ ਤੁਹਾਨੂੰ ਵੀ ਮੇਰੇ ਨਾਲ ਹੀ ਕਰਨਾ ਪਏਗਾ। ਤਮਾਮ ਵਰ੍ਹੇ ਪਹਿਲਾਂ ਹੋਈ ਘਟਨਾ ਹੋ ਕੇ ਗੁਜ਼ਰ ਨਹੀਂ ਗਈ। ਹਰ ਪਲ ਮੇਰੀ ਛਾਤੀ 'ਚ ਵਾਪਰਦੀ ਏ। ਅੱਗ ਦੀਆਂ ਲਾਟਾਂ 'ਚ ਘਿਰੀ ਇੱਕ ਮਸ਼ਾਲ ਵਾਂਗੂ ਬਲਦੀ ਨਿਹਾਇਤ ਖੂਬਸੂਰਤ ਇੱਕ ਕੁੜੀ 2 ਛੱਤਾਂ ਉਤਰਦੀ ਏ। ਪੌੜੀਆਂ 'ਚ ਬਲਦੀ ਅੱਗ ਤੁਰਦੀ ਏ। ਮੈਨੂੰ ਲੱਗਦਾ ਉਹ ਅੱਗ ਮੇਰੇ ਕੱਪੜਿਆਂ ਨੂੰ ਹੀ ਨਹੀਂ, ਮੇਰੇ ਪਿੰਡੇ ਦੇ ਮਾਸ ਨੂੰ ਲੱਗੀ ਹੋਈ ਏ ਤੇ ਪੌੜੀਆਂ ਵਿੱਚੋਂ ਲੱਟ ਬਲਦੀ ਮੈਂ ਉਤਰ ਰਹੀ ਹਾਂ। ਮੈਨੂੰ ਪਤਾ ਹੈ ਮੈਂ ਮੁਸੀਬਤ ਵੇਲੇ ਚੀਖ ਕੇ ਕਿਸੇ ਨੂੰ ਮਦਦ ਲਈ ਨਹੀਂ ਬੁਲਾ ਸਕਦੀ ਜਦ ਤੱਕ ਉਹ ਮੇਰਾ ਬਿਲਕੁਲ ਆਪਣਾ ਨਾ ਹੋਵੇ। ਉਹਨੇ ਵੀ ਉਸ ਅਜਨਬੀ ਸ਼ਹਿਰ ਦੀਆਂ ਪਰਾਈਆਂ ਪੌੜੀਆਂ ਵਿੱਚ ਕਿਸੇ ਨੂੰ ਨਹੀਂ ਪੁਕਾਰਿਆ ਹੋਣਾ। 14 ਅਗਸਤ ਦੀ ਸ਼ਾਮ ਸੀ 1974। ਮੈਂ ਪ੍ਰੈਸ 'ਚ ਬੈਠੀ ਕੰਮ ਕਰ ਰਹੀ ਸਾਂ। ਘਰੋਂ ਡੋਲੀ ਯਾਨੀ ਮੇਰੀ ਵੱਡੀ ਧੀ ਅਰਪਨਾ ਦਾ ਟੈਲੀਫੋਨ ਆਇਆ। ਘਬਰਾਹਟ ਨਾਲ ਕੰਬਦੀ ਆਵਾਜ਼। ਪੈਰਿਸ ਤੋਂ ਕੋਈ ਟੈਲੀਫੋਨ ਆ ਰਿਹਾ ਏ, ਪਰ ਗੱਲ ਦੀ ਸਮਝ ਨਹੀਂ ਆ ਰਹੀ। ਲਾਈਨ ਕਲੀਅਰ ਨਹੀਂ ਸੀ। ਹੁਣੇ ਫੇਰ ਆਏਗਾ, ਤੁਸੀਂ ਛੇਤੀ ਘਰ ਆ ਜਾਓ। ਪੈਰਿਸ ਤੋਂ ਟੈਲੀਫੋਨ? ਕਿਉਂ? ਮੈਂ ਕੰਬਦੇ ਹੱਥਾਂ ਨਾਲ ਕਾਗਜ਼ ਫਾਈਲ ਵਿੱਚ ਤੁੰਨੇ ਤੇ ਮੋਟਰ 'ਚ ਬਹਿ ਗਈ। ਘਰ ਛੇਤੀ। ਕੈਂਡੀ ਮੇਰੀ ਨਿੱਕੀ ਧੀ 1.5 ਮਹੀਨਾ ਪਹਿਲਾਂ ਫਰਾਂਸ ਗਈ ਸੀ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਫ੍ਰੈਂਚ ਦਾ MA ਕਰ ਰਹੀ ਸੀ। ਅਜੇ ਪਹਿਲੇ ਸਾਲ ਦਾ ਇਮਤਿਹਾਨ ਹੋਇਆ ਤਾਂ ਆਪਣੀ ਕਲਾਸ ਨੂੰ ਟੌਪ ਕੀਤਾ। ਸੋ 2 ਮਹੀਨੇ ਦਾ ਸਕਾਲਰਸ਼ਿਪ ਮਿਲਿਆ ਫਰਾਂਸ ਜਾ ਕੇ ਕੋਈ ਕੋਰਸ ਕਰਨ ਲਈ ਜਾਂ ਆਪੇ ਰਿਸਰਚ ਕਰਕੇ ਫਰਾਂਸ ਬਾਰੇ ਕੋਈ ਥੀਸਿਸ ਲਿਖਣ ਲਈ। ਉਹਨੇ ਥੀਸਿਸ ਲਿਖਣਾ ਚੁਣਿਆ ਸੀ, ਇਸ ਕਰਕੇ ਉਹ ਸਾਰੇ ਫਰਾਂਸ ਵਿੱਚ ਘੁੰਮ ਰਹੀ ਸੀ। ਤਕਰੀਬਨ ਰੋਜ਼ ਉਹਦਾ ਖਤ ਆਉਂਦਾ ਸੀ। ਅਜੇ ਕੱਲ੍ਹ ਹੀ ਤਾਂ ਖਤ ਆਇਆ ਸੀ, ਲੰਮਾ ਖਤ ਵਿਸ਼ੀ ਤੋਂ। ਕਈਆਂ ਥਾਵਾਂ ਤੋਂ ਸ਼ੈਤੋ ਤੇ ਆਰਟ ਗੈਲਰੀਆਂ ਤੇ ਮਿਊਜ਼ੀਅਮ ਤੇ ਗਿਰਜੇ ਵੇਖਦੀ ਉਹ ਵਿਸ਼ੀ ਪਹੁੰਚੀ ਸੀ, ਜਿੱਥੇ ਸਿਹਤ ਬਖਸ਼ ਪਾਣੀਆਂ ਦੇ ਚਸ਼ਮੇ ਸਨ ਤੇ ਸਿਰਫ ਫਰਾਂਸ ਤੋਂ ਹੀ ਨਹੀਂ, ਸਾਰੇ ਯੂਰਪ ਤੋਂ ਲੋਕ ਉਹਨਾਂ ਚਸ਼ਮਿਆਂ ਦਾ ਪਾਣੀ ਪੀਣ ਤੇ ਨਹਾਉਣ ਉੱਤੇ ਆਉਂਦੇ ਸਨ ਸਿਹਤਯਾਬ ਹੋਣ ਲਈ। ਖਤ ਵਿਸ਼ੀ ਤੋਂ ਆਇਆ ਸੀ ਤੇ ਫੋਨ ਪੈਰਿਸ ਤੋਂ ਕਿਸ ਤਰ੍ਹਾਂ ਆ ਗਿਆ? ਵਾਪਸ ਪੈਰਿਸ ਆ ਗਈ ਹੈ ਅੱਜ, ਪਰ ਫੋਨ ਕਿਉਂ ਕੀਤਾ? ਜਦ ਤੱਕ ਕੋਈ ਖਾਸ ਮੁਸੀਬਤ ਨਾ ਹੋਵੇ ਇਸ ਤਰ੍ਹਾਂ ਫੋਨ ਨਹੀਂ ਕਰਨ ਵਾਲੀ। ਮੁਸੀਬਤ ਵੇਲੇ ਵੀ ਮੇਰੇ ਕੋਲੋਂ ਛੁਪਾਉਂਦੀ ਰਹਿੰਦੀ ਏ, ਮਾਂ ਨੂੰ ਤਕਲੀਫ ਨਾ ਹੋਵੇ ਇਸ ਲਈ। ਝੱਲੀ ਧੀ ਮੇਰੀ। ਤੇ ਸੈਂਕੜੇ ਦਲੀਲਾਂ 'ਚ ਪਈ ਮੈਂ ਘਰ ਪਹੁੰਚ ਗਈ। ਫੋਨ ਤੇ ਆਵਾਜ਼ ਰਤਾ ਕੋ ਵੀ ਨਹੀਂ ਸੀ ਸੁਣਾਈ ਦਿੰਦੀ। ਲੱਗਦਾ ਸੀ ਕੱਜਣ ਦੀ ਆਵਾਜ਼ ਏ। ਕੱਜਣ ਦੀ? ਕੈਂਡੀ ਦੀ ਨਹੀਂ। ਮੈਂ ਹੋਰ ਬਦਹਵਾਸ ਹੋ ਗਈ। ਕੱਜਣ ਯਾਨੀ ਸਾਡੇ ਗੁਆਂਢੀਆਂ ਦਾ ਪੁੱਤਰ। ਕੈਂਡੀ ਸੀਨੀਅਰ ਕੈਂਬਰਿਜ ਕਰ ਚੁੱਕੀ ਸੀ ਤੇ ਕੱਜਣ ਕਿਸੇ ਕਾਲਜ 'ਚ ਪੜ੍ਹਦਾ ਸੀ ਜਦੋਂ ਅਸੀਂ ਇਸ ਗ੍ਰੇਟਰ ਕੈਲਾਸ਼ ਵਾਲੇ ਘਰ 'ਚ ਆਏ ਸਾਂ। ਉੱਤੇ ਰਹਿੰਦੇ ਸਨ ਤੇ ਅਸੀਂ ਥੱਲੇ। ਮਕਾਨ ਨਵਾਂ ਹੀ ਬਣਿਆ ਸੀ, ਇਸ ਕਰਕੇ ਅਸੀਂ ਦੋਵੇਂ ਕਿਰਾਏਦਾਰ ਤਕਰੀਬਨ 2 ਕੁ ਹਫ਼ਤਿਆਂ ਦੀ ਵਿੱਥ ਤੇ ਹੀ ਇਸ ਮਕਾਨ 'ਚ ਆਏ ਸਾਂ। ਅਸੀਂ ਪਹਿਲੋਂ ਆਏ ਸਾਂ ਹੇਠਲੇ ਪੋਰਸ਼ਨ ਵਿੱਚ, ਉਹ ਮਗਰੋਂ ਆਏ ਸਨ, ਇਸ ਕਰਕੇ ਉਹਨਾਂ ਦਾ ਸਮਾਨ ਉੱਤੇ ਚੜਵਾਉਣ ਦੀ ਤੇ ਪਹਿਲੇ 1 ਦਿਨ ਉਹਨਾਂ ਨੂੰ ਰੋਟੀ ਪਾਣੀ ਪੁੱਛਣ ਦੀ ਜ਼ਿੰਮੇਵਾਰੀ ਸਾਡੀ ਬਣਦੀ ਸੀ। ਸਾਡੀ ਯਾਨੀ ਮੇਰੀ ਤੇ ਮੇਰੀਆਂ ਦੋਹਾਂ ਧੀਆਂ ਦੀ। ਇਸ ਤਰ੍ਹਾਂ ਇਹ ਵਾਕਫੀਅਤ ਸ਼ੁਰੂ ਤੋਂ ਹੀ ਬੜੇ ਚੰਗੇ ਰਿਸ਼ਤੇ 'ਚ ਬਦਲ ਗਈ ਸੀ।
ਪਰ ਉਹ ਹੋਰ ਕਿਸਮ ਦੇ ਲੋਕ ਸਨ। ਹੌਲੀ-ਹੌਲੀ ਮਨ ਦੂਰ ਹੁੰਦੇ ਗਏ ਸਨ। ਉਹਨਾਂ ਦੀ ਆਪਣੀ ਦੁਨੀਆ ਸੀ ਜਿਸ ਵਿੱਚ ਹੀਰੇ ਵੇਚੇ ਜਾਂਦੇ ਸਨ, ਲੱਖਾਂ ਦਾ ਵਪਾਰ ਹੁੰਦਾ ਸੀ। ਕਿਸੇ ਕਿਤਾਬ ਲਈ ਕੋਈ ਥਾਂ ਨਹੀਂ ਸੀ। ਅੰਤਾਂ ਦਾ ਸ਼ੋਰ ਸੀ ਜਿਹੜਾ ਸਵੇਰੇ ਬ੍ਰੇਕਫਾਸਟ ਵੇਲੇ ਤਲੀਆਂ ਜਾਣ ਵਾਲੀਆਂ ਪੂੜੀਆਂ ਤੋਂ ਸ਼ੁਰੂ ਹੁੰਦਾ ਸੀ ਤੇ ਅੱਧੀ ਰਾਤ ਤੱਕ ਸ਼ਰਾਬ ਦੇ ਦੌਰਾਂ ਨਾਲ ਤੇ ਤਾਸ਼ ਦੀ ਜਿੱਤ ਹਾਰ ਨਾਲ ਤੇ ਆਖਰਾਂ ਦੇ ਰੌਲੇ ਨਾਲ ਤੁਰਦਾ ਰਹਿੰਦਾ ਸੀ। ਅਸੀਂ ਥੱਲੇ ਸਾਂ, ਸੋ ਹਰ ਵੇਲੇ ਲੱਗਦਾ ਸੀ ਕਿ ਸਿਰ ਉੱਤੇ ਹਥੌੜੇ ਚੱਲ ਰਹੇ ਨੇ। ਧੰਮ ਧੰਮ ਤੁਰਦੇ ਪੈਰਾਂ ਦੀ ਗੜਗੜਾਹਟ, ਆਉਣ ਜਾਣ ਵਾਲੇ ਉਹਨਾਂ ਦੀ ਕਿਸਮ ਦੇ ਲੋਕਾਂ ਦਾ ਪੌੜੀਆਂ ਚੜ੍ਹਨ ਉਤਰਨ ਦਾ ਬੇਇੰਤਹਾ ਸ਼ੋਰ, ਅੱਧੀ ਰਾਤ ਤੱਕ ਮੋਟਰਾਂ ਦੇ ਸਟਾਰਟ ਹੋਣ ਦੀ ਤੇ ਮੋਟਰਾਂ ਦੇ ਬੂਹਿਆਂ ਤੇ ਖੁੱਲਣ ਤੇ ਕਾੜ ਕਰਕੇ ਬੰਦ ਹੋਣ ਦੀ ਆਵਾਜ਼, ਜਿਹੜੀ ਠਹਿਰੀ ਹੋਈ ਰਾਤ ਵਿੱਚ ਗੜਗੜਾਉਂਦੀ ਹੋਈ ਗੂੰਜਦੀ। ਅੱਧੀ ਰਾਤ ਤੱਕ ਉਹਨਾਂ ਦੇ ਦੋਹਾਂ ਨੌਕਰਾਂ ਦੀਆਂ ਉੱਚੀ-ਉੱਚੀ ਗੱਲਾਂ ਤੇ ਸੈਂਕੜੇ ਭਾਂਡਿਆਂ ਦੀ ਖਣਖਣਾਉਂਦੀ ਗੂੰਜ। ਕੋਈ ਵੀ ਅਜਿਹਾ ਕਮਰਾ ਨਹੀਂ ਸੀ ਜਿਸ 'ਚ ਆਵਾਜ਼ਾਂ ਘੱਟ ਆਉਣ। ਪਿਛਲੇ ਕਮਰੇ ਦੇ ਉੱਤੇ ਜਿਹੜਾ ਕਮਰਾ ਸੀ, ਉਸ ਵਿੱਚ ਔਰਤਾਂ ਆਪਣੀਆਂ ਸਹੇਲੀਆਂ ਨਾਲ ਬੈਠੀਆਂ ਤਾਸ਼ ਖੇਡਦੀਆਂ ਰਹਿੰਦੀਆਂ ਤੇ ਪਾਨ ਖਾਂਦੀਆਂ ਰਹਿੰਦੀਆਂ। ਅਗਲੇ ਵੱਡੇ ਕਮਰੇ ਦੇ ਉਤਲੇ ਕਮਰੇ 'ਚ ਮਰਦ ਸ਼ੋਰ ਕਰਦੇ ਰਹਿੰਦੇ, ਤਾਸ਼ ਜਿਸ ਤਰ੍ਹਾਂ ਭਲਵਾਨ ਅਖਾੜਿਆਂ 'ਚ ਦੰਗਲ ਕਰਦੇ ਹੋਣ। ਕਈ ਵਾਰੀ ਮੈਂ ਘਬਰਾ ਕੇ ਬਾਹਰ ਨਿਕਲ ਜਾਂਦੀ। ਘਰ ਦੇ ਤਕਰੀਬਨ ਸਾਹਮਣੇ ਇੱਕ ਪਾਰਕ ਸੀ, ਉਸ 'ਚ ਜਾ ਖਲੋਂਦੀ। ਆਲੇ ਦੁਆਲੇ ਦੇ ਸਾਰੇ ਘਰ ਸ਼ਾਂਤ ਹਨੇਰੇ 'ਚ ਅਣਜਾਣ ਬੱਚਿਆਂ ਵਾਂਗੂ ਸੌਂ ਰਹੇ ਹੁੰਦੇ। ਸਿਰਫ ਇੱਕ ਸਾਡੇ ਘਰ ਦੇ ਉਤਲੇ ਹਿੱਸੇ ਵਿੱਚੋਂ ਅੰਤਾਂ ਦਾ ਸ਼ੋਰ, ਗਲਾਸਾਂ ਦੀ ਤੇ ਭਾਂਡਿਆਂ ਦੀ ਆਵਾਜ਼, ਪੈਰਾਂ ਦੀ ਗੜਗੜਾਹਟ ਤੇ ਰੌਸ਼ਨੀ ਉੱਲਰ ਕੇ ਬਾਹਰ ਨਿਕਲ ਰਹੇ ਹੁੰਦੇ। ਕਹੀ ਬਦਕਿਸਮਤੀ ਏ, ਮੈਂ ਸੋਚਦੀ। ਤੇ ਸਵੇਰੇ ਬਾਹਰ ਸਾਡੇ ਲਾਅਨ ਦੇ ਘਾਹ ਉੱਤੇ ਕਾਗਜ਼, ਅੱਧ ਜਲੀਆਂ ਸਿਗਰਟਾਂ ਦੇ ਟੋਟੇ, ਕੇਲੇ ਦੇ ਛਿਲਕੇ, ਭੱਜੇ ਹੋਏ ਗਲਾਸ ਦੇ ਟੋਟੇ ਤੇ ਕਈ ਕੁਝ ਪਿਆ ਹੁੰਦਾ। ਸਭ ਤੋਂ ਕੋਫਤ ਵਾਲੀ ਚੀਜ਼ ਸੀ ਘਾਹ ਦਾ ਜਗ੍ਹਾ-ਜਗ੍ਹਾ ਮੂੰਹ ਵਿੱਚ ਘੁਲੇ ਹੋਏ ਪਾਨ ਨਾਲ ਸੁਰਖ ਹੋ ਜਾਣਾ। ਉਫ, ਜਿਵੇਂ ਸਾਡਾ ਲਾਅਨ ਨਾ ਹੋਵੇ, ਕੂੜੇਦਾਨ ਹੋਵੇ। ਪਰ ਮੈਂ ਜਦੋਂ ਵੀ ਉਹਨਾਂ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੀ, ਉਹ ਅੱਗੋਂ ਇਸ ਤਰ੍ਹਾਂ ਚੀਖਦੇ ਕਿ ਸਾਰੇ ਦਿਨ ਦਾ ਕਬਾੜਾ ਹੋ ਕੇ ਰਹਿ ਜਾਂਦਾ। ਸਾਹਮਣੇ ਵਾਲੇ ਘਰ ਵਿੱਚ ਸਾਡੇ ਸ਼ਾਇਸਤਾ ਲੋਕ ਰਹਿੰਦੇ ਸਨ ਤੇ ਸਾਰੇ ਆਲੇ ਦੁਆਲੇ ਵਿੱਚ ਜਿਸ ਇੱਕੋ ਇੱਕ ਟੱਬਰ ਨਾਲ ਦੋਸਤੀ ਦਾ ਰਿਸ਼ਤਾ ਸੀ, ਉਹ ਬਸ ਉਹਨਾਂ ਨਾਲ ਹੀ ਸੀ, ਸੁਰਿੰਦਰ, ਸਹਿਗਲ ਤੇ ਬਿਮਲਾ ਜੀ। ਉਹਨਾਂ ਨੂੰ ਵੀ ਮੈਂ 2-4 ਵਾਰ ਕਿਹਾ ਸੀ ਕਿ ਸਾਡੇ ਉੱਤੇ ਵਾਲਿਆਂ ਨਾਲ ਗੱਲ ਕਰਨ। ਆਖਰ ਮਰਦਾਂ ਨਾਲ ਇਸ ਤਰ੍ਹਾਂ ਦੇ ਝਗੜੇ ਵਾਲੀ ਗੱਲ ਮਰਦ ਹੀ ਕਰ ਸਕਦਾ ਹੈ, ਪਰ ਪਰਾਏ ਝਗੜੇ 'ਚ ਕੋਈ ਵੀ ਹੱਥ ਨਹੀਂ ਪਾਉਣਾ ਚਾਹੁੰਦਾ। ਇਸ ਅੰਤਾਂ ਦੇ ਸ਼ੋਰ ਵਾਲੇ ਘਰ 'ਚ ਇੱਕ ਖਾਮੋਸ਼ ਤੇ ਬਿਲਕੁਲ ਹੋਰ ਤਰ੍ਹਾਂ ਦਾ ਮੁੰਡਾ ਸੀ, ਕੱਜਨ। ਕੈਂਡੀ ਤੇ ਉਹ ਰਲ ਕੇ ਕਿਤਾਬਾਂ ਦੀਆਂ ਗੱਲਾਂ ਕਰਦੇ, ਮਿਊਜ਼ਿਕ ਸੁਣਦੇ, ਸੈਰ ਕਰਦੇ। ਉਤਲੇ ਘਰ 'ਚ ਕਿਉਂਕਿ ਕਿਤਾਬਾਂ ਲਈ ਤੇ ਸੰਗੀਤ ਲਈ ਕੋਈ ਥਾਂ ਨਹੀਂ ਸੀ, ਇਸ ਕਰਕੇ ਕੱਜਣ ਨੂੰ ਵੀ ਜਿਵੇਂ ਸਾਡੇ ਘਰ 'ਚ ਪਨਾਹ ਵਰਗਾ ਅਹਿਸਾਸ ਹੁੰਦਾ ਸੀ। ਜਦੋਂ ਵੀ ਦੋਵੇਂ ਰਲ ਕੇ ਬੈਠਦੇ, ਹੇਠਲੇ ਕਿਤਾਬਾਂ ਨਾਲ ਤੇ ਰਿਕਾਰਡਾਂ ਨਾਲ ਭਰੇ ਹੋਏ ਘਰ ਵਿੱਚ ਹੀ, ਯਾਨੀ ਸਾਡੇ ਘਰ। ਕੱਜਣ ਕਹਿੰਦਾ, ਉਸ ਹੀਰਿਆਂ ਵਾਲੇ ਪੈਸੇ ਨਾਲ ਮੇਰਾ ਕੋਈ ਵਾਸਤਾ ਨਹੀਂ, ਮੈਂ ਤਾਂ ਕੁਝ ਹੋਰ ਕਰਾਂਗਾ, ਆਪਣੇ ਪੈਰਾਂ ਤੇ ਖੜੋਵਾਂਗਾ ਤੇ ਆਪਣੇ ਆਪ ਨੂੰ ਕੈਂਡੀ ਤੇਰੀ ਦੋਸਤੀ ਦੇ ਕਾਬਲ ਬਣਾਵਾਂਗਾ। ਤੇ 2 ਵਰਿਆਂ ਦੀ ਅਲੂਈ ਪਰ ਬਹੁਤ ਗਹਿਰੀ ਦੋਸਤੀ ਤੋਂ ਮਗਰੋਂ ਕੱਜਣ ਫਰਾਂਸ ਚਲਾ ਗਿਆ, ਕੈਂਡੀ ਦੀ ਦੋਸਤੀ ਦੇ ਕਾਬਲ ਬਣਨ ਲਈ। ਕੈਂਡੀ ਕੁੜੀ ਇਹੋ ਜਿਹੀ ਸੀ, ਉਹਦੀ ਦੋਸਤੀ ਦੇ ਕਾਬਲ ਬਣਨ ਲਈ ਤਾਂ ਮੈਨੂੰ ਵੀ ਉਚੇਚੀ ਕੋਸ਼ਿਸ਼ ਕਰਨੀ ਪੈਂਦੀ ਸੀ। ਕਈ ਕਿਤਾਬਾਂ ਜਿਹੀਆਂ ਸਨ ਜਿਹੜੀਆਂ ਪਹਿਲਾਂ ਉਹਨੇ ਪੜ੍ਹੀਆਂ, ਫਿਰ ਮੈਨੂੰ ਪੜ੍ਹਾਈਆਂ, ਤੇ ਫਿਰ ਅਰਪਨਾ ਤੇ ਮੈਂ ਤੇ ਉਹ ਤਿੰਨੇ ਬਹਿ ਕੇ ਉਹਨਾਂ ਬਾਰੇ ਗੱਲਾਂ ਕਰਦੇ ਸਾਂ। ਤੇ ਇਹ ਉਹੀ ਕੱਜਣ ਸੀ ਜਿਹਦਾ ਫੋਨ ਆ ਰਿਹਾ ਸੀ ਪੈਰਿਸ ਤੋਂ, ਤੇ ਫੋਨ ਤੇ ਆਖੀ ਹੋਈ ਗੱਲ ਸੁਣਾਈ ਨਹੀਂ ਸੀ ਦਿੱਤੀ ਅਰਪਨਾ ਨੂੰ। ਅਸੀਂ ਦੋਵੇਂ ਧੜਕਦੇ, ਕੰਬਦੇ ਕਲੇਜਿਆਂ ਨਾਲ ਫੋਨ ਦੇ ਕੋਲ ਬੈਠੀਆਂ ਸਾਂ। ਕੱਜਣ ਦੇ ਫੋਨ ਦੇ ਇੰਤਜ਼ਾਰ 'ਚ ਵਕਤ ਤੁਰ ਹੀ ਨਹੀਂ ਸੀ ਰਿਹਾ। ਸ਼ਾਮ ਦੇ 5 ਤੋਂ 8 ਵੱਜ ਗਏ। ਹਾਰ ਕੇ ਮੈਂ ਉਤਲੇ ਘਰ 'ਚੋਂ ਪੁੱਛਿਆ ਕਿ ਕੱਜਣ ਦਾ ਟੈਲੀਫੋਨ ਨੰਬਰ ਕੀ ਹੈ। ਟੈਲੀਫੋਨ ਨੰਬਰ ਤਾਂ ਵਿਸ਼ੀ ਦਾ ਹੀ ਸੀ, ਜਿੱਥੋਂ ਕੈਂਡੀ ਦਾ ਅਜੇ ਕੱਲ੍ਹ ਖੱਤ ਆਇਆ ਸੀ। ਉਸ ਵਿੱਚ ਉਹਨੇ ਲਿਖਿਆ ਵੀ ਸੀ ਕਿ ਕੱਜਣ ਜਿਸ ਹੋਸਟਲ 'ਚ ਰਹਿੰਦਾ ਹੈ, ਉਹ ਵੀ ਉਸੇ 'ਚ ਰਹਿ ਰਹੀ ਹੈ। ਫੋਨ ਚਾਹੇ ਪੈਰਿਸ ਤੋਂ ਆ ਰਿਹਾ ਸੀ, ਪਰ ਮੈਂ ਵਿਸ਼ੀ ਦੀ ਕਾਲ ਬੁੱਕ ਕਰਵਾ ਦਿੱਤੀ। ਉਸ ਰਾਤ ਜਦੋਂ ਕਾਲ ਨਹੀਂ ਸੀ ਮਿਲ ਰਹੀ, ਮੈਂ ਕਿਹਦੇ ਤਰਲੇ ਨਹੀਂ ਕੀਤੇ। ਟੈਲੀਫੋਨ ਵਾਲੀਆਂ ਕੁੜੀਆਂ ਦੇ, ਸੁਪਰਿੰਟੈਂਡੈਂਟਸ ਦੇ, ਜਿਹੜਾ ਵੀ ਕੋਈ ਵਾਕਫ ਸੀ ਉਹਦੇ, ਪਰ ਕਾਲ ਨਹੀਂ ਸੀ ਮਿਲ ਰਹੀ।
रात ਦੇ ਕੋਈ 12 ਕੁ ਵਜੇ ਕੱਜਣ ਦੀ ਫੇਰ ਆਵਾਜ਼ ਸੁਣਾਈ ਦਿੱਤੀ, ਪਰ ਗੱਲ ਦੀ ਪੂਰੀ ਸਮਝ ਫੇਰ ਵੀ ਨਹੀਂ ਸੀ ਆ ਰਹੀ। ਮੇਰੀ ਬੁੱਕ ਕਰਵਾਈ ਹੋਈ ਕਾਲ ਕੋਈ 1:45 ਵਜੇ ਮਿਲੀ। ਲੰਡਨ ਦੇ ਰਾਹੋਂ ਮਿਲ ਰਹੀ ਸੀ। ਲੰਡਨ ਦੇ ਐਕਸਚੇਂਜ ਵਾਲੀ ਕੁੜੀ ਕਹਿ ਰਹੀ ਸੀ ਕਿ ਫਰਾਂਸ ਦੀ ਐਕਸਚੇਂਜ ਵਾਲੀ ਕੁੜੀ ਸਿਰਫ ਫ੍ਰੈਂਚ ਬੋਲ ਰਹੀ ਹੈ। ਕਿਸੇ ਨੂੰ ਕਿਸੇ ਦੀ ਗੱਲ ਸਮਝ ਨਹੀਂ ਸੀ ਆ ਰਹੀ। ਕੋਈ 2:30 ਵਜੇ ਰਾਤ ਦੇ ਉਤਲੇ ਘਰ ਕੱਜਣ ਦਾ ਫੋਨ ਆਇਆ। ਮੈਂ ਨਸਤੀ ਉੱਤੇ ਗਈ। ਹੁਣ ਉਹਦੀ ਆਵਾਜ਼ ਸਾਫ਼ ਸੀ। कैंडी जल गई थी। कब? मेरे पैरों हेठली जमीन कंब रही सी। नहीं आंटी, कोई घबराने की बात नहीं, अब ठीक हो रही है। पर जली कब? 12 तारीख को। 12 तारीख से मुझे क्यों नहीं बताया? मैं रोन हकी हो रही सा। उसने कहा था बताना नहीं, बोली अम्मी फिक्र करेंगी, इसलिए। कहाँ है वो? अस्पताल में। घबराना नहीं मम्मी, बिल्कुल नहीं, वो ठीक हो रही है। मुझे बुलाने के लिए फोन कर रहे हो ना तुम? मेरी भुब निकल गई। अगर आपका मन हो तो आ जाइए, वैसे वो ठीक हो रही है। कहाँ पर? विशी में? नहीं, मैं लियो से बोल रहा हूं, हम उसको यहां ले आए थे। तो जरूर ज्यादा कुछ होगा ना बेटे, नहीं तो दूसरे शहर में क्यों लाते? यहाँ एक स्पेशल अस्पताल है जल जाने वालों के इलाज के लिए, इसीलिए। मैं आती हूँ, उसको कह दो मैं आ रही हूँ। फोन कट गया। अर्पना ते मैं दोवें रोंदियां रोंदियां अपनी आवाज़ नूं होठां दे पार घुटदियां एक दूजे नूं सहारा दिंदियां थल्ले आ गईयां। रात बीती नहीं, छाती विचों एक एक पुड़िया होया कंडा कढ़दियां गुजरी सूलां उत्ते। अगले दिन छुट्टी सी, सारे दफ्तर बंद। ਉਹ ਸਾਰਾ ਦਿਨ ਸਵੇਰੇ ਲੋ ਲੱਗਣ ਤੋਂ ਲੈ ਕੇ ਰਾਤੀ 3:30 ਵਜੇ ਤੱਕ ਜਦੋਂ ਹਵਾਈ ਜਹਾਜ਼ ਫਰਾਂਸ ਵੱਲ ਤੁਰਿਆ, ਮੈਂ ਦਿੱਲੀ ਦੀਆਂ ਵੀਰਾਨ ਸੜਕਾਂ ਉੱਤੇ ਵਾਹੋ ਦਾਹੀ ਨੱਸੀ ਫਿਰੀ। ਮਿਨਿਸਟਰਾਂ ਦੇ ਘਰ, ਰਿਜ਼ਰਵ ਬੈਂਕ ਦੇ ਅਫਸਰਾਂ ਦੇ ਘਰ, ਫਰਾਂਸ ਦੇ ਐਂਬੈਸਡਰ ਦੇ ਘਰ ਤੇ 50 ਥਾਵਾਂ ਹੋਰ। ਸਿਰ ਵਿੱਚ ਬਾਰ-ਬਾਰ ਇੱਕੋ ਗੱਲ ਗੂੰਜਦੀ ਰਹੀ, ਉਸਕੋ ਕਹਿ ਦੋ ਮੈਂ ਆ ਰਹੀ ਹੂੰ, ਕੈਂਡੀ ਮੈਂ ਆ ਰਹੀ ਹਾਂ, ਮੈਨੂੰ ਉਡੀਕੀ ਮੇਰੀ ਬੱਚੀ। जान लग्या पता नहीं किस तरह मैं सुखमनी साहब का गुटका भी नाल रख लिया। जान लग्या पता नहीं किस तरह मैं सुखमनी साहब का गुटका भी नाल रख लिया। बहुत देर तो मेरा रिश्ता रब नाल कुछ इस तरह का खामोश है, जिस तरह तीवीं खावंद नूं नाल रहिंदियां जदों वरियां दे वरे गुजर जाण तां महज खामोशी ही साथ बन जाती है। जे कदे कुछ बहुत चंगा वापर गया जिंदगी विच तां उहदे वल तक के शुकराने च नज़रां झुका दित्तियां, ते जे जिस तरह आम हुंदा ही रहिंदा है खराब वापर गया तां उहदे नाल रुस गए। जे तैनूं मेरा ख्याल नहीं तां जा, मैं भी नहीं बोलदी तेरे नाल। पर जिंदगी विच जो भी ऊट पटांग वापरदा रहा सी अज तक, कदे इस तरह का कुछ नहीं सी वापरिया कि जमीन हचकोले खाण लग पवे ते खड़ोतियां रहण लई किसी रुख दी जां ढट्ठी हुई कंध दा जां सिर्फ हवा दा ही सहारा लैण लई हत्थ इंज सामणे उल्लर जावे बेबसी विच। बेबसी जही बेबसी बदहवास जिवें साह संग विच रुक गया होवे किसी सख्त पथरीले गोले वांगू। वक्त जिवें दम साध के खड़ो गया होवे। रात दे हनेरे पिंडे विचों जिवें सैकड़े हज़ारां डरावणे नौ उगाए होण। पसलियां दे उत्ते जिवें मणा भारी कोई सिल किसी ने लिया धरी होवे। जहाज जिथे भी रुकदा उत्थे बत्तियां दी चकाचौंध हुंदी, लोकां दा आउण जाण। मैं सोचदी इन्हां बत्तियां नूं नहीं पता, इन्हां लोकां नूं नहीं पता, नहीं तां सारा आलम साह रोक के खड़ो जांदा। राह विच सुखमनी साहब दा पाठ करन दी कोशिश कीती, पर अखर कदे बेकिनार पाणियां च घुर जांदे, कदे सहरावां दियां रेतां ते रींगण लगदे, कदे बह जांदे, कदे खलो जांदे, कदे तुर पैंदे ते अखरां दी भीड़ विचों कोई भी अखर पछाणिया ना जांदा। ਉਹ ਜਦੋਂ ਰਾਤੀ 에ਅਰ ਫਰਾਂਸ ਦੀ ਫਲਾਈਟ ਤੇ ਚੜੀ ਸੀ 27 ਮਈ ਨੂੰ, ਉਹ ਦਿਨ ਚੇਤੇ ਆਉਂਦਾ। ਉਹ ਵੇਲਾ ਜਦੋਂ ਉਹਨੇ ਕਾਲਾ ਸੂਟ ਪਾਇਆ ਸੀ। ਕਾਲਾ ਸੂਟ ਜਾਣ ਲੱਗਿਆਂ ਕਿਉਂ ਪਾ ਬੈਠੀ ਹੈ? ਮੇਰੀ ਗੁਆਂਢਣ ਨੇ ਨਾਗਵਾਰੀ ਨਾਲ ਪੁੱਛਿਆ। ਪਤਾ ਨਹੀਂ, ਕੱਲ ਉਚੇਚਾ ਜਾ ਕੇ ਕਾਲਾ ਕੱਪੜਾ ਲਿਆਈ ਏ, ਦਰਜੀ ਕੋਲੋਂ ਅਰਜੈਂਟ ਸਵਾਇਆ ਏ। ਅੱਜ ਸਵੇਰੇ ਮੇਰੇ ਨਾਲ ਬਾਜ਼ਾਰ ਗਈ ਸੀ ਤੇ ਮਸਾਂ ਲੱਭ ਕੇ ਪੀਲਾ ਲਾਲ ਰਾਜਸਥਾਨੀ ਦੁਪੱਟਾ ਲੱਭਿਆ ਏ। ਮੈਂ ਹੱਸ ਕੇ ਕਿਹਾ, ਸੋਹਣੀ ਲੱਗ ਰਹੀ ਹੈ ਨਾ? ਮੈਂ ਅਰਪਣਾ ਕੋਲੋਂ ਪੁੱਛਿਆ।
ਉਹ ਤੇ ਹੈ ਹੀ ਸੋਹਣੀ। ਅਰਪਣਾ ਉਹਨੂੰ ਬਹੁਤ ਪਿਆਰ ਕਰਦੀ ਸੀ, ਪਰ ਕਿਸੇ ਵੇਲੇ ਉਹਦੀ ਤਾਰੀਫ ਹੋਈ ਹੀ ਜਾਵੇ ਤਾਂ ਨਿੱਕਾ ਜਿਹਾ ਰੋਸ ਵੀ ਵਿਖਾਉਂਦੀ ਸੀ। ਛਨ ਛਨ ਕਰਦੀ ਉਹ ਅੰਦਰ ਬਾਹਰ ਤੁਰੀ ਫਿਰਦੀ ਸੀ, ਆਪਣੇ ਕੱਪੜੇ ਪੈਕ ਕਰਦੀ ਹੋਈ। ਹਾਊਸ ਕੋਟ ਤਾਂ ਸੱਚ ਯੂਨੀਵਰਸਿਟੀ ਹੋਸਟਲ 'ਚ ਹੀ ਰਹਿ ਗਿਆ ਏ। ਉਹਨੂੰ ਇੱਕਦਮ ਯਾਦ ਆਇਆ, ਮੇਰਾ ਲੈ ਜਾਣਾ। ਉਹ ਛੂਈਟ ਤੂੰ ਮੇਰੀ ਗੱਲ ਨਾਲ ਚੰਬੜ ਗਈ। ਗੱਲੇ ਗੱਲੇ ਬਹਾਨੇ ਬਹਾਨੇ ਉਹ ਮੈਨੂੰ ਜੱਫੀਆਂ ਪਾਉਂਦੀ ਰਹਿੰਦੀ ਸੀ, ਮੇਰਾ ਮੂੰਹ ਚੁੰਮਦੀ ਰਹਿੰਦੀ ਸੀ। ਰਤਾ ਵੀ ਉਦਾਸ ਹੋਵਾਂ ਤਾਂ ਚੁੱਪਚਾਪ ਰਾਤੀ ਆ ਕੇ ਮੇਰੇ ਗਲ ਲੱਗ ਕੇ ਲੇਟ ਜਾਂਦੀ ਸੀ। ਮੈਨੂੰ ਨੀਂਦ ਨਹੀਂ ਆ ਰਹੀ, ਤੁਹਾਡੇ ਕੋਲ ਲੇਟ ਜਾਵਾਂ? ਤੇ ਮੈਨੂੰ ਪਤਾ ਹੁੰਦਾ ਸੀ ਕਿ ਆਪਣੀ ਨੀਂਦਰ ਕਰਕੇ ਨਹੀਂ, ਸਿਰਫ ਮੇਰੇ ਨੀਂਦਰੇ ਕਰਕੇ ਗਲ ਲੱਗ ਕੇ ਸੌਂ ਗਈ ਏ। ਉਹਦਾ ਜਾਣਾ ਵੀ ਅਜੀਬ ਸੀ। ਸਕਾਲਰਸ਼ਿਪ ਮਿਲਿਆ ਸੀ 2 ਮਹੀਨਿਆਂ ਲਈ ਫਰਾਂਸ ਜਾਣ ਦਾ। ਟਿਕਟ ਮਿਲ ਗਈ ਸੀ, ਸਿਰਫ ਟਿਕਟ ਉੱਤੇ ਫਲਾਈਟ ਦੀ ਤਾਰੀਖ ਪਾਉਣੀ ਸੀ। 15 ਤਰੀਕ ਜਾਣਾ ਸੀ। ਰੋਜ਼ ਮੇਰੇ ਨਾਲ 에ਅਰ ਫਰਾਂਸ ਦੇ ਦਫ਼ਤਰ ਜਾਂਦੀ ਸੀ। ਅਗਲੇ ਦਿਨ ਦੀ ਫਲਾਈਟ ਕੈਂਸਲ ਕਰਵਾ ਕੇ ਉਸ ਤੋਂ ਅਗਲੇ ਦਿਨ ਦੀ ਤਾਰੀਖ ਪਵਾ ਲਿਆਉਂਦੀ ਸੀ ਤੇ ਇਸ ਤਰ੍ਹਾਂ 11 ਦਿਨ ਗੁਜ਼ਰ ਗਏ ਸਨ। ਕੈਂਡੀ, ਅਜੀਬ ਗੱਲ ਏ, ਤੇਰੀ ਉਮਰ 'ਚ ਕਿਸੇ ਨੂੰ ਬਾਹਰ ਜਾਣ ਦਾ ਚਾਂਸ ਮਿਲੇ ਤਾਂ ਕੋਈ ਉੱਡਦਾ ਫਿਰੇ, ਇੱਕ ਵੀ ਦਿਨ ਜ਼ਾਇਆ ਨਾ ਕਰੇ, ਤੇ ਤੂੰ 11 ਦਿਨ ਗਵਾ ਲਏ ਨੇ। ਮੈਂ ਆਖਰ ਖਿੱਝ ਕੇ ਕਿਹਾ, ਤੁਹਾਨੂੰ ਇੰਨਾ ਵੀ ਪਤਾ ਨਹੀਂ ਕਿ ਕਿਉਂ ਨਹੀਂ ਜਾ ਰਹੀਆਂ? ਉਹ ਲਾਡ ਨਾਲ ਮੇਰੀ ਗੱਲ ਲੱਗ ਗਈ। ਤੁਸੀਂ ਨਾਲ ਚੱਲੋ ਨਾ, ਫੇਰ ਜਾਵਾਂਗੇ। ਚੱਲੀ ਕੁੜੀ, ਚੱਲ ਤੂੰ ਹੁਣ ਰਤਾ ਰਾਹ ਵੇਖ ਕੇ ਆ, ਫਿਰ ਤਿੰਨੇ ਰਲ ਕੇ ਚੱਲਾਂਗੇ। ਤੂੰ ਸਾਡੀ ਗਾਈਡ ਬਣ ਜਾਈਂ। ਕਿਉਂ ਅਰਪਣਾ? ਮੈਂ ਉਹਦੇ ਸਿਆਹ ਰੇਸ਼ਮੀ ਵਾਲਾਂ ਨੂੰ ਦੁਲਾਰਦਿਆਂ ਕਿਹਾ। ਨਹੀਂ, ਮੇਰਾ ਨਹੀਂ ਜੀ ਕਰਦਾ ਤੁਹਾਡੇ ਨਾਲੋਂ ਨਿਖੜਨ ਤੇ। ਉਹ ਮੱਚਲ ਗਈ ਬੱਚਿਆਂ ਵਾਂਗੂ। ਪਾਗਲ ਏ ਤੂੰ ਤੇ, ਏਡੀ ਚੰਗੀ ਆਪਰਚੁਨਿਟੀ ਕੋਈ ਛੱਡਦਾ ਹੈ? ਚੱਲ ਹੁਣ 1.5 ਮਹੀਨਾ ਹੀ ਰਹਿ ਜਾਣਾ ਹੈ ਵਿੱਚੋਂ, ਤੇ 15 ਦਿਨ ਤੇ ਮਾਂ ਦੀ ਪਰਿਕਰਮਾ ਕਰਦਿਆਂ ਹੀ ਗਵਾ ਲਏ ਤੂੰ। ਭੱਜ ਜਾ ਹੁਣ। ਅੱਛਾ, 28 ਤਰੀਕ ਜਾਵਾਂਗੀ। ਬਈ 28 ਤਰੀਕ ਤਾਂ ਮੈਂ ਉਹਨਾਂ ਹੰਗੇਰੀਅਨਾਂ ਨੂੰ ਬੁਲਾਇਆ, ਤੈਨੂੰ ਏਅਰਪੋਰਟ ਛੱਡਣ ਕਿਸ ਤਰ੍ਹਾਂ ਜਾਵਾਂਗੀ? ਲਓ ਜੀ, ਫਰਾਂਸ ਕੱਲਿਆਂ ਭੇਜਦੇ ਨੇ ਤੇ ਏਅਰਪੋਰਟ ਤੱਕ ਕੱਲਿਆਂ ਨਹੀਂ ਜਾ ਸਕਦੀ ਮੈਂ। ਨਹੀਂ, ਬਿਲਕੁਲ ਨਹੀਂ। ਫਿਰ 29 ਨੂੰ ਜਾਵੇਂ। ਪਰ ਉਸੇ ਦਿਨ ਕਿਸੇ ਨੇ ਉਹਨੂੰ ਦੱਸਿਆ ਕਿ 30 ਤਰੀਕ ਤੱਕ ਜਿਹੜੇ ਸਟੂਡੈਂਟ ਨਾ ਪਹੁੰਚਣ ਉਹਨਾਂ ਦਾ ਸਕਾਲਰਸ਼ਿਪ ਕੈਂਸਲ ਹੋ ਜਾਂਦਾ ਹੈ। ਸੋ ਅਗਲੇ ਦਿਨ ਯਾਨੀ 27 ਤਾਰੀਖ ਦੀ ਫਲਾਈਟ ਹੀ ਬੁੱਕ ਕਰਵਾ ਲਈ। ਕਾਲਾ ਸ਼ਾਹ ਸੂਟ ਉੱਤੇ ਰਾਜਸਥਾਨੀ ਮਲਮਲ ਦਾ ਪੀਲਾ ਸੁਰਖ ਦੁਪੱਟਾ, ਫੁੰਮਣਾ ਵਾਲੀ ਪਰਾਂਦੀ, ਮੱਥੇ ਤੇ ਸੰਧੂਰ ਦੀ ਚੌੜੀ ਗੋਲ ਬਿੰਦੀ, ਸ਼ਹਿਦ ਦੇ ਕਟੋਰੇ ਵਰਗਾ ਮੂੰਹ, ਚਾਨਣ ਦੇ ਕਟੋਰਿਆਂ ਵਰਗੀਆਂ ਅੱਖਾਂ, ਪੈਰਾਂ ਵਿੱਚ ਝਾਂਜਰਾਂ, ਗਲ ਵਿੱਚ ਕਾਲੀ ਚਾਂਦੀ ਦੀ ਮੋਟੀ ਗਾਨੀ ਛਮ ਛਮ ਕਰਦੀ। ਉਹ ਜਿਸ ਵੇਲੇ ਏਅਰਪੋਰਟ ਤੇ ਇਧਰੋਂ ਉਧਰ ਜਾਂਦੀ ਸੀ ਤਾਂ ਸੈਂਕੜੇ ਅੱਖਾਂ ਉਹਦੇ ਨਾਲ ਨਾਲ ਘੁੰਮਦੀਆਂ ਸਨ ਤੇ ਮਾਣ ਨਾਲ ਮੇਰੀ ਛਾਤੀ 'ਚ ਸਾਹ ਚੌੜਾ ਹੋ ਕੇ ਫੈਲ ਜਾਂਦਾ ਸੀ, ਛਾਤੀ ਦੇ ਮਾਪ ਨਾਲੋਂ ਵੱਡਾ। ਜਿੱਡਾ ਲੰਮਾ ਉਹ ਸਫ਼ਰ ਸੀ ਇੱਥੋਂ ਫਰੈਂਕਫਰਟ ਦਾ ਤੇ ਫਿਰ ਫਰੈਂਕਫਰਟ ਤੋਂ ਪੈਰਿਸ ਦਾ, ਉੱਡਾ ਲੰਮਾ ਸਫ਼ਰ ਕਦੇ ਕਿਸੇ ਨੇ ਨਹੀਂ ਕੀਤਾ ਹੋਣਾ। ਉਹ ਸਫ਼ਰ ਦਿਨਾਂ ਰਾਤਾਂ ਦੀਆਂ ਹੱਦਾਂ ਪਾਰ ਕਰਕੇ ਅਸੀਮ ਸਮਿਆਂ ਤੇ ਫੈਲ ਗਿਆ ਸੀ। ਰੁਕਿਆ ਹੋਇਆ ਬੁੱਢਾ ਸਮਾਂ ਕਿਸੇ ਹੀਲੇ ਨਹੀਂ ਸੀ ਤੁਰ ਰਿਹਾ। ਉਹ ਸਫ਼ਰ ਅਸੀਮਤਾ ਤੋਂ ਅਸੀਮਤਾ ਤੱਕ ਦਾ ਸਫ਼ਰ ਸੀ, ਲੱਗਦਾ ਸੀ ਕਦੇ ਖਤਮ ਨਹੀਂ ਹੋਏਗਾ। ਪੈਰਿਸ ਏਅਰਪੋਰਟ ਤੇ ਇੱਕ ਬੰਦਾ ਮੈਨੂੰ ਲੱਭ ਰਿਹਾ ਸੀ। 15 ਤਰੀਕ ਨੂੰ ਹੀ ਦਿੱਲੀੋਂ ਇੱਕ ਕਿਸੇ ਦੋਸਤ ਕਮਲ ਬਖਸ਼ੀ ਨੇ ਪੈਰਿਸ ਵਿੱਚ ਇੰਡੀਅਨ ਐਮਬੈਸੀ ਨੂੰ ਫੋਨ ਕਰ ਦਿੱਤਾ ਸੀ ਤੇ ਐਮਬੈਸੀ ਦਾ ਇੱਕ ਅਫਸਰ ਮੈਨੂੰ ਹੌਸਲਾ ਦੇਣ ਲਈ ਤੇ ਅੱਗੋਂ ਲੀਓ ਦੀ ਫਲਾਈਟ ਤੇ ਬਿਠਾਉਣ ਲਈ ਆਇਆ ਖੜੋਤਾ ਸੀ। ਪਰ ਉਹਨੂੰ ਮਿਲਣ ਤੋਂ ਪਹਿਲਾਂ ਹੀ ਮੈਂ ਐਮਬੈਸੀ ਫੋਨ ਕਰਨ ਦੀ ਪੂਰੀ ਵਾਹ ਲਾ ਥੱਕੀ ਸਾਂ। ਮੇਰੇ ਡਾਲਰ ਉੱਥੇ ਕਿੱਥੇ ਭੱਜਣੇ ਸਨ, ਕੁਝ ਪਤਾ ਨਹੀਂ ਸੀ ਲੱਗ ਰਿਹਾ। ਇੱਕ ਥਾਂ ਤੇ ਫੋਨ ਪਿਆ ਵੇਖਿਆ, ਸ਼ਾਇਦ ਲੁਫਤਾਂਜਾ ਦਾ ਹੀ ਦਫ਼ਤਰ ਸੀ ਤੇ ਮੈਂ ਉਹਨਾਂ ਦੀ ਪੈਸੰਜਰ ਸਾਂ। ਪਰ ਉੱਥੇ ਡਿਊਟੀ ਤੇ ਕੋਈ ਫ੍ਰੈਂਚ ਬੰਦਾ ਸੀ। ਉਹਨੂੰ ਮੇਰੀ ਗੱਲ ਬਿਲਕੁਲ ਸਮਝ ਨਹੀਂ ਸੀ ਆ ਰਹੀ। ਡਾਇਰੈਕਟਰੀ ਵੇਖਣ ਦੀ ਕੋਸ਼ਿਸ਼ ਕੀਤੀ, ਉਹ ਵੀ ਫ੍ਰੈਂਚ ਵਿੱਚ ਸੀ। ਬਦਾਵਾਸੀ ਦੀ ਹਾਲਤ ਵਿੱਚ ਮੀਲਾਂ ਵਿੱਚ ਫੈਲੀ ਏਅਰਪੋਰਟ ਤੇ ਘੁੰਮ ਰਹੀ ਸਾਂ ਕਿ ਉਸ ਬੰਦੇ ਨੇ ਆ ਕੇ ਮੇਰਾ ਨਾਮ ਪੁੱਛਿਆ। ਏਡੇ ਕਰੜੇ ਵਕਤ 'ਚ ਵੀ ਇੱਕ ਨਿੱਕੀ ਜੀ ਗੱਲ ਨਾਲ ਜਿਹੜਾ ਨਿੱਕਾ ਜਿਹਾ ਆਰਾਮ ਮਿਲਦਾ ਹੈ, ਉਹ ਵੀ ਹੈਰਾਨੀ ਦੀ ਗੱਲ ਹੈ। ਉਹਨੇ ਕਿਹਾ ਐਮਬੈਸੀ ਦੇ ਫਸਟ ਸੈਕਟਰੀ ਦਿਲਾਵਰੀ ਸਾਹਿਬ ਉਸ ਸਵੇਰ ਲੀਓ ਚਲੇ ਗਏ ਸਨ, ਉੱਥੇ ਹੀ ਹੋਣਗੇ। ਕਿਉਂ? ਜ਼ਿਆਦਾ ਖਰਾਬ ਸੀ ਹਾਲਤ? ਮੈਂ ਹੋਰ ਘਬਰਾ ਗਈ। ਨਹੀਂ, ਅੱਜ ਸਵੇਰੇ ਦਿੱਲੀ ਤੋਂ ਕਮਲ ਬਖਸ਼ੀ ਦਾ ਫੋਨ ਆਇਆ ਸੀ, ਐਕਸਟਰਨਲ ਅਫੇਅਰਸ ਮਿਨਿਸਟਰੀ ਤੋਂ। ਉਹਨਾਂ ਨੇ ਪਰਸਨਲ ਰਿਕੁਐਸਟ ਕੀਤੀ ਸੀ ਕਿ ਬੱਚੀ ਦਾ ਖਿਆਲ ਰੱਖੀਏ। ਸੋ ਅੰਬੈਸਡਰ ਸਾਹਿਬ ਨੇ ਦਿਲਾਵਰੀ ਸਾਹਿਬ ਨੂੰ ਭੇਜ ਦਿੱਤਾ। ਪਰ ਹਾਲਤ ਦਾ ਕੁਝ ਪਤਾ ਹੈ? ਵੇਖੋ, 12 ਤਰੀਕ ਐਕਸੀਡੈਂਟ ਹੋਇਆ ਸੀ, ਅੱਜ 16 ਹੋ ਗਈ।
ਜੇ ਹਾਲੀ ਤੱਕ ਠੀਕ ਹੈ ਤੇ ਪਰਮਾਤਮਾ ਠੀਕ ਹੀ ਕਰੇਗਾ ਅੱਗੋਂ ਵੀ। ਪਰਮਾਤਮਾ ਨੂੰ ਠੀਕ ਕਰਨਾ ਪਏਗਾ, ਮੇਰੇ ਦਿਲ ਨੇ ਪੂਰੀ ਦ੍ਰਿੜਤਾ ਨਾਲ ਕਿਹਾ। ਉਹ ਮੈਨੂੰ ਲੀਓ ਦੀ ਫਲਾਈਟ ਤੱਕ ਪਹੁੰਚਾ ਕੇ ਚਲਾ ਗਿਆ। ਫਲਾਈਟ ਅਨਾਉਂਸ ਹੋਈ, ਜਾ ਕੇ ਬੈਠੀ। ਹਵਾਈ ਜਹਾਜ਼ ਲੀਓ ਉਤਰਿਆ। ਅੱਗੇ ਕੱਜਣ ਤੇ ਇੱਕ ਲੰਮਾ ਉੱਚਾ ਸਰਦਾਰ ਮੈਨੂੰ ਲੈਣ ਲਈ ਖੜੋਤੇ ਸਨ। ਕੱਜਣ ਨੇ ਝੁੱਕ ਕੇ ਮੇਰੇ ਪੈਰਾਂ ਨੂੰ ਹੱਥ ਲਾਇਆ। ਇਹ ਦਿਲਾਵਰੀ ਸਾਹਿਬ ਨੇ, ਉਹਨੇ ਮੈਨੂੰ ਦੱਸਿਆ। ਕੈਂਡੀ ਦਾ ਕੀ ਹਾਲ ਹੈ? ਵਾਹਿਗੁਰੂ ਠੀਕ ਕਰਨਗੇ, ਦਿਲਾਵਰੀ ਨੇ ਕਿਹਾ। ਉਹਨਾਂ ਦੀ ਆਵਾਜ਼ ਸੰਭਲੀ ਹੋਈ ਸੀ। ਮੈਨੂੰ ਰਤਾ ਕੋ ਹੌਸਲਾ ਹੋਇਆ। ਕੋਈ ਖਤਰਾ ਤਾਂ ਨਹੀਂ? ਵਾਹਿਗੁਰੂ ਅੱਗੇ ਅਰਦਾਸ ਕਰੋ, ਉਹ ਮੇਰਾ ਛੋਟਾ ਜਿਹਾ ਬਕਸਾ ਆਪਣੇ ਹੱਥ 'ਚ ਲੈਂਦੇ ਹੋਏ ਬੋਲੇ। ਮੇਰੀਆਂ ਲੱਤਾਂ 'ਚ ਜਿਵੇਂ ਜਾਨ ਨਿਕਲ ਗਈ। ਕੱਜਣ ਦੀ ਬਾਂਹ ਦਾ ਸਹਾਰਾ ਲੈ ਕੇ ਮੈਂ ਸਿਰ ਉਹਦੇ ਮੋਢੇ ਤੇ ਰੱਖ ਦਿੱਤਾ। ਸਾਰੇ ਰਾਹ ਦਾ ਡੱਕਿਆ ਰੋਣ ਜਿਵੇਂ ਛਾਤੀ ਪਾੜ ਕੇ ਵਹਿ ਤੁਰਿਆ। ਵਾਹਿਗੁਰੂ ਆਖੋ ਜੀ, ਦਿਲਾਵਰੀ ਸਾਹਿਬ ਮੈਨੂੰ ਤਸੱਲੀ ਦੇਣ ਦੀ ਕੋਸ਼ਿਸ਼ ਕਰ ਰਹੇ ਸਨ। ਪਹਿਲੋਂ ਇਹ ਸਮਾਨ ਰੱਖ ਲਈਏ? ਨਹੀਂ, ਪਹਿਲੋਂ ਮੈਨੂੰ ਮੇਰੀ ਧੀ ਕੋਲ ਲੈ ਚਲੋ। ਹਸਪਤਾਲ ਸਫੈਦ ਕਿਲੇ ਵਰਗੀ ਉੱਚੀ ਇਮਾਰਤ, ਬਾਹਰ ਕੋਈ ਬੰਦਾ ਨਜ਼ਰ ਨਹੀਂ ਸੀ ਆ ਰਿਹਾ। ਭਿਆਨਕ ਖਾਮੋਸ਼ੀ। ਪੌੜੀਆਂ ਚੜ੍ਹਦਿਆਂ ਲੱਗਾ ਜਿਵੇਂ ਕਿਸੇ ਪੁਰਾਣੇ ਖੰਡਰ ਦੀਆਂ ਪੌੜੀਆਂ ਚੜ੍ਹ ਰਹੇ ਸਾਂ। ਉੱਤੇ ਛੋਟੀ ਜਿਹੀ ਗੈਲਰੀ ਸੀ, ਪੌੜੀਆਂ ਦੀ ਹੀ ਗੈਲਰੀ। 4-5 ਜਿੰਨੇ ਵੀ ਦਰਵਾਜ਼ੇ ਉਸ ਗੈਲਰੀ 'ਚ ਖੁੱਲ੍ਹਦੇ ਸਨ, ਸਭ ਬੰਦ ਸਨ ਅੰਦਰੋਂ। ਸਾਹਮਣੀ ਕੰਧ ਤੇ ਇੱਕ ਫੋਨ ਲੱਗਾ ਹੋਇਆ ਸੀ। ਉਹਦਾ ਰਿਸੀਵਰ ਚੁੱਕ ਕੇ ਕੱਜਣ ਨੇ ਉਹਦੇ ਮਾਊਥ ਪੀਸ 'ਚ ਫ੍ਰੈਂਚ ਵਿੱਚ ਕੁਝ ਬੋਲਿਆ ਤੇ ਫਿਰ ਫੋਨ ਰੱਖ ਦਿੱਤਾ। ਇੱਕ ਛੋਟਾ ਜਿਹਾ ਬੈਂਚ ਪਿਆ ਸੀ। ਅਸੀਂ ਤਿੰਨੋਂ ਖਾਮੋਸ਼ ਉਹਦੇ ਤੇ ਬਹਿ ਗਏ। ਅੱਧਾ ਘੰਟਾ ਬੀਤ ਗਿਆ, ਕੋਈ ਦਰਵਾਜ਼ਾ ਨਹੀਂ ਖੁੱਲਿਆ। ਕੱਜਣ ਨੇ ਫਿਰ ਉਸ ਫੋਨ ਦੇ ਮਾਊਥ ਪੀਸ 'ਚ ਕੁਝ ਕਿਹਾ, ਫ੍ਰੈਂਚ ਵਿੱਚ, ਜਿਵੇਂ ਤਰਲੇ ਕਰ ਰਿਹਾ ਹੋਵੇ। ਇੱਕ ਹੀ ਲਫ਼ਜ਼ ਬਾਰ-ਬਾਰ ਦੁਹਰਾਉਂਦਾ ਸੀ ਜਿਹੜਾ ਰਤਾ ਕੋ ਸਮਝ ਆਉਂਦਾ ਸੀ, ਮਰਸੀ। ਜੁਗਾਂ ਜਿੱਡੇ ਲੰਮੇ ਚਿਰ ਮਗਰੋਂ ਇੱਕ ਦਰਵਾਜ਼ੇ ਦਾ ਸਿਰਫ ਉਤਲਾ ਹਿੱਸਾ ਖੁੱਲਿਆ, ਬਾਰੀ ਵਾਂਗੂ। ਸਫੈਦ ਕੋਟ ਵਾਲਾ ਇੱਕ ਬੰਦਾ, ਸ਼ਾਇਦ ਡਾਕਟਰ ਸੀ। ਕੱਜਣ ਨੇ ਉਹਨੂੰ ਜਾ ਕੇ ਸਮਝਾਇਆ, ਮੇਰੇ ਵੱਲ ਹੱਥ ਕਰ ਕਰਕੇ, ਸ਼ਾਇਦ ਕਹਿ ਰਿਹਾ ਸੀ, ਇਹ ਉਹਦੀ ਮਾਂ ਆਈ ਏ। ਮੰਨਿਆ ਇਹ ਮਿਲਣ ਦਾ ਵਕਤ ਨਹੀਂ, ਪਰ ਏਡੀ ਦੂਰੋਂ ਆਈ ਹੈ, ਆਪਣੀ ਧੀ ਨੂੰ ਇੱਕ ਨਜ਼ਰ ਵੇਖਣਾ ਚਾਹੁੰਦੀ ਏ, ਮਿਹਰਬਾਨੀ ਕਰੋ। ਉਹ ਡਾਕਟਰ ਚੁੱਪਚਾਪ ਸੁਣਦਾ ਰਿਹਾ, ਕੁਝ ਨਹੀਂ ਬੋਲਿਆ। ਫਿਰ ਖਿੜਕੀ ਬੰਦ ਕਰਕੇ ਚਲਾ ਗਿਆ। ਇੱਕ ਹੋਰ ਜੁਗ ਪਿੱਛੋਂ ਸਾਈਡ ਵਾਲਾ ਦਰਵਾਜ਼ਾ ਖੁੱਲਿਆ। ਕੋਈ ਨਜ਼ਰ ਨਹੀਂ ਆਇਆ, ਸਿਰਫ ਬੂਹਾ ਖੁੱਲ ਗਿਆ। ਕੱਜਣ ਨੇ ਮੇਰਾ ਹੱਥ ਫੜ ਕੇ ਮੈਨੂੰ ਉਠਾਇਆ। ਦਿਲਾਵਰੀ, ਮੈਂ ਤੇ ਕੱਜਣ ਉਸ ਦਰਵਾਜ਼ੇ ਵਿੱਚੋਂ ਦਾਖਲ ਹੋਏ। ਇੱਕ ਗਲਿਆਰਾ ਸੀ, ਵਰਾਂਡਾ। ਖੱਬੇ ਹੱਥ ਮੋਟੇ ਆਰ-ਪਾਰ ਨਾ ਦਿਸਣ ਵਾਲੇ ਓਪੇਕ ਸ਼ੀਸ਼ੇ ਤੇ ਸੱਜੇ ਹੱਥ ਕਮਰਿਆਂ ਦੀਆਂ ਕਤਾਰਾਂ, ਜਿਨ੍ਹਾਂ ਨੂੰ ਇਸ ਗਲਿਆਰੇ ਨਾਲੋਂ ਵੱਡੇ-ਵੱਡੇ ਸ਼ੀਸ਼ਿਆਂ ਵਾਲੀਆਂ ਬਾਰੀਆਂ ਵੱਖ ਕਰਦੀਆਂ ਸਨ, ਤੇ ਉਹ ਬਾਰੀਆਂ ਕਮਰਿਆਂ ਦੇ ਅੰਦਰਲੇ ਪਾਸਿਓਂ ਬੰਦ ਸਨ। 5-7 ਕਮਰੇ ਲੰਘ ਕੇ ਅਚਾਨਕ ਅਸੀਂ ਸਾਰੇ ਠਿਠਕ ਕੇ ਖੜੋ ਗਏ। ਸਾਹਮਣੇ ਕੈਂਡੀ ਸੀ, ਕੱਚ ਦੀ ਦੀਵਾਰ ਦੇ ਉਸ ਪਾਰ, ਮੰਜੀ ਤੇ ਲੇਟੀ ਹੋਈ, ਸਿੱਧੀ, ਉਸੇ ਤਰ੍ਹਾਂ ਖੂਬਸੂਰਤ, ਲੱਟ-ਲੱਟ ਜਗਦਾ ਮੂੰਹ, ਚਮ-ਚਮ ਚਮਕਦੀਆਂ ਚਾਨਣ ਦੇ ਕਟੋਰੀਆਂ ਵਰਗੀਆਂ ਅੱਖਾਂ, ਤਿੱਖੇ ਤਰਾਸ਼ੇ ਹੋਏ ਨੱਕ 'ਚ ਹੀਰੇ ਦਾ ਲੌਂਗ, ਸਿਆਹ ਰੇਸ਼ਮੀ ਵਾਲ ਸਿਰਹਾਣੇ ਤੋਂ ਫੈਲੇ ਹੋਏ। ਕੈਂਡੀ, ਮੈਂ ਕਿਹਾ। ਕੱਜਣ ਨੇ ਲੱਕੜ ਦੀ ਦੀਵਾਰ ਦੇ ਨਾਲ ਲੱਗੇ ਟੈਲੀਫੋਨ ਦਾ ਰਿਸੀਵਰ ਚੁੱਕ ਕੇ ਮੇਰੇ ਹੱਥ ਫੜਾ ਦਿੱਤਾ। ਮੈਂ ਵੇਖਿਆ, ਕੈਂਡੀ ਮੁਸਕਰਾ ਰਹੀ ਸੀ। ਉਧਰ ਅੰਦਰ ਉਹਦੀ ਨਰਸ ਨੇ ਟੈਲੀਫੋਨ ਦਾ ਇੱਕ ਛੋਟਾ ਜਿਹਾ ਰਿਸੀਵਰ ਉਹਦੇ ਕੰਨ ਨਾਲ ਲਾ ਦਿੱਤਾ। ਕੈਂਡਲੂ, ਕੀ ਹਾਲ ਹੈ ਮੇਰੇ ਬੱਚੇ? ਮੈਂ ਤੇ ਬਿਲਕੁਲ ਠੀਕ ਹਾਂ ਅੰਮੀ, ਤੁਸੀਂ ਕਿਸ ਤਰ੍ਹਾਂ ਆ ਗਏ? ਮੈਨੂੰ ਪਤਾ ਲੱਗ ਗਿਆ ਸੀ ਮੇਰੀ ਧੀ ਬਿਮਾਰ ਏ। ਮੈਂ ਦੌੜ ਕੇ ਆ ਗਈ। ਬੜੀ ਬਹਾਦਰੀ ਨਾਲ ਮੈਂ ਅਥਰੂ ਛੁਪਾ ਰਹੀ ਸਾਂ, ਆਵਾਜ਼ ਵਿੱਚ ਮੁਸਕਰਾਹਟ ਭਰ ਰਹੀ ਸਾਂ। ਆਵਾਜ਼ ਨੂੰ ਦੋਹਾਂ ਹੱਥਾਂ ਨਾਲ ਮੋਢਿਆਂ ਤੋਂ ਫੜ ਕੇ ਲੜਖੜਾਉਣੋਂ ਬਚਾ ਰਹੀ ਸਾਂ। ਤੁਹਾਨੂੰ ਕੱਜਣ ਨੇ ਫੋਨ ਕੀਤਾ ਸੀ? ਮੈਂ ਤੇ ਉਹਨੂੰ ਕਿਹਾ ਵੀ ਸੀ, ਮੇਰੀ ਅੰਮੀ ਨੂੰ ਫਿਕਰ ਨਾ ਪਾਈ, ਮੈਂ ਤੇ ਹੁਣ ਠੀਕ ਵੀ ਹੋ ਜਾਣਾ। ਮੈਨੂੰ ਪਤਾ ਹੈ ਤੂੰ ਠੀਕ ਹੋ ਜਾਣਾ ਹੈ, ਇਸੇ ਕਰਕੇ ਤੇ ਆਈ ਹਾਂ। ਫਿਰ ਅਸੀਂ ਦੋਵੇਂ ਸੈਰ ਕਰਾਂਗੀਆਂ ਨਾ। ਕਿੱਥੇ? ਉਹ ਮੁਸਕਰਾ ਰਹੀ ਸੀ। ਉਹਦੀ ਆਵਾਜ਼ 'ਚ ਵਿਸ਼ਵਾਸ ਸੀ, ਉਤਸ਼ਾਹ ਸੀ, ਚਾਅ ਸੀ, ਤਸੱਲੀ ਸੀ। ਮਾਂ ਆ ਗਈ ਏ, ਹੁਣ ਸਭ ਠੀਕ ਹੋ ਜਾਏਗਾ। ਜਿਹੜੀ ਵੀ ਥਾਂ ਤੈਨੂੰ ਪਸੰਦ ਹੋਵੇ। ਮੈਂ ਤਾਂ ਵਾਪਸ ਆ ਰਹੀ ਸਾਂ, ਰਾਹ ਵਿੱਚ ਗ੍ਰੀਸ ਜਾ ਰਹੀ ਸਾਂ। ਵਾਪਸ ਆ ਰਹੀ ਸਾਂ? ਮੇਰੀਆਂ ਅੰਦਰਾਂ ਧਰੂਈਆਂ ਗਈਆਂ। ਗ੍ਰੀਸ ਚੱਲਾਂਗੇ ਫਿਰ? ਨਹੀਂ, ਹੁਣ ਨਹੀਂ ਜਾਣਾ ਗ੍ਰੀਸ। ਤਾਂ ਲੰਦਨ ਚੱਲਾਂਗੇ। ਠੀਕ ਹੈ, ਲੰਦਨ ਚੱਲਾਂਗੇ। ਛੇਤੀ ਠੀਕ ਹੋ ਜਾ ਤੂੰ। ਮੈਂ ਤੇਰੇ ਕੋਲ ਬੈਠੀ ਹਾਂ, ਬਿਲਕੁਲ ਤੇਰੇ ਕੋਲ, ਤੈਨੂੰ ਝੋਲੀ 'ਚ ਲੈ ਕੇ। ਪਰ ਇਹ ਲੋਕ ਤਾਂ ਤੁਹਾਨੂੰ ਮੇਰੇ ਕੋਲ ਨਹੀਂ ਆਉਣ ਦੇਣਗੇ, ਝੋਲੀ 'ਚ ਸਿਰ ਨਹੀਂ ਰੱਖਣ ਦੇਣਗੇ। ਉਹ ਉਦਾਸ ਹੋ ਗਈ। ਬਸ
ਇੱਕ ਅੱਧ ਦਿਨ ਦੀ ਤਾਂ ਗੱਲ ਹੈ, ਫਿਰ ਤੂੰ ਤੇ ਮੈਂ ਜੱਫੀ ਪਾ ਕੇ ਲੇਟਾਂਗੀਆਂ ਸਾਰਾ ਦਿਨ, ਸਾਰੀ ਰਾਤ, ਤੇ ਤੂੰ ਫਟਾਫਟ ਠੀਕ ਹੋ ਜਾਏਂਗੀ। ਪਰ ਲੰਦਨ ਦਾ ਵੀਜ਼ਾ ਸਭ ਬਣਵਾ ਦੇਣਗੇ ਦਿਲਾਵਰੀ ਸਾਹਿਬ, ਤੂੰ ਫਿਕਰ ਨਾ ਕਰ। ਇਹਨਾਂ ਨੂੰ ਪਤਾ ਹੈ ਕਿਹਨੇ ਫੋਨ ਕੀਤਾ ਸੀ, ਕਮਲ ਬਖਸ਼ੀ ਨੇ। ਉਹ ਮੁਸਕਰਾ ਪਈ। ਤੁਸੀਂ ਮੇਰੇ ਕੋਲ ਹੀ ਰਹੋਗੇ ਨਾ? ਬਿਲਕੁਲ ਕੋਲ, ਮੇਰੀ ਰਾਣੀ ਧੀ। ਮੈਂ ਦਿਨ ਰਾਤ ਇੱਥੇ ਤੇਰੇ ਕੋਲ ਬੈਠੀ ਰਹਾਂਗੀ। ਇੰਨੇ ਚਿਰ ਨੂੰ ਉਹਦੀ ਨਰਸ ਨੇ ਪਤਾ ਨਹੀਂ ਉਹਨੂੰ ਕੀ ਕਿਹਾ, ਉਦਾਸ ਹੋ ਗਈ। ਕਹਿਣ ਲੱਗੀ, ਅੰਮੀ ਤੁਸੀਂ ਰੋਟੀ ਖਾਧੀ ਹੈ ਕਿ ਨਹੀਂ ਅਜੇ? ਜ਼ਰਾ ਕੱਜਣ ਨੂੰ ਫੋਨ ਦਿਓ। ਮੈਂ ਫੋਨ ਕੱਜਣ ਦੇ ਹੱਥ ਫੜਾ ਦਿੱਤਾ। ਕੱਜਣ ਅਜੇ ਉਹਦੇ ਨਾਲ ਗੱਲ ਕਰ ਰਿਹਾ ਸੀ ਫ੍ਰੈਂਚ ਵਿੱਚ ਕਿ ਗਲਿਆਰੇ ਦੇ ਦਰਵਾਜ਼ੇ ਕੋਲੋਂ ਹੀ ਸਫੈਦ ਕੋਟ ਵਾਲਾ ਡਾਕਟਰ ਨਜ਼ਰ ਆਇਆ। ਸਾਨੂੰ ਹੱਥ ਦੇ ਇਸ਼ਾਰੇ ਨਾਲ ਬਾਹਰ ਨਿਕਲਣ ਲਈ ਸੱਦ ਰਿਹਾ ਸੀ। ਕੱਜਣ ਨੇ ਕਿਹਾ, ਚਲੋ ਅੰਮੀ, ਕੈਂਡੀ ਕਹਿੰਦੀ ਏ ਪਹਿਲੋਂ ਮੇਰੀ ਮਾਂ ਨੂੰ ਰੋਟੀ ਖਵਾ, ਫਿਰ ਸਵਾ ਦੇ, ਥੱਕੀ ਹੋਈ ਆਈਏ ਕਿੱਡੀ ਦੂਰੋਂ। ਪਰ ਕਿਉਂ? ਮੈਂ ਰਾਤੀ ਇੱਥੇ ਵਰਾਂਡੇ 'ਚ ਨਹੀਂ ਬਹਿ ਸਕਦੀ। ਕੀ ਕਰੋਗੇ ਬਹਿ ਕੇ? ਦਿਲਾਵਰੀ ਨੇ ਕਿਹਾ। ਆਪਣੀ ਧੀ ਕੋਲ ਰਹਾਂਗੀ, ਉਹਨੂੰ ਹੌਸਲਾ ਰਹੇਗਾ, ਮੈਨੂੰ ਵੀ ਰਹੇਗਾ। ਨਹੀਂ, ਉਹ ਡਾਕਟਰ ਨਾਰਾਜ਼ ਹੋਏਗਾ। ਅੰਦਰ ਨਰਸ ਵੀ ਨਾਰਾਜ਼ ਹੋ ਰਹੀ ਹੈ। ਅਸੀਂ ਇੱਥੇ ਕਿਸੇ ਨੂੰ ਨਾਰਾਜ਼ ਕਰਨਾ ਅਫੋਰਡ ਨਹੀਂ ਕਰ ਸਕਦੇ। ਕੱਜਣ ਦੀ ਆਵਾਜ਼ ਉਦਾਸ ਸੀ। ਹਸਪਤਾਲ ਦਾ ਕਾਨੂੰਨ ਨਹੀਂ, ਦਿਲਾਵਰੀ ਨੇ ਕਿਹਾ। ਮੈਂ ਕੈਂਡੀ ਵੱਲ ਤੱਕ ਕੇ ਹੱਥ ਹਿਲਾਇਆ। ਨਿਹਾਇਤ ਬੇਬਸੀ ਨਾਲ ਉਹ ਮੁਸਕਰਾ ਪਈ। ਉਹਦੀਆਂ ਝਾਲਰਾਂ ਵਰਗੀਆਂ ਪਲਕਾਂ ਕੰਬੀਆਂ। ਅਸੀਂ ਸਾਰੇ ਤੁਰ ਆਏ ਉੱਥੋਂ। ਦਿਲਾਵਰੀ ਕਹਿਣ ਲੱਗੇ, ਜੇ ਤੁਹਾਡਾ ਜੀ ਘਬਰਾਉਂਦਾ ਹੋਵੇ ਤਾਂ ਮੈਂ ਵੀ ਉੱਥੇ ਹੀ ਚੱਲਣਾ ਜਿੱਥੇ ਤੁਹਾਡੇ ਰਹਿਣ ਦਾ ਇੰਤਜ਼ਾਮ ਕੱਜਣ ਨੇ ਕੀਤਾ ਹੈ। ਉਂਝ ਮੈਂ ਇੱਕ ਹੋਟਲ 'ਚ ਠਹਿਰਿਆ ਹੋਇਆ। ਨਹੀਂ ਕੋਈ ਨਹੀਂ, ਮੈਂ ਕਿਹਾ। ਜੇ ਆਖੋ ਮੈਂ ਚੱਲ ਕੇ ਤੁਹਾਨੂੰ ਪਾਠ ਸੁਣਾਉਣਾ ਵਾਂ। ਨਹੀਂ, ਦਿਲ ਨਹੀਂ ਕਰਦਾ। ਉਸੇ ਦਾ ਆਸਰਾ ਹੈ, ਦਿਲਾਵਰੀ ਨੇ ਹੌਕਾ ਭਰ ਕੇ ਕਿਹਾ, ਤੇ ਕਿਸੇ ਉਸੇ ਅੱਗੇ ਮੇਰਾ ਸਾਰਾ ਵਜੂਦ ਝੁਕ ਗਿਆ। ਆਸਰਾ ਦੇਈ ਰੱਖੀ ਖੁਦਾਇਆ, ਇਸ ਵੇਲੇ ਤੇਰੇ ਆਸਰੇ ਦੀ ਬੜੀ ਲੋੜ ਏ। ਕੋਈ ਖਤਰਾ ਤੇ ਨਹੀਂ ਨਾ? ਮੈਂ ਡਰ ਕੇ ਦਿਲਾਵਰੀ ਨੂੰ ਪੁੱਛਿਆ। ਵੇਖੋ, ਤੁਸੀਂ ਸਭ ਕੁਝ ਉਹਦੇ ਭਰੋਸੇ ਨਹੀਂ ਛੱਡ ਸਕਦੇ। ਉਹਨੂੰ ਹੀ ਪਤਾ ਹੈ ਕਿ ਕੀ ਠੀਕ ਏ। ਕੀ ਮਤਲਬ? ਇਸ ਵੇਲੇ ਠੀਕ ਤਾਂ ਇੱਕੋ ਹੀ ਗੱਲ ਏ ਕਿ ਉਹ ਰਾਜ਼ੀ ਹੋ ਜਾਏ ਕਿਸੇ ਤਰ੍ਹਾਂ ਵੀ, ਬਸ। ਨਹੀਂ, ਇਹ ਤੁਹਾਡੀ ਸਮਝ ਮੁਤਾਬਕ ਠੀਕ ਏ। ਉਹਦੀ ਸਮਝ ਮੁਤਾਬਕ ਕੀ ਠੀਕ ਏ, ਇਹ ਅਸੀਂ ਕਿਸ ਤਰ੍ਹਾਂ ਜਾਣ ਸਕਨੇ ਆ? ਮਸਲਨ ਜੇ ਉਹ ਠੀਕ ਹੋ ਵੀ ਜਾਵੇ ਤਾਂ ਕੀ ਪਤਾ ਉਹਦੇ ਹੱਥ ਨਾ ਹਿੱਲਣ ਜਾਂ ਲੱਤਾਂ ਨਾ ਤੁਰਨ। ਫਿਰ ਦੱਸੋ, ਕੀ ਉਹ ਜਿਉਣਾ ਚਾਹੇਗੀ? ਤੇ ਤੁਸੀਂ ਉਹਨੂੰ ਬਚਾ ਕੇ ਕੀ ਕਰੋਗੇ ਫਿਰ? ਹੁਣ ਮੈਂ ਬਿਲਕੁਲ ਡਰ ਗਈ ਸਾਂ, ਕੰਬ ਕੇ ਖਲੋ ਗਈ। ਤੁਹਾਨੂੰ ਕੁਝ ਪਤਾ ਹੈ ਜਿਹੜਾ ਤੁਸੀਂ ਮੈਨੂੰ ਨਹੀਂ ਦੱਸ ਰਹੇ? ਡਾਕਟਰ ਨੇ ਤੁਹਾਨੂੰ ਕੀ ਦੱਸਿਆ ਹੈ ਅੱਜ ਸਵੇਰੇ ਜਿਸ ਵੇਲੇ ਤੁਸੀਂ ਆਏ ਹੋ? ਅਸਲ 'ਚੋਂ ਬਹੁਤ ਜ਼ਿਆਦਾ ਸੜ ਗਈ ਹੈ। ਪਰ ਚਿਹਰਾ ਉਹਦਾ ਨਹੀਂ ਵੇਖਿਆ ਤੁਸਾਂ? ਅੱਖਾਂ? ਮੈਨੂੰ ਤੇ ਉਹ ਬਿਲਕੁਲ ਠੀਕ ਜਾਪੀ ਹੈ। ਮੇਰਾ ਕਲੇਜਾ ਕੰਬ ਰਿਹਾ ਸੀ, ਆਵਾਜ਼ ਥਿੜਕ ਰਹੀ ਸੀ। ਪਰ ਮੈਂ ਜਿਵੇਂ ਆਪਣੇ ਲਫ਼ਜ਼ਾਂ ਕੋਲੋਂ ਵੀ, ਦਿਲਾਵਰੀ ਕੋਲੋਂ ਵੀ ਤੇ ਕੱਜਣ ਕੋਲੋਂ ਵੀ ਛੋਟਾ ਜਿਹਾ ਵਿਸ਼ਵਾਸ, ਆਸ ਦੀ ਇੱਕ ਕੱਚੀ ਤੰਦ ਤਰਲਾ ਕਰਕੇ ਮੰਗ ਰਹੀ ਸਾਂ। ਉਹਦੀ ਬਹਾਦਰੀ ਦੀ ਤਾਂ ਦਾਤ ਦੇ ਰਹੇ ਹਾਂ ਅਸੀਂ ਸਾਰੇ। ਬੜੀ ਸ਼ੇਰਨੀ ਬੱਚੀ ਏ, ਪਰ ਡਾਕਟਰਾਂ ਦੇ ਵੀ ਵੱਸ ਨਹੀਂ। 3rd ਡਿਗਰੀ ਦੇ ਬਰਨ ਨੇ। 3rd ਡਿਗਰੀ ਕੀ ਹੁੰਦੀ ਏ? ਮੈਨੂੰ ਜਿਵੇਂ ਫਾਂਸੀ ਦੀ ਸਜ਼ਾ ਸੁਣਾਈ ਜਾ ਰਹੀ ਸੀ। ਤਰਹਿ ਕੇ ਮੈਂ ਪੁੱਛਿਆ। ਤੁਸੀਂ ਵਾਹਿਗੁਰੂ ਦਾ ਨਾਂ ਲਓ, ਉਹਦਾ ਹੀ ਆਸਰਾ ਹੈ। ਹੋਰ ਗਿਣਤੀਆਂ 'ਚ ਨਾ ਪਵੋ ਇਸ ਵੇਲੇ। ਕਹੋ ਤਾਂ ਮੈਂ ਤੁਹਾਡੇ ਕੋਲ ਬਹਿ ਕੇ ਤੁਹਾਨੂੰ ਪਾਠ ਸੁਣਾਵਾਂ? ਨਹੀਂ, ਤੁਸੀਂ ਸਵੇਰ ਦੇ ਆਏ ਬੈਠੇ ਹੋ, ਜਾ ਕੇ ਆਰਾਮ ਕਰੋ। ਸਵੇਰੇ ਸਹੀ, ਮੈਂ ਹਾਰ ਕੇ ਆਖਿਆ। ਸੱਤੇਬਾਜ਼ੀਆਂ ਹਾਰ ਕੇ, ਆਪਣੇ ਆਪ ਨੂੰ ਵੀ ਹਾਰ ਕੇ। ਤੇ ਦਿਲਾਵਰੀ ਆਪਣੇ ਹੋਟਲ ਚਲੇ ਗਏ। ਮੈਨੂੰ ਕੱਜਣ ਇੱਕ ਸਟੂਡੈਂਟਸ ਹੋਸਟਲ ਵਿੱਚ ਲੈ ਆਇਆ। ਉੱਥੇ ਹੀ ਉਹਨੇ ਮੇਰੇ ਲਈ ਕਮਰਾ ਰਿਜ਼ਰਵ ਕਰਾਇਆ ਹੋਇਆ ਸੀ। ਉਹ ਆਪ ਉੱਥੇ ਹੀ ਠਹਿਰਿਆ ਹੋਇਆ ਸੀ। ਕੱਜਣ ਨੇ ਕਿਹਾ, ਕੀ ਖਾਓਗੇ ਅੰਮੀ? ਨਹੀਂ, ਕੁਝ ਨਹੀਂ ਖਾਧਾ ਜਾਏਗਾ। ਮੈਂ ਇੱਕਦਮ ਜਿਵੇਂ ਨਿਢਾਲ ਹੋ ਗਈ ਸਾਂ, ਜਿਸ ਤਰ੍ਹਾਂ ਅੰਤਾਂ ਦੀ ਥਕਾਵਟ ਨੇ ਮੇਰੇ ਅੰਗਾਂ ਨੂੰ ਕੜਕਾ ਕੇ ਬਿਲਕੁਲ ਬੇਜਾਨ ਕਰ ਦਿੱਤਾ ਸੀ। ਫਿਰ ਮੈਂ ਵੀ ਨਹੀਂ ਖਾਵਾਂਗਾ, ਕੱਜਣ ਨੇ ਫੈਸਲਾ ਕੀਤਾ। ਨਹੀਂ ਪਲੀਜ਼, ਤੂੰ ਨਾ ਜ਼ਿੱਦ ਕਰ। ਅੱਛਾ, ਫਿਰ ਇੱਕ ਪਿਆਲਾ ਕੌਫੀ ਦਾ ਪੀਨੇ ਆ। ਠੀਕ ਏ। ਉਹ ਥੱਲੇ ਗਿਆ ਤੇ 2 ਕਾਗਜ਼ ਦੇ ਪਿਆਲਿਆਂ 'ਚ ਕੌਫੀ ਲੈ ਆਇਆ। ਪਰ ਕੱਜਣ ਹੋਇਆ ਕਿਸ ਤਰ੍ਹਾਂ ਏ? ਹਾਲੀ 1 ਹਫ਼ਤਾ ਪਹਿਲਾਂ ਪੈਰਿਸ ਤੋਂ ਆਈ ਸੀ ਮੇਰੇ ਕੋਲ। ਕੱਜਣ ਦੀ ਆਵਾਜ਼ ਅਥਰੂਆਂ ਨਾਲ ਭਿੱਜੀ ਹੋਈ ਸੀ। ਹੁਣ ਤਾਂ ਅਸੀਂ ਗ੍ਰੀਸ ਜਾ ਰਹੇ ਸਾਂ। 13 ਤਰੀਕ ਇੱਥੋਂ ਤੁਰ ਪੈਣਾ ਸੀ। 14 ਨੂੰ ਤਾਂ ਉਹਦਾ ਸਕਾਲਰਸ਼ਿਪ ਖਤਮ ਹੋ ਰਿਹਾ ਸੀ। ਬੜੇ ਵਕਤਾਂ ਨਾਲ ਗ੍ਰੀਸ ਦਾ ਵੀਜ਼ਾ ਮਿਲਿਆ ਸੀ, ਕਿਉਂਕਿ ਉੱਥੇ ਪੋਲੀਟੀਕਲ ਗੜਬੜ ਏ। ਤੇ ਫਿਰ ਚੱਲੇ ਕਿਉਂ ਸੀ ਉੱਧਰ ਨੂੰ? ਇੱਕ ਕੁੱਕ ਸੀ ਉਸ ਵਿਸ਼ੀ ਦੇ ਹੋਸਟਲ ਦੀ ਕੈਂਟੀਨ ਵਿੱਚ, ਮੇਰਾ ਦੋਸਤ ਸੀ। ਉਹਨੇ ਕਿਹਾ ਗ੍ਰੀਸ 'ਚ ਗੜਬੜੇ ਤੇ ਉਹਦੇ ਬਜ਼ੁਰਗ ਮਾਂ-ਬਾਪ ਉੱਥੇ ਨੇ ਤੇ ਚਿੱਠੀ ਤਾਰ ਕੋਈ ਆ ਜਾ ਨਹੀਂ ਰਹੀ।
बस कैंडी कहन लगी तू फिक्र ना कर, मैं घर मुड़दी वारी उत्थों हो के जावांगी ते उन्हां दा खत हिंदुस्तान तो पोस्ट कर देंगी तेरे वल। जिस दिन एक्सीडेंट होया मैं ते सवेरे अपने काम ते गया होया सा, दोपहरे कोई 3 वजे वापस मुड़िया। ये अपने कमरे विच समान पैक कर रही सी, रात वाली लुंगी कुर्ता ही पा के। मैं क्या तू जाके रोटी खा आई है? कहन लगी नहीं, मैं तो सवेर दी अम्मा नू चिट्ठी लिख रही सा ते फिर समान बनन लग पई, रोटी तो याद ही नहीं रही। मैं क्या चल फिर चलीए किसी कैफे तो कुछ खा पी के आउंदे आ, फिर समान बनांगे। कहन लगी मैं ते अजे नहाती भी नहीं, नाले आए मैं मटर ते टमाटर रखे हुए ने, मेरा दिल करदा सी अज आखिरी दिन मैं तैनू अपने हत्थीं दिल्ली दे घर वर्गे मटर बना के खुआवां। मैं क्या तू मटर मुटर छड्ड, और स्टोव ते पानी रख कॉफी जोगा ते मैं हुणे बाजारों खाण लई कुछ लैके आउणा। ते मैं वापस आया ते उत्थे फायर ब्रिगेड दा इंजन खड़ा सी, भीड़ इकट्ठी होई पई सी। ਇਹਦਾ कमरा ਤਾਂ ਤੀਜੀ ਛੱਤੇ ਸੀ, पर पहली छत ਦੀਆਂ ਪੌੜੀਆਂ ਵਿੱਚ ਡਿੱਗੀ ਪਈ ਸੀ ਤੇ ਚੀਖ ਰਹੀ ਸੀ ਕਿ ਚਾਦਰ ਦਿਓ ਕਿਉਂਕਿ ਸਾਰੇ ਕੱਪੜੇ ਉਹਦੇ ਸੜ ਗਏ ਸਨ। फायर ब्रिगेड वालियां नू डांट रही सी, तुहानू शर्म आउणी चाहीदी है, मेरा पासपोर्ट पुछी जांदे हो, पहला मैनू कोई कपड़ा लिया के दिओ। ते मैं नंगी हाँ, मैं दौड़ के चादर लियाया, ਉਹਨੂੰ लपेटिया, एंबूलेंस च हस्पताल लै गए। उन्हां फर्स्ट एड दित्ती, कहन लगे ये बहुत सड़ गई है, साडे वास च नहीं इहदा इलाज करना, इनू लियों लै जाओ, उत्थे स्पैशल हस्पताल है, उत्थे ठीक इलाज होएगा। सो हैलीकाप्टर च लियों लियांदा। हैलीकाप्टर च स्ट्रैचर रखण लगे तो मैनू कहन लगी मेरी मां नू ना दसी, वो फिक्र करेगी, मैं आपे ठीक हो के दसांगी। पर जदों डॉक्टरां ने कहा ते कज्जन ने अखां नीवियां कर लईआं, पल को रुकिया। मेरा साह संग च खलोता भुआंटणी खा के डिगण लगा जिवें। आहिस्ता जे फेर वो बोलिया तो मैं घबरा के तुहानू फोन कर दिता ते मेरे गोडे ते सिर रख के रो पिया। मैं अपने आप नू मसां संभाले, ਇਹ ਵਿਚਾਰਾ ਬਾਲ ਹੀ ਤੇ ਸੀ, ਮੇਰੇ ਗੋਡੇ ਤੇ ਸਿਰ ਰੱਖ ਕੇ ਰੋ ਰਿਹਾ ਸੀ ਤੇ ਮੇਰੀ ਕੈਂਡੀ ਕਿੰਨਾ ਪਿਆਰ ਕਰਦੀ ਸੀ ਇਹਨੂੰ, ਕਿੰਨੀ ਪਿਆਰੀ ਦੋਸਤ ਸੀ ਇਹਦੀ। ਮੈਨੂੰ ਉਹਦੇ ਤੇ ਮਮਤਾ ਆਈ, ਮੈਂ ਉਹਦਾ ਮੂੰਹ ਤਾਂ ਕਰਕੇ ਉਹਦੇ ਅਥਰੂ ਪੂੰਝੇ। ਸਭ ਠੀਕ ਹੋ ਜਾਏਗਾ, ਹੁਣ ਮੈਂ ਆ ਗਈ ਆ ਨਾ, ਕੈਂਡੀ ਰਾਜ਼ੀ ਹੋ ਜਾਏਗੀ, ਤੂੰ ਵੇਖਦਾ ਰਹੀਂ, ਮੈਨੂੰ ਤਕਲੀਫ ਨਾ ਹੋਵੇ, ਸਿਰਫ ਇਸੇ ਕਰਕੇ ਉਹ ਆਪਣੀ ਵਿਲ ਪਾਵਰ ਨਾਲ ਰਾਜ਼ੀ ਹੋ ਜਾਏਗੀ। ਕੁਝ ਚਿਰ ਮਗਰੋਂ ਆਪਣੇ ਕਮਰੇ 'ਚ ਚਲਾ ਗਿਆ। अगले दिन दिलावरी वापस चले गए। सारी दिहाड़ी कज्जन ते मैं उस फैद किले वर्गे हस्पताल दी उजाड़ ड्योढ़ी च बैठे रहे। 5 मिनट सवेरे 9 वजे ते 5 मिनट शाम नू उन्हां ने मिलन दिता। बस दूरों शीशे दी दीवार दे परले पासियों टैलीफोन ते, तुसी रोटी खाधी सी, बिस्तरा ठीक सी, गर्म कपड़े लैके आए हो ना, राती नींदर आई सी? कैंडी निक्कियां निक्कियां गल्लां पुछदी रही। मैं ਉਹਦੇ ਕੋਲੋਂ ਪੁੱਛਿਆ ਹੀ ਨਹੀਂ ਮੇਰੀ ਬੱਚੀ ਇਹ ਕਿਸ ਤਰ੍ਹਾਂ ਹੋ ਗਿਆ, ਅੱਗ ਕਿਸ ਤਰ੍ਹਾਂ ਲੱਗ ਪਈ ਮੇਰੀ ਕੈਂਡਲੂ, ਪੀੜ ਹੁੰਦੀ ਏ, ਕਿੱਥੇ ਕਿੱਥੇ ਪੀੜ ਹੁੰਦੀ ਏ ਮੇਰੀ ਰਾਣੀ ਨੂੰ, ਤੈਨੂੰ ਇਹ ਲੋਕ ਕੀ ਖਾਣ ਵਾਸਤੇ ਦਿੰਦੇ ਨੇ, ਤੈਨੂੰ ਕੋਈ ਤਕਲੀਫ ਤੇ ਨਹੀਂ। ਇਹੀ ਸੋਚਦੀ ਰਹੀ ਕਿ ਉਹ ਸਾਰਾ ਭਿਆਨਕ ਹਾਦਸਾ ਇਹਨੂੰ ਫੇਰ ਚੇਤੇ ਨਾ ਆਵੇ। ਦੌੜਦੇ ਜਾਂਦੇ ਪਲ ਜਿਹੜੇ ਮੇਰੇ ਨਾਲ ਗੱਲਾਂ ਕਰ ਰਹੀ ਏ, ਕਮ ਅਜ਼ ਕਮ ਇਹਨਾਂ ਵਿੱਚ ਇਹ ਉਹਨਾਂ ਅੱਗ ਦੀਆਂ ਲਾਟਾਂ ਨੂੰ ਭੁੱਲੀ ਰਵੇ। ਤੇ ਉਹ ਇੰਨੇ ਹੌਸਲੇ ਨਾਲ ਗੱਲ ਕਰਦੀ ਸੀ, ਇੰਨੇ ਠਰਮੇ ਨਾਲ, ਇੰਨੀ ਮੁਸਕਰਾ ਕੇ ਕਿ ਮੈਨੂੰ ਬਿਲਕੁਲ ਨਹੀਂ ਸੀ ਜਾਪਦਾ ਇਹਨੂੰ ਕੋਈ ਤਕਲੀਫ ਹੋਏਗੀ। ਇਹੀ ਲੱਗਦਾ ਸੀ ਕਿ ਇਹਦਾ ਸ਼ਾਇਦ ਪੈਰ ਜਾਂ ਗੋਡਾ ਸੜ ਗਿਆ ਹੋਏਗਾ, ਬਸ ਆਰਾਮ ਨਾਲ ਲੇਟੀ ਹੋਈਏ, ਵੱਲ ਹੋ ਜਾਏਗੀ। ਕੱਲ ਨਹੀਂ ਤੇ ਪਰਸੋਂ ਫਿਰ ਅਸੀਂ ਰਲ ਕੇ ਸੈਰ ਕਰਾਂਗੀਆਂ, ਗੱਲਾਂ ਕਰਾਂਗੀਆਂ, ਕੌਫੀ ਪੀਵਾਂਗੀਆਂ, ਧੁੱਪ ਸੇਕਾਂਗੀਆਂ, ਮਿਊਜ਼ਿਕ ਸੁਣਾਂਗੀਆਂ ਤੇ ਫਿਰ ਵਾਪਸ ਅਰਪਣਾ ਕੋਲ ਜਾਵਾਂਗੀਆਂ। ਅਸੀਂ ਬਹੁਤ ਸਾਰੀ ਸੈਰ ਕਰਕੇ ਡੋਲੀ ਕੋਲ ਵਾਪਸ ਜਾਵਾਂਗੇ। ਮੈਂ ਉਹਨੂੰ ਕਿਹਾ ਨਹੀਂ ਅੰਮੀ, ਡੋਲੀ ਨੂੰ ਵੀ ਇੱਥੇ ਬੁਲਾ ਲਵਾਂਗੇ, ਫਿਰ ਰਲ ਕੇ ਸੈਰ ਕਰਾਂਗੇ, ਉੱਥੇ ਇਕੱਲੀ ਕਿਸ ਤਰ੍ਹਾਂ ਰਹੇਗੀ। ਸ਼ਾਮ ਵੇਲੇ ਜਦੋਂ ਮਿਲਣ ਗਈ ਕਹਿਣ ਲੱਗੀ ਅੰਮੀ ਤੁਸੀਂ ਕੱਲ ਵੀ ਇਹੀ ਸਾੜੀ ਪਾਈ ਸੀ, ਸਵੇਰੇ ਵੀ ਇਹੀ, ਕਿਉਂ ਸਮਾਨ ਲੈ ਕੇ ਨਹੀਂ ਆਏ? ਮੇਰੇ ਅਥਰੂ ਉਲਰ ਕੇ ਅੱਖਾਂ ਵੱਲ ਆਏ। ਮੈਂ ਉਹਨਾਂ ਦਾ ਘੁੱਟ ਭਰ ਕੇ ਕਿਹਾ ओहो याद ही नहीं रही बदलनी, की कहती कि जदों दी आई हाँ ना मूँह हथ धोता है, ना नहाती हाँ, ना कुछ खादा है, ना कपड़े बदले ने, सिर्फ बार बार रब नूं ये कह रही हाँ तक मैं इन्ने वरे कोई गुनाह नहीं किया, किसी चिड़ी का भी दिल नहीं दुखाया जान बुझ के। जे किधरे अनजान पुणे जां चेत ही किसी का मन दुख गया होवे मेरे कोलों, जां कोई होर गुनाह हो गया होवे, तां मेरी फुल वर्गी बच्ची कोलों बदला ना लै खुदाया,
ਮੈਨੂੰ ਸਜ਼ਾ ਦੇ, ਇਨਸਾਫ ਕਰ ਤੇ ਜੇ ਹੋ ਸਕੇ ਤਾਂ ਰਹਿਮ ਕਰ। ਮਾਫ ਕਰ ਦੇ ਦੋਸਤ, ਜਿੰਨੀ ਸਜ਼ਾ ਦੇ ਲਈ ਕਾਫੀ ਏ ਬਾਕੀ ਦੀ ਮਾਫ ਕਰ ਦੇ। ਜਿੰਨੀ ਸਜ਼ਾ ਦੇ ਲਈ ਕਾਫੀ ਏ ਬਾਕੀ ਦੀ ਮਾਫ ਕਰ ਦੇ। ਇਸ ਮੇਰੀ ਧੀ ਨੂੰ ਠੀਕ ਕਰ ਦੇ। ਇਹਨੇ ਅਜੇ 26 ਨਵੰਬਰ ਨੂੰ 21ਵਾਂ ਪੂਰਾ ਕਰਨਾ ਹੈ। ਪੌਣੇ 21। ਇਹ ਵੀ ਕੋਈ ਉਮਰ ਏ ਇਸ ਤਰ੍ਹਾਂ ਦੇ ਤਸੀਆਂ ਦੀ? ਇਹ ਤੇ ਖੇਡਣ ਖਾਣ ਦੀ ਉਮਰ ਏ। ਫਿਰ ਤੈਨੂੰ ਪਤਾ ਹੀ ਏ, ਸਾਰਾ ਬਚਪਨ ਇਹਨੇ ਮਾਂ ਦੀ ਗਰੀਬੀ ਹੰਡਾਈ ਏ, ਪਿਓ ਦਾ ਗੁੱਸਾ ਤੇ ਨਫ਼ਰਤ ਵੇਖੀ ਏ। ਹੁਣ ਤਾਂ ਰਤਾ ਕੋ ਅਸੀਂ ਸੰਭਲੇ ਸਾਂ। ਹੁਣ ਤਾਂ ਅਸੀਂ ਸ਼ਾਮ ਵੇਲੇ ਬਹਿ ਕੇ ਮਿਊਜ਼ਿਕ ਸੁਣਨਾ ਸ਼ੁਰੂ ਕੀਤਾ ਸੀ। ਹੁਣ ਤਾਂ ਅਸੀਂ ਰਲ ਕੇ ਕਿਤਾਬਾਂ ਦੀਆਂ ਗੱਲਾਂ ਕਰਨ ਜੋਗੇ ਹੋਏ ਸਾਂ। ਹੁਣ ਤਾਂ ਅਜੇ ਸਾਡੀ ਦੋਸਤੀ ਹੋਈ ਸੀ। ਹੁਣ ਤਾਂ ਅਸੀਂ ਜ਼ਮੀਨ ਤੋਂ ਗਿੱਠ ਕੁ ਉੱਚੇ ਤੁਰਨ ਲੱਗੇ ਸਾਂ, ਕਿਉਂਕਿ ਤਿੰਨੇ ਇਕੱਠੇ ਸਾਂ ਤੇ ਤਿੰਨੇ ਬਹੁਤ ਗਹਿਰੇ ਦੋਸਤ। ਦੋਹਾਂ ਧੀਆਂ ਦੀ ਦੋਸਤੀ ਦੀ ਧੁੱਪ ਨੇ ਅਜੇ ਹੁਣੇ ਤਾਂ ਮੇਰੇ ਅੰਗਾਂ ਦਾ ਠਾਰ ਭੰਨਿਆ ਸੀ। ਨਾ ਮੇਰੇ ਪਰਵਰਦੀਗਾਰ, ਸਾਨੂੰ ਨਾ ਨਖੇੜੀ। ਜੇ ਕਦੇ ਵੀ ਕੋਈ ਵੀ ਕਿਧਰੇ ਵੀ ਮੈਂ ਚੰਗਾ ਕੰਮ ਕੀਤਾ ਏ ਤਾਂ ਇਸ ਵੇਲੇ ਮੇਰੀ ਬੱਚੀ ਦੀ ਮਦਦ ਕਰ। ਤੂੰ ਤਾਂ ਮਿਹਰਬਾਨ ਏ, ਮਿਹਰ ਕਰਨਾ। ਤੇ ਫਿਰ ਅੰਦਰੋਂ ਕੋਈ ਸੰਸਕਾਰਾਂ ਦੀ ਹੀ ਜਿਵੇਂ ਆਵਾਜ਼ ਆਉਂਦੀ। ਉਹ ਚਾਹੇ ਤਾਂ ਲੂਲਾ ਬੰਦਾ ਪਹਾੜਾਂ ਦੀਆਂ ਚੋਟੀਆਂ ਤੇ ਚੜ ਜਾਏ, ਉਹ ਚਾਹੇ ਤਾਂ ਅੰਨੇ ਨੂੰ ਅੱਖਾਂ ਦੀ ਜੋਤ ਹੀ ਨਹੀਂ, ਸਾਰੇ ਬ੍ਰਹਿਮੰਡ ਖੰਡ ਦੀ ਸੋਝੀ ਹੋ ਜਾਏ, ਉਹ ਚਾਹੇ ਤਾਂ ਸਮੁੰਦਰ 'ਚ ਜਲ ਤੇ ਥਲਾਂ 'ਚ ਅਥਾਹ ਪਾਣੀ ਭਰ ਜਾਏ, ਉਹ ਚਾਹੇ ਤਾਂ ਉਹ ਉਦਾਸ ਹੋ ਕੇ ਕਹਿਣ ਲੱਗੀ, ਪਰ ਮੈਨੂੰ ਤੇ ਲੱਗਦਾ ਮੇਰੇ ਠੀਕ ਹੋਣ 'ਚ 2 ਮਹੀਨੇ ਲੱਗ ਜਾਣਗੇ। ਮੈਂ ਸਿਸਟਰ ਕੋਲੋਂ ਪੁੱਛਿਆ ਸੀ, ਉਹ ਕਹਿੰਦੀ ਸੀ 2 ਮਹੀਨੇ ਲੱਗਣਗੇ। ਤੁਸੀਂ 2 ਮਹੀਨੇ ਕਿੱਥੇ ਰਹੋਗੇ? ਇੰਨਾ ਫੋਰਨ ਐਕਸਚੇਂਜ ਕਿੱਥੋਂ ਮਿਲੇਗਾ? ਤੂੰ ਇਹਨਾਂ ਛੋਟੀਆਂ ਗੱਲਾਂ ਦਾ ਫਿਕਰ ਨਾ ਕਰ ਕੈਂਡੀ, ਸਭ ਇੰਤਜ਼ਾਮ ਕਰਕੇ ਆਈਆਂ। ਤੇਰੇ ਜਸਵੀਰ ਮਾਮੇ ਨੇ ਲੰਡਨ, ਅਮਰੀਕਾ ਸਭ ਥਾਵਾਂ ਤੇ ਆਪਣੇ ਦੋਸਤਾਂ ਨੂੰ ਚਿੱਠੀਆਂ ਲਿਖ ਦਿੱਤੀਆਂ ਨੇ। ਜਿੰਨੇ ਪੈਸੇ ਲੋੜ ਹੋਣਗੇ ਝਟਪਟ ਆ ਜਾਣਗੇ। ਨਾਲੇ ਸਾਡੀ ਐਮਬੈਸੀ ਨੇ ਕਿਹਾ ਏ ਫੋਰਨ ਐਕਸਚੇਂਜ ਦਾ ਇੰਤਜ਼ਾਮ ਅਸੀਂ ਕਰਾਂਗੇ। ਅੱਛਾ, ਕੱਜਨ ਨਾਲ ਗੱਲ ਕਰਾਓ। ਮੈਂ ਫੋਨ ਕੱਜਨ ਦੇ ਹੱਥ ਫੜਾ ਦਿੱਤਾ। ਉਹਦੇ ਨਾਲ ਫ੍ਰੈਂਚ ਵਿੱਚ ਹੀ ਗੱਲ ਕਰਦਾ ਰਿਹਾ। ਮੈਨੂੰ ਸਮਝ ਨਹੀਂ ਆਈ। ਉਹ ਆਪਣੀ ਨਰਸ ਵੱਲ ਵੇਖ ਕੇ ਮੁਸਕਰਾਈ। ਨਰਸ ਨੂੰ ਉਹਨੇ ਕੁਝ ਕਿਹਾ। ਨਰਸ ਵੀ ਮੁਸਕਰਾਈ। ਮੈਂ ਕੱਜਨ ਨੂੰ ਕਿਹਾ, ਨਰਸ ਨੂੰ ਕੀ ਕਹਿੰਦੀ ਸੀ? ਕਹਿ ਰਹੀ ਸੀ ਤੇਰੀਆਂ ਅੱਖਾਂ ਬੜੀਆਂ ਸੋਹਣੀਆਂ ਨੇ, ਮੇਰੀ ਮਾਂ ਦੀਆਂ ਵੀ ਸੋਹਣੀਆਂ ਨੇ ਨਾ। ਤੇ ਅਥਰੂ ਡੱਕ ਕੇ ਅਸੀਂ ਬਾਹਰ ਨਿਕਲ ਗਏ। 5 ਮਿੰਟ ਖਤਮ ਹੋ ਗਏ ਸਨ। ਉਹ ਡਾਕਟਰ ਬਾਹਰ ਗੈਲਰੀ 'ਚ ਖੁੱਲ੍ਹਦੀ ਖਿੜਕੀ 'ਚ ਖੜਾ ਸੀ, ਗੁੱਸੇ ਵਿੱਚ ਸੀ। ਉਹਨੇ ਕੱਜਨ ਨੂੰ ਫ੍ਰੈਂਚ ਵਿੱਚ ਕੁਝ ਕਿਹਾ, ਜਿਵੇਂ ਡਾਂਟ ਰਿਹਾ ਹੋਵੇ। ਕੱਜਨ ਜਿਵੇਂ ਉਹਨੂੰ ਮਨਾ ਰਿਹਾ ਸੀ ਜਾਂ ਸ਼ਾਇਦ ਮਾਫੀ ਮੰਗ ਰਿਹਾ ਸੀ। ਕੀ ਗੱਲ ਏ ਕੱਜਨ? ਮੈਂ ਹੌਲੀ ਜਿਹੀ ਪੁੱਛਿਆ। ਇਹ ਕਹਿੰਦੇ ਨੇ ਅਸੀਂ ਉਹਨੂੰ ਕਿਉਂ ਖੇਚਲ ਕਰਵਾਉਂਦੇ ਆ। ਬੋਲਣਾ ਉਹਦੇ ਲਈ ਬਹੁਤ ਮਾੜਾ ਏ, ਐਕਸਾਈਟਮੈਂਟ ਵੀ ਮਾੜੀ ਏ। ਪਰ ਕਿਉਂ? ਉਹ ਤੇ ਠੀਕ ਹੋ ਰਹੀ ਏ। ਕੱਜਨ ਨੇ ਮੇਰੀ ਗੱਲ ਤਰਜਮਾ ਕਰਕੇ ਉਹਨੂੰ ਸਮਝਾਈ। ਡਾਕਟਰ ਨੇ ਬੜੇ ਜ਼ੋਰ ਨਾਲ ਕੁਝ ਕਿਹਾ, ਜਿਵੇਂ ਕਹਿ ਰਿਹਾ ਹੋਵੇ ਨਹੀਂ ਨਹੀਂ, ਤੇ ਫਿਰ ਬੜਾ ਕੁਝ ਹੋਰ ਕਹਿੰਦਾ ਰਿਹਾ। ਕੀ? ਮੈਂ ਕੱਜਨ ਨੂੰ ਪੁੱਛਿਆ। ਇਹ ਕਹਿੰਦੇ ਨੇ ਉਹਨੂੰ ਬੜੀ ਪੀੜ ਹੁੰਦੀ ਏ ਬੋਲਣ ਨਾਲ, ਉਹ ਤੁਹਾਨੂੰ ਦੱਸਦੀ ਨਹੀਂ। ਬੜੀ ਬਹਾਦਰੀ ਨਾਲ ਗੱਲਾਂ ਕਰਦੀ ਰਹਿੰਦੀ ਏ, ਪਰ ਉਹਨੂੰ ਬੜੀ ਦਰਦ ਹੁੰਦੀ ਏ। ਪਰ ਮੈਂ ਹੈਰਾਨ ਸਾਂ। ਬੇਬਸੀ, ਅਜੀਬ ਬੇਬਸੀ 'ਚ ਰੋਈ ਜਾ ਰਹੀ ਸਾਂ। ਮੇਰਾ ਵਿਸ਼ਵਾਸ ਜਿਵੇਂ ਡੋਲ ਰਿਹਾ ਸੀ, ਸਾਰੀ ਆਸ ਜਿਵੇਂ ਦਮ ਤੋੜ ਰਹੀ ਸੀ। ਪਰ ਕਿਉਂ? ਉਹ ਤੇ ਠੀਕ ਜਾਪਦੀ ਏ। ਕੀ ਸੜਿਆ ਏ ਉਹਦਾ? ਮੈਂ ਡਰ ਕੇ ਪੁੱਛਿਆ। ਕੱਜਨ ਮੇਰੀ ਗੱਲ ਡਾਕਟਰ ਨੂੰ ਤੇ ਡਾਕਟਰ ਦੀ ਗੱਲ ਮੈਨੂੰ ਤਰਜਮਾ ਕਰਕੇ ਦੱਸੀ ਜਾ ਰਿਹਾ ਸੀ। ਨਿਹਾਇਤ ਮਾਯੂਸ, ਮਰੀ ਹੋਈ ਆਵਾਜ਼ 'ਚ। ਪੈਰਾਂ ਤੋਂ ਗਲੇ ਤੱਕ ਸਾਰੀ ਸੜੀ ਪਈ ਏ ਤੇ ਸਾੜ ਬਹੁਤ ਗਹਿਰਾ ਏ। ਇਹ ਕਹਿੰਦੇ ਨੇ ਇੰਨੀ ਸਾਰੀ ਸਕਿਨ ਉੱਗ ਹੀ ਨਹੀਂ ਸਕਦੀ ਨਵੀਂ। ਮੇਰੀ ਸਕਿਨ ਲਾ ਕੇ ਲਾ ਦਿਓ ਨਾ ਉਹਨੂੰ, ਪਲਾਸਟਿਕ ਸਰਜਰੀ ਨਹੀਂ ਹੋ ਜਾਂਦੀ। ਡਾਕਟਰ ਜਿਵੇਂ ਕਿਸੇ ਬੱਚੇ ਦੀ ਮੂਰਖਤਾ ਤੇ ਮੁਸਕਰਾਇਆ। ਕਿਉਂ ਨਹੀਂ? ਮੈਂ ਚੁੱਪਚਾਪ ਲੇਟੀ ਰਵਾਂਗੀ। ਹੌਲੀ ਹੌਲੀ ਤੁਸੀਂ ਮੇਰੀਆਂ ਲੱਤਾਂ ਦੀ, ਬਾਹਾਂ ਦੀ, ਪਿੱਠ ਦੀ, ਢਿੱਡ ਦੀ ਸਕਿਨ ਲਾ ਕੇ ਉਹਨੂੰ ਲਾਈ ਜਾਣਾ। ਹੌਲੀ ਹੌਲੀ ਮੇਰੀ ਨਵੀਂ ਉੱਗਦੀ ਆਏਗੀ ਤੇ ਉਹਦਾ ਪਿੰਡਾ ਮੇਰੀ ਸਕਿਨ ਨੂੰ ਜ਼ਰੂਰ ਕਬੂਲ ਕਰ ਲਏਗਾ। ਆਖਿਰ ਉਹਨੂੰ ਮਾਂ ਨੇ ਆਪਣੇ ਲਹੂ ਮਾਸ 'ਚੋਂ ਜਨਮ ਦਿੱਤਾ ਹੈ। ਮੇਰੀ ਸਕਿਨ ਕਿਉਂ ਨਹੀਂ ਮਨਜ਼ੂਰ ਕਰੇਗਾ ਉਹਦਾ ਪਿੰਡਾ? ਕਿੰਨਾ ਚਿਰ ਲੱਗ ਜਾਏਗਾ? 2 ਮਹੀਨੇ, 4 ਮਹੀਨੇ, 6 ਮਹੀਨੇ? ਮੈਨੂੰ ਮਨਜ਼ੂਰ ਹੈ। ਮੈਂ ਚੁੱਪਚਾਪ ਲੇਟੀ ਰਵਾਂਗੀ। ਮੈਂ ਡਾਕਟਰ ਦੇ ਤਰਲੇ ਕਰ ਰਹੀ ਸਾਂ, ਰੋ ਰਹੀ ਸਾਂ, ਹੱਥ ਜੋੜ ਕੇ ਉਹਦੇ ਸਾਹਮਣੇ ਖਲੋਤੀ ਸਾਂ, ਉਹਦੀ ਬਾਰੀ ਦੀ ਬਾਹੀ ਤੇ ਆਪਣਾ ਮੱਥਾ ਝੁਕਾ ਰਹੀ ਸਾਂ। ਡਾਕਟਰ ਚਲਾ ਗਿਆ। ਕੱਜਨ ਕਹਿਣ ਲੱਗਾ, ਕਹਿੰਦਾ ਏ ਅਜੇ ਸਾੜ ਤੇ ਠੀਕ ਹੋ ਲਏ, ਫੇਰ ਵੇਖਾਂਗੇ। ਮੈਂ ਇਹਨਾਂ ਲਫ਼ਜ਼ਾਂ ਵਿੱਚੋਂ ਉਹ ਲਫ਼ਜ਼ ਸੁਣੇ ਜਿਹੜੇ ਪਤਾ ਨਹੀਂ ਉਹਨੇ ਬੋਲੇ ਸਨ ਜਾਂ ਨਹੀਂ ਸਨ ਬੋਲੇ, ਪਰ ਮੈਨੂੰ ਉਹਦੀਆਂ ਅੱਖਾਂ 'ਚੋਂ ਨਜ਼ਰ ਆਏ ਸਨ। ਜੇ ਬਚ ਗਈ ਤਾਂ ਵੇਖਾਂਗੇ।
ਉਸੇ ਬੈਂਚ ਤੇ ਬਹਿ ਕੇ ਮੈਂ ਰੋਂਦੀ ਰਹੀ, ਬਿਲਕੁਲ ਬੇਬਸ, ਬੇਸਹਾਰਾ। ਮੇਰੀ ਬੱਚੀ ਉੱਥੇ ਸੀ ਅੰਦਰ, 5 ਕਦਮਾਂ ਦੀ ਵਿੱਥ ਤੇ, ਪਰ ਸਾਰੇ ਦਰਵਾਜ਼ੇ ਬੰਦ ਸਨ, ਸਫੈਦ ਕਫਨਾਂ ਵਰਗੇ ਦਰਵਾਜ਼ੇ। ਬਾਹਰ ਸਿਵਾਏ ਮੇਰੇ ਤੇ ਕੱਜਣ ਦੇ ਕੋਈ ਮਨੁੱਖ ਨਹੀਂ ਸੀ, ਬਿਲਕੁਲ ਉਜਾੜ, ਤੇ ਮੈਂ ਨਿਢਾਲ ਉਸ ਬੈਂਚ ਤੇ ਬੈਠੀ ਰੋ ਰਹੀ ਸਾਂ। ਲੱਗਦਾ ਸੀ ਰੋਣ ਦੀ ਵੀ ਹਿੰਮਤ ਬਾਕੀ ਨਹੀਂ ਰਹੀ। ਵਕਤ ਦੇ ਪੈਰਾਂ ਨਾਲ ਕਿਸੇ ਨੇ ਚੱਕੀ ਦੇ ਪੁੜ ਬੰਨ੍ਹ ਦਿੱਤੇ ਸਨ। ਚੱਕੀ ਦੇ ਉਹ ਪੁੜ ਚੱਲ ਵੀ ਨਹੀਂ ਸਨ ਰਹੇ, ਪਰ ਮੇਰੀਆਂ ਸਾਰੀਆਂ ਹੱਡੀਆਂ ਤੇ ਮਾਸ ਉਸ ਵਿੱਚ ਕਿਸ ਤਰ੍ਹਾਂ ਦਲੀਂਦਾ ਜਾ ਰਿਹਾ ਸੀ। ਬਹੁਤ ਰਾਤ ਹੋ ਗਈ ਤਾਂ ਕੱਜਣ ਮੈਨੂੰ ਸਹਾਰਾ ਦੇ ਕੇ ਵਾਪਸ ਹੌਸਟਲ ਲੈ ਆਇਆ। ਸੜਕਾਂ ਤੇ ਤੁਰਦੇ ਬੰਦੇ ਵੇਖ ਕੇ ਮਨ ਹੈਰਾਨ ਹੁੰਦਾ ਸੀ। ਇਹ ਕਿਸ ਤਰ੍ਹਾਂ ਬੇਫਿਕਰ ਤੁਰੇ ਫਿਰਦੇ ਨੇ, ਇਹਨਾਂ ਨੂੰ ਨਹੀਂ ਪਤਾ। ਲਹਿੰਦੇ ਦਿਨ ਨੂੰ ਤੇ ਚੜ੍ਹਦੇ ਦਿਨ ਨੂੰ ਵੇਖ ਕੇ ਹੈਰਾਨੀ ਹੁੰਦੀ ਸੀ, ਇਹਨਾਂ ਨੂੰ ਨਹੀਂ ਪਤਾ। ਕਦੇ ਇਹ ਵੀ ਹੋਇਆ ਏ ਕਿ 6 ਦਿਨ ਕਿਸੇ ਨੂੰ ਬਾਥਰੂਮ ਜਾਣ ਦੀ ਲੋੜ ਨਾ ਪਵੇ, ਟਾਇਲਟ ਜਾਣ ਦੀ ਲੋੜ ਨਾ ਪਵੇ। ਦਿਨ ਤਾਂ ਜ਼ਰੂਰ ਚੜ੍ਹਦਾ ਲਹਿੰਦਾ ਸੀ, ਪਰ ਮੇਰਾ ਜਿਸਮ ਸਾਰਾ ਜਿਵੇਂ ਚੁੱਪ ਸਾਧ ਕੇ ਖੜੋ ਗਿਆ ਸੀ। ਨਾ ਭੁੱਖ, ਨਾ ਨੀਂਦਰ, ਨਾ ਹੋਰ ਕੁਝ। ਪਲੀਜ਼ ਕੈਂਡੀ, ਪਲੀਜ਼ ਠੀਕ ਹੋ ਜਾ, ਮੈਂ ਤੇਰੇ ਬਿਨਾਂ ਨਹੀਂ ਜੀ ਸਕਦੀ। ਮੇਰਾ ਮਨ ਬਾਰ-ਬਾਰ ਕੈਂਡੀ ਨਾਲ ਗੱਲਾਂ ਕਰਦਾ, ਪਲੀਜ਼ ਠੀਕ ਕਰ ਦਿਓ ਇਹਨੂੰ, ਪਲੀਜ਼ ਮੇਰੇ ਸਤਿਗੁਰੂ। ਅਗਲੇ ਦਿਨ ਸਵੇਰੇ ਜਾ ਕੇ ਅਸੀਂ ਬਹਿ ਗਏ ਬੂਹੇ ਦੇ ਬਾਹਰ ਰੋਜ਼ ਵਾਲੇ ਬੈਂਚ ਤੇ, ਪਰ ਅੱਜ ਮੈਂ ਹਾਰੀ ਹੋਈ ਸਾਂ। ਕਿਸੇ ਆਸ ਦਾ ਮਨ ਵਿੱਚ ਹੁੰਗਾਰਾ ਨਹੀਂ ਸੀ। ਕੱਜਣ ਬਾਰ-ਬਾਰ ਉਸ ਟੈਲੀਫੋਨ ਦਾ ਰਿਸੀਵਰ ਚੁੱਕ ਕੇ ਇੱਕ ਤਰਲਾ ਕਰਦਾ ਸੀ, ਪਰ ਚਾਰੇ ਪਾਸੇ ਦੀਆਂ ਸਫੈਦ ਦੀਵਾਰਾਂ ਖਾਮੋਸ਼ ਸਨ। ਆਖਰ ਉਹ ਖਿੜਕੀ ਖੁੱਲ੍ਹੀ। ਇੱਕ ਨਰਸ ਸੀ, ਬੜੀ ਖਿਜੀ ਖੜੋਤੀ ਸੀ, ਢਾਕ ਤੇ ਹੱਥ ਰੱਖ ਕੇ। ਕੱਜਣ ਨੇ ਮੇਰੇ ਵੱਲ ਹੱਥ ਕਰਕੇ ਉਹਨੂੰ ਫ੍ਰੈਂਚ ਵਿੱਚ ਤਰਲਾ ਕੀਤਾ। ਉਹ ਅੱਗੋਂ ਬੜੀ ਗੁੱਸੇ ਹੋ ਕੇ ਬੋਲੀ ਤੇ ਖਿੜਕੀ ਬੰਦ ਕਰ ਦਿੱਤੀ। ਕਿਉਂ, ਕੀ ਗੱਲ ਸੀ? ਕੁਝ ਨਹੀਂ, ਕਹਿੰਦੀ ਸੀ ਅੱਜ ਵੀਰਵਾਰ ਏ, ਮੁਲਾਕਾਤਾਂ ਦਾ ਦਿਨ ਏ, 3 ਤੋਂ 5 ਤੱਕ। ਫਿਰ ਤੁਸੀਂ ਸਵੇਰੇ ਸਾਨੂੰ ਕਿਉਂ ਦੁਖੀ ਕਰ ਰਹੇ ਹੋ? ਮੁਲਾਕਾਤਾਂ ਦਾ ਦਿਨ ਯਾਨੀ ਇੱਥੇ ਹਫ਼ਤੇ ਵਿੱਚ ਇੱਕੋ ਦਿਨ ਲੋਕੀ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਉਂਦੇ ਨੇ, 3 ਤੋਂ 5 ਤੱਕ, ਵੀਰਵਾਰ ਦੇ ਵੀਰਵਾਰ। ਅਚਾਨਕ ਮੈਨੂੰ ਖਿਆਲ ਆਇਆ, ਠੀਕ ਤੇ ਹੈ, 2 ਦਿਨਾਂ ਤੋਂ ਅਸੀਂ ਇੱਥੇ ਕਿਸੇ ਹੋਰ ਬੰਦੇ ਦੀ ਸ਼ਕਲ ਨਹੀਂ ਵੇਖੀ। ਹੋਰ ਵੀ ਤੇ ਮਰੀਜ਼ ਹੈ ਨੇ ਇੱਥੇ, ਤੇ ਉਹਨਾਂ ਦੇ ਵੀ ਰਿਸ਼ਤੇਦਾਰ, ਦੋਸਤ, ਪਿਆਰ ਕਰਨ ਵਾਲੇ ਹੋਣਗੇ। ਕੋਈ ਕਿਸੇ ਨੂੰ ਮਿਲਣ ਕਿਉਂ ਨਹੀਂ ਆਉਂਦਾ? ਇਹ ਕੀ ਅਜੀਬ ਦਸਤੂਰ ਏ? ਪਰ ਕਿਉਂ? ਲੋਕਾਂ ਕੋਲ ਵਕਤ ਕਿੱਥੇ ਵੇ? ਇੱਥੇ ਤੇ ਕੋਈ ਮਰ ਵੀ ਜਾਵੇ ਤਾਂ ਲੋਕੀ ਕਈ ਦਿਨ ਮੁਰਦਾ ਘਰਾਂ 'ਚ ਰੱਖ ਛੱਡਦੇ ਨੇ, ਜਦੋਂ ਕਦੇ ਛੁੱਟੀ ਹੁੰਦੀ ਏ ਜਾ ਕੇ ਦਫਨਾ ਦਿੰਦੇ ਨੇ। ਮੈਂ ਕੰਬ ਗਈ। ਨਾ ਮਰਨ ਦੀਆਂ ਗੱਲਾਂ ਨਾ ਕਰ, ਤੇ ਮੇਰੀਆਂ ਭੁੱਬਾਂ ਨਿਕਲ ਗਈਆਂ। ਕੱਜਣ ਨੇ ਬਾਂਹ ਮੇਰੇ ਮੋਢਿਆਂ ਦੁਆਲੇ ਵਲਾ ਲਈ। ਅਸੀਂ ਬੈਠੇ ਰਹੇ, ਹੋਰ ਜਾਣਾ ਵੀ ਕਿੱਥੇ ਸੀ। ਕੋਈ 12 ਕੁ ਵਜੇ ਦਰਵਾਜ਼ਾ ਖੁੱਲਿਆ। ਕੈਂਡੀ ਦੀ ਉਰਲੀ ਅੱਖ ਵਿੱਚੋਂ ਇੱਕ ਅੱਥਰੂ ਵਗ ਕੇ ਪੁੜਪੁੜੀ ਵੱਲ ਆਇਆ ਹੋਇਆ ਸੀ। ਕਿਉਂ ਮੇਰੇ ਬੱਚੇ, ਕੀ ਗੱਲ ਏ? ਮੈਂ ਬਿਲਕੁਲ ਘਬਰਾ ਗਈ। ਮੈਨੂੰ ਪਾਣੀ ਨਹੀਂ ਦਿੰਦੀ ਇਹ ਨਰਸ, ਪਿਆਸ ਨਾਲ ਮੇਰੇ ਬੁੱਲ ਸੁੱਕੇ ਜਾਂਦੇ ਨੇ, ਪਾਣੀ ਨਹੀਂ ਦਿੰਦੀ। ਬੱਚਿਆਂ ਵਾਂਗੂ ਮੈਨੂੰ ਸ਼ਿਕਾਇਤ ਲਗਾ ਰਹੀ ਸੀ। ਗੱਲ ਕਰਦਿਆਂ ਇੱਕ ਹੋਰ ਅੱਥਰੂ ਵਗ ਆਇਆ। ਮੇਰਾ ਕਲੇਜਾ ਵਲੁੰਦਰਿਆ ਗਿਆ। ਕੱਜਣ, ਕੀ ਕਰੀਏ, ਕਿਸ ਨੂੰ ਆਖੀਏ? ਇਹਨੂੰ ਪਾਣੀ ਕਿਉਂ ਨਹੀਂ ਦਿੰਦੇ ਬੇਟਾ? ਤੂੰ ਨਰਸ ਨੂੰ ਕਿਉਂ ਨਹੀਂ ਕਹਿੰਦੀ? ਇਹ ਨਰਸ ਬੜੀ ਭੈੜੀ ਏ, ਕਹਿੰਦੀ ਏ ਮੈਂ ਹੋਰ ਵੀ ਮਰੀਜ਼ਾਂ ਦਾ ਖਿਆਲ ਰੱਖਣਾ ਹੈ, ਤੇ ਨਾਲੇ ਸਵੇਰੇ ਕਹਿੰਦੀ ਸੀ ਯੂ ਬਲੈਕ ਪੀਪਲ। ਕੈਂਡੀ ਦੀ ਆਵਾਜ਼ ਬਹੁਤ ਸਾਰੇ ਰੋਣ ਨਾਲ ਭਿੱਜੀ ਜਾਪਦੀ ਸੀ। ਰੋਣ ਨੂੰ ਉਹ ਵੀ ਮੇਰੇ ਕੋਲੋਂ ਛੁਪਾਉਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਮੈਂ ਉਹਦੇ ਕੋਲੋਂ, ਪਰ ਉਹਦੀ ਖੱਬੀ ਪੁੜਪੁੜੀ ਤੇ ਜਿਹੜਾ ਇੱਕ ਅੱਥਰੂ ਵਗ ਰਿਹਾ ਸੀ, ਉਹ ਮੇਰੇ ਕਲੇਜੇ 'ਚ ਖੁਰਚ ਕੇ ਇੱਕ ਲਕੀਰ ਵਾਹ ਰਿਹਾ ਸੀ। ਮੈਨੂੰ ਨਹੀਂ ਸੀ ਪਤਾ ਜਦੋਂ ਤੱਕ ਜੀਵਾਂਗੀ ਇੱਕ ਖੁਰਚੀ ਹੋਈ ਲਕੀਰ ਟੀਸਿਆ ਕਰੇਗੀ। ਇਸ ਅੱਥਰੂ ਨੂੰ ਨਾ ਉਹ ਆਪ ਪੂੰਝ ਸਕਦੀ ਸੀ, ਨਾ ਮੈਂ, ਨਾ ਕੱਜਣ। ਮੈਨੂੰ ਜੂਸ ਲਿਆ ਦਿਓ, ਨਾਲੇ ਚੈਰੀਜ਼। ਕਿਹੜਾ ਜੂਸ? ਬਹੁਤ ਸਾਰੇ ਜੂਸ, ਐਪਲ ਤੇ ਪਾਈਨਐਪਲ ਤੇ ਔਰੇਂਜ। ਨਰਸ ਨੇ ਸਾਨੂੰ ਬਾਹਰ ਜਾਣ ਲਈ ਆਖਿਆ, ਇਸ਼ਾਰੇ ਨਾਲ, ਸ਼ੀਸ਼ੇ ਦੀ ਦੀਵਾਰ ਦੇ ਉਸ ਪਾਸਿਓਂ। ਅਸੀਂ ਬਾਜ਼ਾਰ ਗਏ, 6 ਬੋਤਲਾਂ ਜੂਸ ਦੀਆਂ ਖਰੀਦੀਆਂ, ਪਰ ਚੈਰੀਜ਼ ਨਹੀਂ ਮਿਲੀਆਂ। ਮੈਨੂੰ ਲੱਗ ਰਿਹਾ ਸੀ ਸਾਰਾ ਲਿਓ ਸ਼ਹਿਰ ਉੱਜੜ ਗਿਆ ਏ, ਕਿਉਂਕਿ ਸਾਰੇ ਸ਼ਹਿਰ 'ਚ ਮੇਰੀ ਧੀ ਦੀ ਫਰਮਾਇਸ਼ ਦੀਆਂ ਚੈਰੀਜ਼ ਨਹੀਂ ਸਨ। ਮੈਨੂੰ ਉਸੇ ਵੇਲੇ ਪਤਾ ਨਹੀਂ ਸੀ ਕਿ ਉਸ ਦਿਨ ਤੋਂ ਪਿੱਛੋਂ ਮੇਰੇ ਲਈ ਕਸ਼ਮੀਰ ਦੇ ਸਾਰੇ ਚੈਰੀਆਂ ਦੇ ਬਾਗ ਉੱਜੜ ਜਾਣਗੇ, ਤੇ ਜਦੋਂ ਵੀ ਕਿਧਰੇ ਕਦੇ ਮੈਂ ਚੈਰੀਆਂ ਵੇਖਾਂਗੀ, ਮੇਰਾ ਜੀ ਕਰੇਗਾ ਉਹਨਾਂ ਦੇ ਬਾਗਾਂ ਨੂੰ ਅੱਗ ਲਾ ਦਿਆਂ। ਜੂਸ ਦੀਆਂ ਬੋਤਲਾਂ ਤੇ ਕੁਝ ਫਲ ਲਿਆ ਕੇ ਨਰਸ ਨੂੰ ਦੇ ਦਿੱਤੇ ਉਸੇ ਬਾਰੀ ਵਿੱਚੋਂ। 3 ਵੱਜ ਗਏ। ਲੋਕੀ ਹੱਥ 'ਚ ਪੈਕਟ ਫੜੀ ਆਉਣੇ ਸ਼ੁਰੂ ਹੋ ਗਏ। ਦਰਵਾਜ਼ਾ ਖੁੱਲ ਗਿਆ। ਮੈਂ ਅੰਦਰ ਗਈ।
ਕੱਜਣ ਵੀ। ਕੈਂਡੀ ਰੋ ਰਹੀ ਸੀ। ਜੂਸ ਨਹੀਂ ਲਿਆਂਦਾ ਤੁਸੀਂ? ਮੈਨੂੰ ਬੜੀ ਪਿਆਸ ਲੱਗੀ ਹੈ। ਜੂਸ ਤੇ ਅਸੀਂ ਉਸੇ ਵੇਲੇ ਲਿਆ ਕੇ ਨਰਸ ਨੂੰ ਦੇ ਗਏ ਸਾਂ। ਮੈਨੂੰ ਤੇ ਕਿਸੇ ਨੇ ਨਹੀਂ ਦਿੱਤਾ। ਪਰ ਕਿਉਂ? ਪਤਾ ਨਹੀਂ। ਸਵੇਰੇ ਜਿਹੜਾ ਡਾਕਟਰ ਆਉਂਦਾ ਹੈ ਕਹਿੰਦਾ ਏ ਪਾਣੀ ਨਹੀਂ ਪੀਣਾ, ਰਾਤ ਵਾਲਾ ਕਹਿੰਦਾ ਏ ਪੀ, ਪਰ ਮੈਨੂੰ ਪਿਆਸ ਤੇ ਹੁਣ ਲੱਗੀ ਹੋਈ ਏ। ਉਹਦੇ ਹੋਠ ਪਿਆਸ ਨਾਲ ਸੁੱਕ ਕੇ ਸਫੈਦ ਹੋ ਰਹੇ ਸਨ। ਲਾਲ ਸੁਰਖ ਬੁੱਲੀਆਂ ਮੈਨੂੰ ਚੁੰਮੀਆਂ ਦੇਣ ਵਾਲੀਆਂ, ਰਤਾ ਕੋ ਟੇਢੀਆਂ ਹੋ ਕੇ ਮੁਸਕਰਾਉਣ ਵਾਲੀਆਂ, ਉਦਾਸੀ 'ਚ ਖਾਮੋਸ਼ ਹੌਕੇ ਦਾ ਘੁੱਟ ਭਰਨ ਵਾਲੀਆਂ, ਗਾਉਣ ਵਾਲੀਆਂ, ਕੱਥਕ ਨੱਚਦਿਆਂ ਸ਼ੋਖ ਅਦਾ ਨਾਲ ਹਸੂ ਹਸੂ ਕਰਨ ਵਾਲੀਆਂ, ਇੰਨੀਆਂ ਸਿਆਣੀਆਂ ਗੱਲਾਂ ਕਰਨ ਵਾਲੀਆਂ ਪਿਆਸ ਨਾਲ ਸੁੱਕ ਕੇ ਸਫੈਦ ਹੋ ਰਹੀਆਂ ਸਨ। ਕੱਜਣ ਭੱਜਾ ਗਿਆ। ਇੱਕ ਬਾਰੀ ਵਿੱਚੋਂ ਨਰਸ ਸਭ ਮਰੀਜ਼ਾਂ ਲਈ ਉਹਨਾਂ ਦੇ ਰਿਸ਼ਤੇਦਾਰਾਂ ਕੋਲੋਂ ਪੈਕਟ ਫੜ ਕੇ ਅੰਦਰ ਰੱਖ ਰਹੀ ਸੀ। ਉਹਨੂੰ ਜਾ ਕੇ ਕੱਜਣ ਨੇ ਕਿਹਾ। ਉਹ ਝਟਪਟ ਅੰਦਰ ਗਈ, ਜੂਸ ਫੀਡਿੰਗ ਕੱਪ ਵਿੱਚ ਪਾ ਕੇ ਕੈਂਡੀ ਨੂੰ ਪਿਆਉਣ ਲੱਗ ਪਈ। ਨਾਲ ਦੂਜੇ ਹੱਥ ਨਾਲ ਉਹਦਾ ਸਿਰ ਪਲੋਸ ਰਹੀ ਸੀ। ਫਿਰ ਉਹ ਬਾਰੀ ਵੱਲ ਆਈ, ਕੱਜਣ ਨਾਲ ਗੱਲਾਂ ਕਰਨ ਲੱਗੀ। ਕੱਜਣ ਨੇ ਕਿਹਾ, ਇਹ ਕਹਿੰਦੀ ਹੈ ਇਹਦੀ ਆਪਣੀ ਧੀ ਜਵਾਨੀ 'ਚ ਮਰ ਗਈ ਸੀ, ਇਸ ਕਰਕੇ ਇਹਨੂੰ ਪਤਾ ਹੈ ਤੁਹਾਡੇ ਮਨ ਦੀ ਪੀੜ ਦਾ। ਮੈਂ ਰੋ ਰਹੀ ਸਾਂ, ਉਹ ਵੀ ਰੋ ਰਹੀ ਸੀ। ਮੈਂ ਵਾਪਸ ਕੈਂਡੀ ਕੋਲ ਆਈ। ਜੂਸ ਪੀ ਕੇ ਵੀ ਉਹ ਨਿਢਾਲ ਜਾਪ ਰਹੀ ਸੀ, ਬਹੁਤ ਘਬਰਾਈ ਹੋਈ। ਮੈਂ ਟੈਲੀਫੋਨ ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਉਹਦੀ ਆਵਾਜ਼ ਰੁਕ ਰੁਕ ਕੇ ਆ ਰਹੀ ਸੀ। ਬਸ ਇੰਨਾ ਹੀ ਕਿਹਾ ਕਿ ਮੈਂ ਤੁਹਾਡੇ ਵਾਸਤੇ ਤੇ ਡੋਲੀ ਵਾਸਤੇ 2 ਕੋਟ ਖਰੀਦੇ ਸਨ, ਮੇਰੇ ਟਰੰਕ 'ਚ ਪਏ ਨੇ, ਜਿਸ ਤਰ੍ਹਾਂ ਸੁਨੇਹਾ ਦੇ ਰਹੀ ਹੋਵੇ। ਹੁਣ ਨਹੀਂ ਸੀ ਆਪਣੇ ਆਪ ਨੂੰ ਰੋਕਿਆ ਜਾ ਰਿਹਾ। ਮੈਂ ਉਹਦੇ ਸਾਹਮਣੇ ਹੀ ਰੋ ਰਹੀ ਸਾਂ। ਤੂੰ ਰਾਜ਼ੀ ਹੋ ਕੇ ਮੈਨੂੰ ਆਪਣੇ ਹੱਥੀਂ ਦੇਵੀਂ, ਮੈਂ ਸਾਰੀ ਉਮਰ ਉਹੀ ਕੋਟ ਪਾਈ ਰੱਖਾਂਗੀ ਕੈਂਡਲੂ। ਅਸੀਂ ਰਲ ਕੇ ਪਾਇਆ ਕਰਾਂਗੀਆਂ ਵਾਰੀ-ਵਾਰੀ। ਮੇਰੇ ਬੱਚੇ ਤੂੰ ਠੀਕ ਹੋ ਜਾ ਪਲੀਜ਼। ਮੇਰੇ ਹਟਕੋਰੇ ਪਤਾ ਨਹੀਂ ਉਹਨੂੰ ਪੂਰੀ ਗੱਲ ਸੁਣਨ ਦੇ ਰਹੇ ਸਨ ਜਾਂ ਨਹੀਂ। ਉਹ ਮੇਰੇ ਕੋਲ ਸੀ, ਮੇਰੀ ਲਾਡਲੀ ਧੀ, ਜਿਹਨੂੰ 20 ਵਰੇ ਮੈਂ ਪੋਟਾ ਕਰਕੇ ਮਿਹਨਤਾਂ ਮਜ਼ਦੂਰੀਆਂ ਕਰਕੇ ਪਾਲਿਆ ਸੀ, ਤੇ ਉਹ ਮੇਰੇ ਸਾਹਮਣੇ ਮੇਰੇ ਹੱਥਾਂ 'ਚੋਂ ਜਿਵੇਂ ਤਿਲਕਦੀ ਜਾ ਰਹੀ ਸੀ। ਪਰ ਮੈਨੂੰ ਯਕੀਨ ਨਹੀਂ ਸੀ ਆ ਰਿਹਾ ਅਜੇ ਵੀ। ਨਹੀਂ, ਮੈਂ ਕੋਲ ਆ ਨਾ, ਇਹਨੂੰ ਕੁਝ ਨਹੀਂ ਹੋ ਸਕਦਾ। ਕੋਈ ਵੀ ਰੱਬ ਮੇਰੇ ਨਾਲ ਏਡਾ ਵੱਡਾ ਜ਼ੁਲਮ ਨਹੀਂ ਕਰ ਸਕਦਾ। ਤੇ ਫਿਰ ਉਹ ਕਹਿਣ ਲੱਗੀ, ਬਸ ਮੈਂ ਥੱਕ ਗਈ ਹਾਂ, ਤੇ ਉਹਨੇ ਅੱਖਾਂ ਮੀਟ ਲਈਆਂ। ਰੋਂਦੀ ਰੋਂਦੀ ਮੈਂ ਭੁੰਜੇ ਹੀ ਬਹਿ ਗਈ ਉਸੇ ਵਰਾਂਡੇ ਵਿੱਚ। ਅਚਾਨਕ ਸੁਖਮਨੀ ਸਾਹਿਬ ਦਾ ਖਿਆਲ ਆਇਆ। ਮੈਂ ਕਿਹਾ, ਕੈਂਡਲੂ, ਮੈਂ ਤੈਨੂੰ ਪਾਠ ਸੁਣਾਨੀ ਆ, ਤੂੰ ਚੁੱਪਚਾਪ ਸੁਣ ਹੈ। ਤੇ ਮੈਂ ਪਾਠ ਕਰਨ ਲੱਗ ਪਈ। ਰਿਸੀਵਰ ਵਿੱਚ ਜੈ ਮਾਤ ਪਿਤਾ ਸੁਤ ਮੀਤ ਨ ਪਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। 5 ਕੁ ਮਿੰਟ, ਜਿੰਨਾ ਕੁ ਮੇਰੇ ਅਥਰੂਆਂ ਨੇ ਇਜਾਜ਼ਤ ਦਿੱਤੀ, ਮੈਂ ਪਾਠ ਕਰਦੀ ਰਹੀ। ਫਿਰ ਦੂਜੇ ਪਾਸਿਓਂ ਬਹੁਤ ਕਮਜ਼ੋਰ ਆਵਾਜ਼ ਆਈ, ਬਸ ਹੋਰ ਨਹੀਂ ਸੁਣਿਆ ਜਾਂਦਾ ਅੰਮੀ। ਤੇ ਉਹਨੇ ਰਤਾ ਕੁ ਅੱਖ ਖੋਲ ਕੇ ਮੇਰੇ ਵੱਲ ਤੱਕਿਆ, ਸੁੱਤੇ ਕਮਲ ਫੁੱਲ ਵਰਗੀਆਂ ਅੱਖਾਂ, ਤੇ ਫਿਰ ਅੱਖਾਂ ਬੰਦ ਕਰ ਲਈਆਂ। ਮੈਂ ਕੱਜਣ ਦੇ ਮੋਢਿਆਂ ਤੇ ਇੱਕ ਸੀਟ ਦੀ ਹੋਸਟਲ ਆਈ। ਇੱਕ ਕਾਲ ਦਿੱਲੀ ਬੁੱਕ ਕੀਤੀ ਅਰਪਨਾ ਨੂੰ, ਇੱਕ ਆਪਣੇ ਭਰਾ ਨੂੰ, ਇਹ ਕਹਿਣ ਲਈ ਕਿ ਸਾਰੀ ਦੁਨੀਆ ਦੇ ਸਾਰੇ ਹਿੱਸਿਆਂ ਵਿੱਚ ਤੇਰੇ ਵਾਕਫ ਨੇ ਡਾਕਟਰ ਮੇਰੀ ਧੀ ਨੂੰ ਬਚਾ ਲੈ, ਨਹੀਂ ਤੇ ਤੇਰੀ ਡਾਕਟਰੀ ਕਿਸ ਕੰਮ ਆਏਗੀ। ਇੱਕ ਕਾਲ ਪੈਰਿਸ ਐਮਬੈਸੀ ਨੂੰ ਬੁੱਕ ਕੀਤੀ, ਇੱਕ ਤਾਰ ਦਿਲਾਵਰੀ ਨੂੰ ਦਿੱਤੀ, ਪਲੀਜ਼ ਸੇਵ ਹਰ, ਪਲੀਜ਼ ਆਸਕ ਦ ਡਾਕਟਰ ਇਨ ਚਾਰਜ ਟੂ ਟੇਕ ਸਪੈਸ਼ਲ ਕੇਅਰ ਆਫ ਹਰ, ਪਲੀਜ਼ ਸੇਵ ਮਾਈ ਚਾਈਲਡ। ਅਰਪਨਾ, ਬੰਗਲਾ ਸਾਹਿਬ ਜਾ ਕੇ ਅਖੰਡ ਪਾਠ ਰਖਵਾ ਦੇ। ਕਹਿੰਦੇ ਨੇ ਜਦੋਂ ਤੱਕ ਅਖੰਡ ਪਾਠ ਹੁੰਦਾ ਰਵੇ ਕੋਈ ਖਤਰਾ ਨਹੀਂ ਹੁੰਦਾ। ਟੈਲੀਫੋਨ ਤੇ ਮੈਂ ਚੀਖ ਰਹੀ ਸਾਂ, ਰੋ ਰਹੀ ਸਾਂ, ਤਰਲੇ ਕਰ ਰਹੀ ਸੀ। ਕੋਈ ਰਾਤੀ 9 ਕੁ ਵਜੇ ਦਿਲਾਵਰੀ ਸਾਹਿਬ ਦਾ ਫੋਨ ਆਇਆ ਪੈਰਿਸ ਤੋਂ। ਮੈਂ ਵੱਡੇ ਡਾਕਟਰ ਨਾਲ ਗੱਲ ਕੀਤੀ ਹੈ, ਉਹ ਕਹਿੰਦਾ ਆ ਕੇ ਮਿਲ ਲੈਣ ਦਾ ਮਤਲਬ ਕੋਈ ਖਤਰਾ ਹੈ? ਭੈਣ ਜੀ, ਤੁਸੀਂ ਵੈਗਰੂ ਆਖੋ, ਅਰਦਾਸ ਕਰੋ, ਉਹਨੂੰ ਹੀ ਪਤਾ ਹੈ ਕਿ ਬੱਚੀ ਦੀ ਭਲਾਈ ਕਾਹਦੇ ਵਿੱਚ ਹੈ। ਤੁਸੀਂ ਵੀ ਅਰਦਾਸ ਕਰੋ ਕਿ ਉਹ ਠੀਕ ਹੋ ਜਾਏ। ਕੱਜਣ ਤੇ ਮੈਂ ਵਾਪਸ ਹਸਪਤਾਲ ਗਏ। ਡਾਕਟਰ ਬਹੁਤ ਗੁੱਸੇ ਸੀ, ਵੱਡਾ ਡਾਕਟਰ। ਉਹਨੂੰ ਮੈਂ ਅੱਜ ਪਹਿਲੀ ਵਾਰੀ ਵੇਖਿਆ ਸੀ। ਕਹਿਣ ਲੱਗਾ, ਮੈਂ ਆਪਣੀ ਮਾਂ ਦੇ ਘਰ ਰੋਟੀ ਪਿਆ ਖਾਂਦਾ ਸਾਂ ਤੇ ਫੋਨ ਆਈ ਏ। ਮੈਂ ਕਿਸੇ ਐਮਬੈਸੀ ਦੀ ਪਰਵਾਹ ਨਹੀਂ ਕਰਦਾ। ਕੌਣ ਹੁੰਦੇ ਨੇ ਉਹ ਮੈਨੂੰ ਇਸ ਵੇਲੇ ਤੰਗ ਕਰਨ ਵਾਲੇ? ਉਹ ਮਰ ਰਹੀ ਏ ਤਾਂ ਮੈਂ ਕੀ ਕਰ ਸਕਣਾ? ਅਚਾਨਕ ਉਹਨੇ ਦਰਵਾਜ਼ੇ ਦਾ ਹੇਠਲਾ ਹਿੱਸਾ ਵੀ ਖੋਲ ਦਿੱਤਾ ਤੇ ਗੁੱਸੇ ਨਾਲ ਕਿਹਾ ਕਿ ਆ ਜਾਓ ਅੰਦਰ। ਫਿਰ ਪਤਾ ਨਹੀਂ ਕੀ ਹੋਇਆ, ਕਿਸ ਤਰ੍ਹਾਂ ਹੋਇਆ, ਮੈਂ ਉਹਦੇ ਪੈਰ ਫੜ ਲਏ। ਅਗਲੇ ਪਲ ਮੇਰਾ ਮੱਥਾ ਉਹਦੇ ਬੂਟਾਂ ਤੇ ਸੀ। ਪਲੀਜ਼ ਡੋਂਟ ਫੀਲ ਅਨਾਈਡ, ਪਲੀਜ਼ ਸੇਵ ਮਾਈ ਚਾਈਲਡ।
ਪਲੀਜ਼ ਡਾਕਟਰ। ਮੈਂ ਉਹਦੇ ਕੋਲੋਂ ਭਿੱਖਿਆ ਮੰਗ ਰਹੀ ਸਾਂ। ਉਹ ਗੁੱਸੇ ਨਾਲ ਬੋਲੀ ਜਾ ਰਿਹਾ ਸੀ। ਕੱਜਣ ਨੇ ਕਿਹਾ, ਡਾਕਟਰ ਕਹਿ ਰਿਹਾ ਕਿ ਉਹਨੂੰ ਤਾਂ ਰੱਬ ਵੀ ਨਹੀਂ ਬਚਾ ਸਕਦਾ। 3rd ਡਿਗਰੀ ਦੇ ਬਰਨ ਨੇ, ਸਾਰਾ ਪਿੰਡਾ ਸੜਿਆ ਪਿਆ ਹੈ, ਇੱਕ ਮੂੰਹ ਨਹੀਂ ਨਾ ਸੜਿਆ, ਇਸ ਕਰਕੇ ਤੁਹਾਨੂੰ ਸਮਝ ਨਹੀਂ ਆ ਰਹੀ। ਨਾਲੇ ਉਹ ਤੁਹਾਡੇ ਨਾਲ ਪਤਾ ਨਹੀਂ ਕਿਸ ਤਰ੍ਹਾਂ ਗੱਲਾਂ ਕਰ ਲੈਂਦੀ ਹੈ। ਮੈਂ ਤੇ ਇਹੀ ਹੈਰਾਨ ਹਾਂ ਕਿ ਇੰਨੇ ਦਿਨ ਕਿਸ ਤਰ੍ਹਾਂ ਕੱਢ ਗਈ ਹੈ। ਇਟਸ ਅ ਸ਼ੇਅਰ ਮਿਰੇਕਲ। ਮੇਰੀ ਧੀ ਮਿਰੇਕਲ ਕਰ ਰਹੀ ਸੀ ਆਪਣੇ ਵਿਲ ਪਾਵਰ ਨਾਲ। ਮਾਂ ਨੂੰ ਦੁਖੀ ਨਹੀਂ ਨਾ ਕਰਨਾ, ਇਸ ਲਈ। ਮਾਂ ਦੀ ਦੋਸਤ ਹੈ ਨਾ, ਇਸ ਲਈ। ਕੱਜਣ ਕਹਿਣ ਲੱਗਾ, ਇਹ ਕਹਿੰਦਾ ਏ ਅੰਦਰੋਂ ਡਿਸਇਨਫੈਕਟ ਕੀਤੇ ਹੋਏ ਕੱਪੜੇ ਪਾ ਲਓ ਤੇ ਅੰਦਰ ਜਾ ਕੇ ਉਹਨੂੰ ਮਿਲ ਲਓ। ਨਹੀਂ ਕੱਜਣ, ਜੇ ਇਹਨੇ ਮਗਰੋਂ ਇਹਦਾ ਬਹਾਨਾ ਲਾਣਾ ਹੈ ਕਿ ਤੁਸੀਂ ਅੰਦਰ ਗਏ ਤਾਂ ਕੇਸ ਖਰਾਬ ਹੋ ਗਿਆ ਤਾਂ ਨਹੀਂ ਜਾਂਦੇ। ਮੈਂ ਡਰ ਰਹੀ ਸਾਂ, ਬੱਚਿਆਂ ਵਾਂਗੂ ਰੋ ਰਹੀ ਸਾਂ, ਡਾਕਟਰ ਦੇ ਅੱਗੇ ਹੱਥ ਬੰਨ੍ਹ ਕੇ ਖੜੀ ਸਾਂ। ਡਾਕਟਰ ਨੇ ਇੱਕ ਕਮੀਜ਼ ਤੇ ਇੱਕ ਪਜਾਮਾ ਲਿਆ ਕੇ ਮੇਰੇ ਹੱਥ ਫੜਾ ਦਿੱਤਾ ਤੇ ਮੇਰੀ ਬਾਂਹ ਫੜ ਕੇ ਮੈਨੂੰ ਇੱਕ ਛੋਟੇ ਜਿਹੇ ਕਮਰੇ 'ਚ ਧਕੇਲ ਦਿੱਤਾ। ਮੈਂ ਕੰਬਦੇ ਹੱਥਾਂ ਨਾਲ ਉਹ ਕੱਪੜੇ ਪਾਏ ਬਾਹਰ ਆਈ ਤੇ ਗੁੱਸੇ ਨਾਲ ਮੇਰੀ ਬਾਂਹ ਫੜ ਕੇ ਮੈਨੂੰ ਕਮਰੇ ਵੱਲ ਲੈ ਤੁਰਿਆ। ਮੇਰੀ ਧੀ ਦੀ ਮੰਜੀ ਕੋਲ ਗਲੂਕੋਜ਼, ਖੂਨ, ਆਕਸੀਜਨ ਤੇ ਹੋਰ ਪਤਾ ਨਹੀਂ ਕੀ ਪਿਆ ਸੀ। ਮੈਂ ਝੁੱਕ ਕੇ ਉਹਦਾ ਮੂੰਹ ਚੁੰਮਿਆ, ਮੱਥਾ ਚੁੰਮਿਆ। ਉਹਨੇ ਅੱਖਾਂ ਖੋਲੀਆਂ, ਖੁਸ਼ਕ ਹੋਠਾਂ ਨਾਲ ਪਤਾ ਨਹੀਂ ਕੀ ਕਿਹਾ, ਸਮਝ ਨਹੀਂ ਆਇਆ। ਉਹਦੇ ਉਹ ਬੋਲ ਜਿਹੜੇ ਉਸ ਘੜੀ ਮੈਨੂੰ ਸਮਝ ਨਹੀਂ ਸਨ ਆਏ, ਉਹ ਸੁਣਨ ਲਈ ਮੈਂ ਆਪਣੀ ਬਾਕੀ ਦੀ ਜ਼ਿੰਦਗੀ 10 ਵਾਰੀ ਕੁਰਬਾਨ ਕਰ ਸਕਦੀ ਹਾਂ। ਪਰ ਕੋਈ ਸੌਦਾ ਕਰਨ ਵਾਸਤੇ ਤਿਆਰ ਹੀ ਨਹੀਂ। ਕੀ ਮੇਰੇ ਬੱਚੇ? ਮੈਂ ਉਹਨੂੰ ਫੇਰ ਚੁੰਮਿਆ। ਇਸ ਜ਼ਿੰਦਗੀ 'ਚ ਪਹਿਲੀ ਵਾਰੀ ਸੀ ਕਿ ਮੈਂ ਉਹਦੇ ਕੋਲ ਸਾਂ ਤੇ ਉਹਨੇ ਮੈਨੂੰ ਧਾ ਕੇ ਗਲਵੱਕੜੀ ਨਹੀਂ ਸੀ ਪਾਈ। ਤਰਸ ਕੇ ਮੇਰੇ ਗੱਲ ਨਹੀਂ ਸੀ ਲੱਗੀ। ਬਿਲਕੁਲ ਬੇਬਸ, ਬੇਸਹਾਰਾ ਉੱਥੇ ਲੇਟੀ ਸੀ। ਅਚਾਨਕ ਉਸ ਡਾਕਟਰ ਨੇ ਉਹ ਪਿੰਜਰਾ ਜਿਹਾ ਚੁੱਕ ਦਿੱਤਾ ਜਿਹਦੇ ਉੱਤੇ ਚਾਦਰ ਪਾ ਕੇ ਉਹਨਾਂ ਨੂੰ ਕੱਜਿਆ ਹੋਇਆ ਸੀ। ਸੜੇ ਹੋਏ ਮਾਸ ਦੀ ਤੇਜ਼ ਹੁਆਂਕ ਗਲੇ ਤੋਂ ਪੈਰਾਂ ਤੱਕ ਆਲੂ ਵਾਂਗ ਭੁੱਜੀ ਹੋਈ। ਜੇ ਕੋਈ ਵੀ ਉਸ ਵੇਲੇ ਮੈਨੂੰ ਉਹਦੇ ਨਾਲ ਵਟਾ ਲੈਂਦਾ, ਉਹਦਾ ਕਰਜ਼ਾ ਮੈਂ 10 ਜਨਮ ਲਾਂਦੀ ਰਹਿੰਦੀ। ਹੁਣ ਭੁੱਜਣ ਦੀ ਮੇਰੀ ਵਾਰੀ ਸੀ ਤੇ ਅੱਜ ਤੱਕ ਭੁੱਜ ਰਹੀਆਂ ਨੰਗੇ ਮਗ ਦੇ ਅੰਗਿਆਰਾਂ ਉੱਤੇ। ਬਸ ਚਲੋ ਹੁਣ ਬਾਹਰ, ਡਾਕਟਰ ਦਾ ਹੁਕਮ ਸੀ। ਚੁੱਪਚਾਪ ਹਟਕੋਰਿਆਂ ਨਾਲ ਕੰਬਦੇ ਅਸੀਂ ਦੋਵੇਂ ਬਾਹਰ ਨਿਕਲ ਆਏ। ਡਾਕਟਰ ਕਹਿਣ ਲੱਗਾ, ਮੈਂ ਇਸ ਕਰਕੇ ਤੈਨੂੰ ਅੰਦਰ ਨਹੀਂ ਸੀ ਲਿਆਉਣਾ ਚਾਹੁੰਦਾ ਕਿ ਹੁਣ ਸਾਰੀ ਉਮਰ ਇਹ ਹਵਾਂਕ ਤੇਰੇ ਦਿਮਾਗ 'ਚੋਂ ਨਹੀਂ ਨਿਕਲੇਗੀ। ਇਸੇ ਕਰਕੇ ਮੈਂ ਕਿਸੇ ਨੂੰ ਵੀ ਅੰਦਰ ਨਹੀਂ ਆਉਣ ਦਿੰਦਾ। ਇਸ ਹਵਾਂਕ ਨੂੰ ਝੱਲਣ ਲਈ ਸਾਨੂੰ ਸਾਲਾਂ ਦੇ ਸਾਲ ਟ੍ਰੇਨਿੰਗ ਲੈਣੀ ਪੈਂਦੀ ਹੈ। ਵਿਲ ਯੂ ਸੇਵ ਹਰ ਡਾਕਟਰ? ਮੈਂ ਉਹਦੇ ਤਰਲੇ ਕਰ ਰਹੀ ਸਾਂ। ਉਹ ਬਾਹਰ ਨਿਕਲ ਗਿਆ, ਅਸੀਂ ਵੀ ਬਾਹਰ ਨਿਕਲੇ। ਦਰਵਾਜ਼ਾ ਬੰਦ ਕਰਨ ਵਾਲਾ ਉੱਥੇ ਕੋਈ ਨਹੀਂ ਸੀ। ਉਸ ਸ਼ੀਸ਼ਿਆਂ ਵਾਲੀ ਗੈਲਰੀ ਦਾ ਦਰਵਾਜ਼ਾ ਵੀ ਖੁੱਲ੍ਹਾ ਸੀ। ਮੈਂ ਕੱਜਣ ਨੂੰ ਕਿਹਾ, ਚੁੱਪਚਾਪ ਚੋਰੀ ਅਸੀਂ ਇਸ ਗੈਲਰੀ 'ਚ ਵੜ ਜਾਂਦੇ ਹਾਂ। ਇੱਥੇ ਕੋਈ ਨਹੀਂ। ਮੈਂ ਚੁੱਪਚਾਪ ਉਸ ਸ਼ੀਸ਼ੇ ਕੋਲ ਜਾ ਕੇ ਬਹਿ ਜਾਵਾਂਗੀ ਆਪਣੀ ਧੀ ਕੋਲ। ਕੋਈ ਨਾਰਾਜ਼ ਨਾ ਹੋਵੇ। ਨਾਰਾਜ਼ ਜੇ ਹੋ ਵੀ ਗਿਆ ਤਾਂ ਹੁਣ ਹੋ ਕੀ ਜਾਏਗਾ। ਤੇ ਅਸੀਂ ਚੁੱਪਚਾਪ ਜਾ ਕੇ ਉਸ ਸ਼ੀਸ਼ੇ ਕੋਲ ਖੜੇ ਹੋ ਗਏ। ਕੱਜਣ ਬਾਹਰੋਂ ਇੱਕ ਸਟੂਲ ਤੇ ਇੱਕ ਕੁਰਸੀ ਲੈ ਆਇਆ। ਰਾਤ ਭਰ ਅਸੀਂ ਉੱਥੇ ਬੈਠੇ ਰਹੇ ਤੇ ਵੇਖਦੇ ਰਹੇ ਕਿ ਬੇਬਸੀ ਕੀ ਹੁੰਦੀ ਏ, ਕਿ ਕੋਈ ਰਾਤ ਦੀ ਮੁੱਠ ਵਾਂਗੂ ਕਿਸ ਤਰ੍ਹਾਂ ਮੀਟੀਆਂ ਉਂਗਲਾਂ ਵਿੱਚੋਂ ਕਿਰਦਾ ਜਾਂਦਾ ਏ ਪਲੋ ਪਲ, ਕਿ ਜਿਸ ਨੂੰ ਬੇਇੰਤਹਾ ਪਿਆਰ ਕਰੀਏ ਉਹ ਕਿਸ ਤਰ੍ਹਾਂ ਤੁਹਾਡੇ ਕੋਲੋਂ ਇੱਕ ਕਦਮ ਪਰਾਂ ਤੁਰਦਾ ਜਾਂਦਾ ਹੈ ਤੇ ਤੁਸੀਂ ਉੱਥੇ ਹੀ ਖੜੋਤੇ ਰਹਿ ਜਾਂਦੇ ਹੋ ਤੇ ਫਿਰ ਜਿੰਦਾ ਵੀ ਰਹਿੰਦੇ ਹੋ, ਬੜੀ ਬੇਸ਼ਰਮੀ ਤੇ ਨਿਹਾਇਤ ਢੀਠਪੁਣੇ ਨਾਲ ਜ਼ਿੰਦਾ। ਉਹ ਬੇਹੋਸ਼ ਸੀ ਸ਼ਾਇਦ। ਖੂਨ ਦੀ ਬੋਤਲ ਲੱਗੀ ਹੋਈ ਸੀ, ਆਕਸੀਜਨ ਵੀ, ਗਲੂਕੋਜ਼ ਵੀ। ਸਿਰਫ ਉਹਦੇ ਤਿੱਖੇ ਨੱਕ 'ਚ ਪਿਆ ਹੀਰੇ ਦਾ ਕੋਕਾ ਚਮਕ ਰਿਹਾ ਸੀ ਤੇ ਉਹਦੇ ਸਾਹ ਬੜੇ ਔਖੇ ਆ ਰਹੇ ਸਨ। ਗਲੇ 'ਚ ਜਿਹੜਾ ਇੱਕ ਟੋਆ ਹੁੰਦਾ ਹੈ, ਉਹਦੇ ਵਿੱਚ ਨਿੱਕੇ ਨਿੱਕੇ ਝਟਕੇ ਲੱਗ ਰਹੇ ਸਨ, ਜਿਸ ਤਰ੍ਹਾਂ ਬਹੁਤ ਡੂੰਘੇ ਖੂਹ 'ਚੋਂ ਕੋਈ ਲੱਜ ਨੂੰ ਝਟਕਾ ਦੇ ਕੇ ਪਾਣੀ ਉਹ ਤਾਂ ਖਿੱਚੇ ਬੜੀ ਮਿਹਨਤ ਨਾਲ। ਹਵਾ ਠਹਿਰ ਕੇ ਰੁਕ ਗਈ ਸੀ ਉਸ ਗਲਿਆਰੇ ਵਿੱਚ। ਠਿਠਕ ਕੇ ਹਨੇਰਾ ਪੋਲੇ ਪੈਰੀਂ ਕੋਨਿਆਂ ਵਿੱਚੋਂ ਸਾਜ਼ਿਸ਼ਾਂ ਕਰਦਾ ਹੋਇਆ ਨਿਕਲਦਾ ਸੀ ਤੇ ਫਿਰ ਦੁਬਕ ਜਾਂਦਾ ਸੀ। ਇੱਕ ਟੁੱਟਣ ਦੀ ਹੱਦ ਤੱਕ ਖਿੱਚਿਆ ਹੋਇਆ ਤਣਾਅ ਗਲਿਆਰੇ ਦੇ ਸਿਰੇ ਤੋਂ ਉਸ ਸਿਰੇ ਤੱਕ ਬੇਬਸ ਖਿੱਚੀਂਦਾ ਜਾ ਰਿਹਾ ਸੀ ਤੇ ਵਿਚਕਾਰ ਮੇਰੀ ਜਾਨ ਨਪੀੜੀ ਜਾ ਰਹੀ ਸੀ। ਮਣਾ ਮੂੰਹ ਭਾਰ ਹੇਠਾਂ ਪਸਲੀਆਂ ਕੜਕ ਰਹੀਆਂ ਸਨ। ਵਕਤ ਗੁਜ਼ਰ ਨਹੀਂ ਹੀ ਰਿਹਾ। ਰੋਡ ਰੋਲਰ ਵਾਂਗੂ ਸਭ ਕੁਝ ਕੁਚਲਦਾ ਹੋਇਆ ਆਹਿਸਤਾ, ਬਹੁਤ ਆਹਿਸਤਾ ਰੇਂਗ ਰਿਹਾ ਸੀ। ਕਾਇਨਾਤ ਸਾਰੀ ਬਸ ਇੱਕ ਹੁਆਂਕ ਸੀ ਤੇ ਇੱਕ ਰੁਕਿਆ ਹੋਇਆ ਸਾਹ ਤੇ ਇੱਕ ਅਨੰਤ ਬੇਬਸੀ। ਤੇ ਫਿਰ ਲੋ ਲੱਗ ਪਈ। ਸ਼ੀਸ਼ਿਆਂ ਵਿੱਚੋਂ ਦੁਧੀਆ ਚਾਨਣ ਰੇਂਗ ਕੇ ਅੰਦਰ ਆਉਣ ਲੱਗਾ।
बड़ी हैरानी हुई कि दिन अजे भी चढ़न जोगा रह गया है। सूरज नूं शर्म नहीं आउंदी। कज्जर ने कहा, कोई वेख लेगा, चलो चुपचाप बाहर निकल जाइए। जे लोग नाराज हो गए तो ਉਹਦਾ ख्याल नहीं करनगे। ते टुट्टी ਜਿਹੀ ਲੱਤਾਂ ਘਸੀੜਦੀ मैं बाहर निकल आई। ਅਸੀਂ बाहर बेंच ते आके बह गए। चाह पीओगे? कज्जर ने पुछया। मैनू लगा मैनू ਉਹਦੀ बोली समझ नहीं सी आ रही। चाह कादे लई? दिन कादे लई? बाहर कादे लई? सब चीज़ां दे माने खत्म हो गए। मैनू कुछ याद नहीं उस तो बाद की होया। उसे बेंच ते बैठियां बैठियां सवेर तो शाम किस तरह हो गई। जिन्नी वारी भी कज्जर ने उस टैलीफोन दे रिसीवर च तरला कीता, कोई नहीं आया। एक वारी सिर्फ एक नर्स आई। उस बारी विच कहन लगी, वो तो बेहोश है, तुसी कानू इत्थे बैठे हो। उन्हें शायद किसी बच्चे नू पैदा नहीं कीता होना अपने लहू विचों। कदे किसी बच्चे नाल रातां नहीं जागियां होणियां। अपना सारा दिन उहदे दुआले इस तरह नहीं गेड़िया होना जिस तरह सूरज दुआले धरती अपने आप नूं गेड़दी है। जिंदा रहन दा मतलब उन्हें कदे अपनी धी दी होंद विचों नहीं लभ्या होना। इनू कुछ नहीं पता विचारी। तरकाड़ा वेले एक डॉक्टर ने आके कहा, तुसी हॉस्टल जाओ, असी फोन करांगे। ते कह के झटपट वापस अंदर चला गया। खिड़की फिर बंद हो गई। कजन कहन लगा, जे इन्हां नूं फोन करन दी लोड़ पई भी तां हॉस्टल च करदे रहणगे। इन्हां नूं पता ही नहीं होना कि असी इत्थे बैठे हां। मेरा ख्याल है सानूं हॉस्टल च ही चल के फोन दा इंतजार करना चाहिए। फोन की कहणगे? फोन ते की खबर देणगे? मेरा दिमाग बिल्कुल सुन्न सी। ਇਹ सवाल उगदे सन, जवाब त्रै जांदे सन। छोटे मासूम खरगोशां वांगू दुबक जांदे सन। शायद मेरे गिरद खड़ोते सन सारे दे सारे जवाब। गर्दन लटकाई पर मैं ही उन्हां नूं पछाणन तो इनकार कर रही सां। कुछ याद नहीं। उस जालम लहू भिजी सड़े हुए मांस दी हवांक नाल भरी हुई शाम दे बारे कुछ भी याद नहीं। सिर्फ सिथलता है ते बेबसी है ते रुके हुए सावां दा ते पागल हटकोरियां दा ते बेमतलब अथरूआं दा एक एहसास है हारिया होया जिहड़ा इन्हां सालां दे हर दिन दे पुल तो लंघदा है, अज भी मेरे तक आउंदा है। होस्टल पहुंच के एक जिद विच, एक बेबस जिद विच मैं सुखमनी साहब दा पाठ करन बह गई। यही ख्याल आया कि जब तक इत्थे सुखमनी साहब दा पाठ हुंदा रहेगा उत्थे दिल्ली च अखंड पाठ कैंडी नूं कुछ नहीं हो सकदा। सारी रात गुजर गई, गुजरी नहीं, मेरे लूं वारी नाल कटदी हार गई। सवेर दी लो लग रही सी जदों मेरे कमरे दी घंटी वजी। मैं तरबक के जागी। पता नहीं किस वेले अख लग गई सी। अम्मी छेती चलो हस्पताल। क्यों, की क्या है उन्हां? मैं घबरा के चप्पलां पांदियां पुछया। कुछ नहीं, तबीयत ज्यादा खराब है। ते कज्जन नसदा होया पौड़ियां उतर गया। हस्पताल? कज्जन घबराया होया उस टैलीफोन च बोल रहा सी। मैं कंबदी हुई बेंच दी पिठ फड़ के खड़ी सां। बारी खुली। डॉक्टर ने बेबसी नाल सिर हिलाया। व्हाट? मैं चीखी। उन्हें कज्जन नूं दस्सिया ते कज्जन ने मैनू कि 5 मिनट पहला सारी बिल्डिंग डुबदे जहाज वांगू डोली ते डुब गई। मिलना है? नहीं। चीख नहीं निकलनी। नहीं नहीं, ये हस्पताल है नहीं। चुप, खामोश। इहो जे काले बोले वक्त विच भी शायद मैं होश विच ही होवांगी जिहड़ी ये सोच रही सां। जिहड़ा बूहा अज तक नहीं सी खुला उन्हां लोकां ने अज खोल दिता। वो प्यारे चेहरे वाली ते मेरे नाल रल के रोण वाली नर्स ने मेरे कोल आके मैनू फड़ लिया। अंदरों स्ट्रैचर उत्ते आ रही सी, खामोश सुती हुई। मैं ओदा मत्था चुम्मिया, होठ चुमे। होठां उत्ते सफेद प्यास जमी हुई सी। अखां दे कोनियां विचों वगे हुए अथरू अजे भी पुड़पुड़ी तक सुके हुए सन। खामोश अखां दे कमलां नूं गहरी काली झालर ने कज्जिया होया सी। मैनू छड्ड के ना जा मेरी बच्ची, मैं ते कल्ली मर जावांगी, तेरे बिना किस तरह जीवांगी। एक वारी कहंदी सी, कई वारी जी करदा खुदकशी कर लवां, पर फिर सोचदियां तुसी किस तरह जीओगे। फिर कहनियां नहीं यार, इकट्ठियां ही जीना है। ते हुण मैं उन्हों मिली तां मैनू बिल्कुल नहीं लगा कि मैं उन्हों आखिरी वारी मिल रही सां। यही लगा कि असी कुछ चिर लई विछड़ रहीआं सां, जिस तरह 27 मई की रात नूं दिल्ली एयरपोर्ट तो विछड़ी सी। उन्हों लै गए। मैनू कुछ पता नहीं की होया उस तो मगरों। फिर पता नहीं किहड़े वेले दिलावरी साहब आ गए पैरिस तो। यही याद है कि मेरे कोल बैठे पाठ करते रहे। फिर कहन लगे, हिम्मत करो, उहदा आखिरी संस्कार तुसां ही करना है। हारन नाल काम नहीं होना। तुसी जम्मिया सी उहनूं, ये काम भी तुसां ही करना है।
ਮੈਂ ਹੀ ਤਾਂ ਜੰਮਿਆ ਸੀ ਉਹਨੂੰ, ਠੀਕ ਏ। ਹੁਣ ਮੈਂ ਹੀ ਤਾਂ ਉਹਦਾ ਸੰਸਕਾਰ ਕਰਾਂਗੀ, ਹੋਰ ਕੌਣ ਕਰੇਗਾ? ਠੀਕ ਹੀ ਤਾਂ ਸੀ। ਤੇ ਮੈਂ ਚੁੱਪਚਾਪ ਉੱਠ ਖਲੋਤੀ। ਦਿਲਾਵਰੀ ਸਾਹਿਬ ਪਤਾ ਨਹੀਂ ਮੈਨੂੰ ਕਿਹੜੇ ਦਫ਼ਤਰ 'ਚ ਲੈ ਗਏ। ਉੱਥੇ ਇੱਕ ਔਰਤ ਇੰਚਾਰਜ ਸੀ, ਉਹਦੇ ਨਾਲ ਕਿੰਨਾ ਹੀ ਚਿਰ ਗੱਲਾਂ ਕਰਦੇ ਰਹੇ, ਜਿਵੇਂ ਕੁਝ ਮਨਵਾਉਣ ਦੀ ਕੋਸ਼ਿਸ਼ ਕਰ ਰਹੇ ਹੋਣ। ਫਿਰ ਉਹ ਮੇਰੇ ਕੋਲ ਆਏ। ਵੇਖੋ, ਵਾਹਿਗੁਰੂ ਆਪੇ ਕੰਮ ਬਣਾਉਂਦਾ ਹੈ। ਇਹ ਕਹਿੰਦੇ ਨੇ ਕਿ ਅਸੀਂ ਤਾਂ ਇੱਥੇ 15-15 ਦਿਨ ਮੌਗ ਵਿੱਚ ਰੱਖਨੇ ਆ, ਜਦ ਤੱਕ 8-10 ਲੋਕ ਸੰਸਕਾਰ ਕਰਨ ਵਾਲੇ ਨਾ ਜਮ੍ਹਾਂ ਹੋ ਜਾਣ। ਇੱਕੋ ਵਾਰੀ ਅੰਗੀਠਾ ਤਪਾਉਂਦੇ ਆ, ਪਰ ਮੈਂ ਇਹਨੂੰ ਸਮਝਾਇਆ ਇਹ ਸਾਰਾ ਖਰਚਾ ਅਸੀਂ ਕਰ ਦੇਵਾਂਗੇ। ਸੋ ਕੱਲ ਲਈ ਅੰਗੀਠਾ ਤਿਆਰ ਕਰਨ ਲਈ ਮੰਨ ਗਏ ਨੇ। ਮੈਨੂੰ ਕੁਝ ਸਮਝ ਨਹੀਂ ਆਈ। ਸਿਰਫ ਵਾਹਿਗੁਰੂ ਕੰਮ ਬਣਾਉਂਦਾ ਇਹ ਲਫ਼ਜ਼ ਅਜੀਬ ਲੱਗੇ। ਜਿੱਥੇ ਉਹਨਾਂ ਨੇ ਕਿਹਾ ਮੈਂ ਦਸਖਤ ਕਰ ਦਿੱਤੇ। ਉਸ ਇੰਚਾਰਜ ਔਰਤ ਨੇ ਆਪਣੀ ਸੜੀ ਹੋਈ ਬਾਂਹ ਵਿਖਾਈ, ਕਹਿਣ ਲੱਗੀ, ਜਦੋਂ ਅਜੇ ਨਿੱਕੀ ਜਿਹੀ ਸੀ ਤਾਂ ਮੋਮਬੱਤੀ ਨਾਲ ਅੱਗ ਲੱਗ ਗਈ ਸੀ। ਉਹਦਾ ਪਿਤਾ ਕੋਲ ਸੀ। ਜੱਫੀ ਪਾ ਕੇ ਉਹਨੇ ਆਪਣੀ ਧੀ ਦੀ ਅੱਗ ਬੁਝਾ ਦਿੱਤੀ ਤੇ ਨਾਲ ਆਪ ਰਤਾ ਕੁ ਸੜ ਗਿਆ। ਜੇ ਮੈਂ ਤੇਰੇ ਕੋਲ ਹੁੰਦੀ ਮੇਰੀ ਬੱਚੀ, ਤਾਂ ਮੈਂ ਵੀ ਤੈਨੂੰ ਜੱਫੀ ਪਾ ਕੇ ਤੇਰੀ ਅੱਗ ਬੁਝਾ ਦਿੰਦੀ। ਫਿਰ ਅਸੀਂ ਦੋਵੇਂ ਅੱਧੀਆਂ-ਅੱਧੀਆਂ ਸੜ ਜਾਂਦੀਆਂ, ਅੱਧੀ-ਅੱਧੀ ਪੀੜ ਹੁੰਦੀ, ਅੱਧੀਆਂ-ਅੱਧੀਆਂ ਮਰਦੀਆਂ। ਸਾਰੀ ਰਾਤ ਇਹੀ ਲੱਗਦਾ ਰਿਹਾ ਕਿ ਸੁਪਨਾ ਹੈ, ਉਹ ਨਹੀਂ ਮਰ ਸਕਦੀ। ਇਹ ਸਭ ਝੂਠ ਹੈ, ਲੋਕ ਝੂਠ ਬੋਲ ਰਹੇ ਨੇ। ਉਹ ਕਿਸ ਤਰ੍ਹਾਂ ਮਰ ਸਕਦੀ ਹੈ? ਉਹ ਤਾਂ ਜ਼ਿੰਦਗੀ ਦੇ ਨਸ਼ੇ ਨਾਲ ਚੂਰ ਸੀ, ਇੰਟੌਕਸੀਕੇਟਿਡ। ਉਹ ਤਾਂ ਜ਼ਿੰਦਗੀ ਦਾ ਹਰ ਪਲ ਸ਼ਿੱਦਤ ਨਾਲ ਜਿਉਂਦੀ ਸੀ। ਰਾਤੀ ਦੇਰ ਤੱਕ ਬਾਹਰ ਲੌਨ ਦੀ ਘਾਹ 'ਚ ਬਹਿ ਕੇ ਤਾਰੇ ਵੇਖਦੀ ਰਹਿੰਦੀ, ਹਨੇਰੇ 'ਚ ਬੈਠੀ ਰਹਿੰਦੀ। ਕਹਿੰਦੀ, ਤੂੰ ਬਾਹਰ ਹਨੇਰੇ 'ਚ ਇਕੱਲੀ ਕਿਉਂ ਬੈਠੀ ਹੈ? ਮੈਂ ਪੁੱਛਦੀ, ਮੈਂ ਜ਼ਰਾ ਹਨੇਰੇ ਨੂੰ ਇੰਜੋਏ ਕਰਦੀ ਪਈ ਹਾਂ। ਉਹ ਕਹਿੰਦੀ, ਕਿੱਡੀ ਅਜੀਬ ਗੱਲ ਏ, ਰਾਤੀ ਅੱਧੀ ਰਾਤ ਤੱਕ ਸੌਂਦੀ ਨਹੀਂ ਸੀ। ਕਹਿੰਦੀ ਸੀ, ਇੰਨਾ ਖੂਬਸੂਰਤ ਹਨੇਰਾ ਤੇ ਖਾਮੋਸ਼ੀ, ਇਹ ਤਾਂ ਕਵਿਤਾ ਪੜ੍ਹਨ ਦਾ ਵੇਲਾ ਏ, ਸੌਂ ਕੇ ਜ਼ਾਇਆ ਕਿਉਂ ਕਰਾਂ? ਜ਼ਿੰਦਗੀ ਦੇ ਇੱਕ ਇੱਕ ਪਲ ਨੂੰ ਘੁੱਟ ਕੇ ਮੁੱਠ 'ਚ ਫੜ ਕੇ ਜਿਉਣ ਵਾਲੀ ਕੁੜੀ ਕਿਸ ਤਰ੍ਹਾਂ ਮਰ ਸਕਦੀ ਏ? ਤੇ ਇੰਨੀ ਖੂਬਸੂਰਤ ਕੁੜੀ, ਉਹਨੇ ਤਾਂ ਅਜੇ ਜ਼ਿੰਦਗੀ ਦੀ ਬਸੰਤ ਰੁੱਤ ਵੇਖਣੀ ਸੀ। ਉਹ ਰਾਤ ਜਿਵੇਂ ਮੈਂ ਸਿਆਹ ਪਾਣੀਆਂ ਦੇ ਉੱਤੇ ਬੇਜਾਨ ਫਲੋਟ ਕਰਦੀ ਰਹੀ। ਕੁਝ ਯਾਦ ਨਹੀਂ। ਅਗਲਾ ਦਿਨ ਇੱਕ ਪਾਸਿਓਂ ਦਿਲਾਵਰੀ ਸਾਹਿਬ ਤੇ ਦੂਜੇ ਪਾਸਿਓਂ ਕੱਜਣ ਮੈਨੂੰ ਫੜ ਕੇ ਲਿਜਾ ਰਹੇ ਸਨ, ਪਰ ਲੱਤਾਂ ਮੇਰੀਆਂ ਤੁਰੀ ਰਹੀਆਂ ਹੋਣਗੀਆਂ। ਪੈਰ ਇੱਕ ਤੋਂ ਮਗਰੋਂ ਦੂਜਾ ਅੱਗੇ ਧਰਿੰਦਾ ਹੀ ਹੋਏਗਾ। ਤਾਂ ਹੀ ਤਾਂ ਉਸ ਠੰਡੇ ਠਾਰ ਕਮਰੇ 'ਚ ਪਹੁੰਚ ਗਈ, ਜਿਸ 'ਚ ਵੱਡੇ ਸਟੀਲ ਦੇ ਦਰਾਜਾਂ ਵਰਗੀਆਂ ਅਲਮਾਰੀਆਂ ਸਨ ਚਾਰੇ ਪਾਸੇ, ਤੇ ਵਿਚਕਾਰ ਇੱਕ ਲੱਕੜ ਦੇ ਬਕਸੇ 'ਚ ਚੁੱਪਚਾਪ ਕੈਂਡੀ ਸੁੱਤੀ ਹੋਈ ਸੀ। ਉਹੀ ਚੰਨ ਵਰਗਾ ਚਿਹਰਾ, ਚੌੜਾ ਮੱਥਾ, ਦਾਤਰੀਆਂ ਵਰਗੀਆਂ ਪਲਕਾਂ, ਕਟੋਰਿਆਂ ਵਰਗੀਆਂ ਅੱਖਾਂ, ਖਾਮੋਸ਼। ਮੈਂ ਝੁੱਕ ਕੇ ਉਹਦਾ ਮੂੰਹ ਚੁੰਮਿਆ, ਮੱਥਾ ਚੁੰਮਿਆ, ਹੋਠ ਚੁੰਮੇ, ਬਰਫ਼ ਵਰਗੇ ਠੰਡੇ ਹੋਠ। ਕਿਸੇ ਨੇ ਸਫੈਦ ਪਿਆਸ ਪੂੰਝ ਦਿੱਤੀ ਹੋਈ ਸੀ ਉਹਦੇ ਹੋਠਾਂ ਉੱਤੋਂ। ਅਥਰੂ ਵੀ ਪੂੰਝ ਦਿੱਤੇ ਸਨ, ਵਾਲ ਸਵਾਰ ਕੇ ਵਾਹ ਦਿੱਤੇ ਸਨ। ਇਹੀ ਮੇਰੀ ਧੀ ਤਿਆਰ ਹੋ ਕੇ ਕਿੱਥੇ ਚੱਲੀ ਸੀ? ਸਫੈਦ ਚਾਦਰਾਂ 'ਚ ਲਿਪਟੀ ਹੋਈ, ਪਰਾਈਆਂ ਚਾਦਰਾਂ 'ਚ, ਪਰਾਏ ਸ਼ਹਿਰ 'ਚ, ਪਰਾਏ ਲੋਕਾਂ ਦੇ ਹੱਥੋਂ ਹੋਠ ਤੇ ਅੱਖਾਂ ਪੁੰਝਵਾ ਕੇ। ਕੱਜਣ ਨੇ ਮੇਰੀ ਬਾਂਹ ਫੜ ਕੇ ਮੈਨੂੰ ਖਿੱਚਿਆ। ਇਹ ਬਕਸੇ ਵਿੱਚ ਤਾਂ ਨਹੀਂ ਲੇਟੀ ਹੋਈ ਅੰਮੀ, ਇਹ ਤਾਂ ਸਾਡੇ ਦਿਲਾਂ 'ਚ ਜਾ ਕੇ ਲੇਟ ਗਈ ਹੈ ਨਾ। ਕੈਂਡੀ ਇਹ ਨਹੀਂ, ਕੈਂਡੀ ਤਾਂ ਹੁਣ ਇੱਥੇ ਵੇ। ਤੇ ਉਹਨੇ ਆਪਣੀ ਛਾਤੀ ਤੇ ਹੱਥ ਰੱਖਿਆ। ਭੈਣ ਜੀ, ਇਹ ਮਿੱਟੀ ਏ, ਇਹਦੇ ਨਾਲੋਂ ਮੋਹ ਤੋੜੋ, ਵਾਹਿਗੁਰੂ ਅੱਗੇ ਅਰਦਾਸ ਕਰੋ, ਇਹਨੂੰ ਆਪਣੇ ਚਰਨਾਂ 'ਚ ਥਾਂ ਦੇਣ, ਦਿਲਾਵਰੀ ਕਹਿ ਰਹੇ ਸਨ। ਮੈਨੂੰ ਸੁਣਾਈ ਦੇ ਹੀ ਰਿਹਾ ਹੋਏਗਾ, ਤਾਂ ਹੀ ਤੇ ਲਫ਼ਜ਼ ਅਜੇ ਵੀ ਯਾਦ ਨੇ। ਮੈਂ ਉਸ ਬਕਸੇ ਤੋਂ ਬਾਹਰ ਹੀ ਹੋਵਾਂਗੀ, ਤਦੇ ਤਾਂ ਅੱਜ ਹੀ ਲਿਖ ਰਹੀ ਹਾਂ। ਪਰ ਕਸਮ ਖਾਂਦੀ ਹਾਂ ਦੋਸਤੋ, ਜਿਸ ਵੇਲੇ ਉਸ ਬਕਸੇ ਨੂੰ ਕਿੱਲਾਂ ਨਾਲ ਬੰਦ ਕੀਤਾ ਜਾ ਰਿਹਾ ਸੀ, ਮੈਂ ਉਹਦੇ ਅੰਦਰ ਬੰਦ ਹੋ ਗਈ ਸਾਂ। ਇੱਕ ਕਾਲੀ ਵੈਨ ਵਿੱਚ ਉਹ ਬਕਸਾ ਰੱਖ ਦਿੱਤਾ ਗਿਆ। ਉਹਦੇ ਉੱਤੇ ਫੁੱਲ ਕਿਸਨੇ ਲਿਆ ਕੇ ਰੱਖੇ ਸਨ ਪਤਾ ਨਹੀਂ। ਇੱਕ ਖੂਬਸੂਰਤ ਬਾਗ ਵਿੱਚ ਉਹ ਵੈਨ ਦਾਖਲ ਹੋਈ। ਦਿਲਾਵਰੀ ਤੇ ਕੱਜਣ ਨੇ ਮੈਨੂੰ ਮੋਟਰ ਵਿੱਚੋਂ ਉਤਾਰਿਆ। ਇੱਥੇ ਅੰਦਰ ਤੁਰ ਕੇ ਜਾਣਾ ਪੈਂਦਾ ਹੈ, ਕਿਉਂਕਿ ਆਸ-ਪਾਸ ਕਬਰਾਂ ਨੇ। ਉਹਨਾਂ ਦੇ ਇਹਤਰਾਮ ਦੀ ਖਾਤਰ ਤੁਰ ਹੀ ਰਹੀ ਹੋਵਾਂਗੀ, ਇਸੇ ਕਰਕੇ ਅੰਦਰ ਵਾਲੇ ਕਮਰੇ ਤੱਕ ਪਹੁੰਚ ਗਈ। ਅੱਗੇ ਮੇਰੀ ਧੀ, ਪਿੱਛੇ 3 ਬੰਦੇ, ਇੱਕ ਮੈਂ, ਉਹਨੂੰ ਜੰਮਣ ਵਾਲੀ ਤੇ ਉਹਦੀ ਦੋਸਤ ਮਾਂ, ਇੱਕ ਕੱਜਣ ਜਿਹਨੂੰ ਉਹਦੇ ਨਾਲ ਪਿਆਰ ਵਾਲੀ ਦੋਸਤੀ ਸੀ, ਤੇ ਇੱਕ ਦਿਲਾਵਰੀ ਸਾਹਿਬ ਜਿਹੜੇ ਸਿਰਫ ਆਫੀਸ਼ੀਅਲ ਡਿਊਟੀ ਨਿਭਾਉਣ ਆਏ ਸਨ। ਪਰ ਉਹਨਾਂ ਦੀ ਸਾਰੀ ਹੋਂਦ ਮੇਰੇ ਨਾਲ ਪਿਘਲ ਰਹੀ ਸੀ। ਸਿਰਫ ਉਹ ਪਾਠ ਕਰ ਰਹੇ ਸਨ। ਫਿਰ ਉਹਨਾਂ ਨੇ ਅਰਦਾਸ ਕੀਤੀ। ਬੰਦ ਬਕਸੇ ਉੱਤੇ ਮੈਂ ਪਿਆਰ ਨਾਲ ਹੱਥ ਫੇਰਿਆ। ਅੱਛਾ ਕੈਂਡੀ, ਮਿਲਾਂਗੇ ਜ਼ਰੂਰ ਫੇਰ। ਉਹ ਬਕਸਾ ਉਹਨਾਂ ਨੇ ਇੱਕ ਉੱਚੇ ਜਿਹੇ ਸੰਗਮਰਮਰੀ ਪਲੇਟਫਾਰਮ ਤੇ ਰੱਖ ਦਿੱਤਾ।
ਇੱਕ ਲੱਕੜ ਦਾ ਛੋਟਾ ਜਿਹਾ ਦਰਵਾਜ਼ਾ ਉਸ ਪਲੇਟਫਾਰਮ ਤੇ ਖੁੱਲਿਆ। ਉਹ ਬਕਸਾ ਨਹੀਂ, ਮੇਰੀ ਧੀ ਦਾ ਡੋਲਾ ਉਸ ਛੋਟੇ ਦਰਵਾਜ਼ੇ ਦੇ ਅੰਦਰ ਚਲਾ ਗਿਆ, ਖਿਸਕਦਾ ਹੋਇਆ, ਤੇ ਫਿਰ ਉਹ ਦਰਵਾਜ਼ਾ ਬੰਦ ਹੋ ਗਿਆ। ਦਿਲਾਵਰੀ ਸਾਹਿਬ ਤੇ ਕੱਜਨ ਮੈਨੂੰ ਬਾਹਰ ਲੈ ਆਏ। ਪਤਾ ਨਹੀਂ ਕਿੱਥੇ ਗਏ ਅਸੀਂ। ਜੋ ਵੀ ਥਾਂ ਸੀ ਉੱਥੇ ਮੈਂ ਨਿਡਾਲ ਲੇਟੀ ਰਹੀ। ਸ਼ਾਮ ਵੇਲੇ ਫਿਰ ਉੱਥੇ ਗਏ। ਉਹਨਾਂ ਲੋਕਾਂ ਨੇ ਇੱਕ ਛੋਟਾ ਲੱਕੜ ਦਾ ਬਕਸਾ ਸਾਡੇ ਹਵਾਲੇ ਕਰ ਦਿੱਤਾ, ਜਿਸ ਉੱਤੇ ਲਾਲ ਮੋਹਰਾਂ ਲੱਗੀਆਂ ਹੋਈਆਂ ਸਨ। ਬਕਸੇ ਨੂੰ ਕਲੇਜੇ ਨਾਲ ਲਾ ਕੇ ਮੈਂ ਬਾਹਰ ਨਿਕਲੀ। ਇੰਜ ਲੱਗਣ ਲੱਗ ਪਿਆ ਕੈਂਡੀ ਹੁਣ ਮੇਰੇ ਕੋਲ ਏ। ਬਾਹਰ ਬੈਂਚਾਂ ਤੇ ਬਜ਼ੁਰਗ ਔਰਤਾਂ ਤੇ ਮਰਦ ਬੈਠੇ ਸਨ, ਸਿਰ ਝੁਕਾ ਕੇ ਚੁੱਪਚਾਪ। ਲੱਗਾ ਮੈਂ ਜ਼ਿੰਦਗੀ ਦੇ ਆਖਰੀ ਦਿਨ ਤੱਕ ਸਫੈਦ ਵਾਲਾਂ ਨਾਲ ਉਹਨਾਂ ਹੀ ਬੈਂਚਾਂ ਤੇ ਬੈਠੀ ਰਹਾਂਗੀ ਹੁਣ। ਹਾਂ ਦੋਸਤੋ, ਮੈਂ ਅਜੇ ਤੱਕ ਉਹਨਾਂ ਬੈਂਚਾਂ ਤੇ ਬੈਠੀ ਹਾਂ, ਲਿਓ ਦੀ ਕਬਰਗਾਹ 'ਚ ਪਏ ਬੈਂਚਾਂ ਉੱਤੇ। ਸੱਚ ਕਹਿੰਦੀ ਹਾਂ, ਦਿਨ ਰਾਤ ਉੱਥੇ ਬੈਠੀ ਰਹਿੰਦੀ ਹਾਂ, ਸਿਰ ਝੁਕਾ ਕੇ। ਧੁੱਪ ਚੜ੍ਹਦੀ ਵੀ ਏ, ਲੈ ਵੀ ਜਾਂਦੀ ਏ। ਲੋਕੀ ਆਉਂਦੇ ਨੇ, ਆਪਣੇ ਪਿਆਰਿਆਂ ਨੂੰ ਉੱਥੇ ਛੱਡ ਕੇ ਚਲੇ ਜਾਂਦੇ ਨੇ। ਮੈਂ ਉਹਨਾਂ ਸਾਰਿਆਂ ਦਾ ਖਿਆਲ ਰੱਖਦੀ ਹਾਂ, ਕਿਉਂਕਿ ਉਹ ਮੇਰੇ ਕੈਂਡੀ ਦੇ ਮਹੱਲੇ 'ਚ ਜੋ ਰਹਿੰਦੇ ਹੋਏ ਮੇਰੇ ਕੈਂਡੀ ਦੇ ਗੁਆਂਢੀ। ਧੰਨਵਾਦ। ਸਮਾਪਤ।